ਸਾਨੂੰ ਕੁਝ ਪੰਕਤੀਆਂ ਦੱਸ ਸਕਦੇ ਹੋ ਗਾਣੇ ਦੀਆਂ ਜਿਹਦੇ ਵਿੱਚ ਤੁਹਾਨੂੰ ਇਤਰਾਜ਼ ਹੈ ਜੀ? ਜਿਹੜਾ ਰਣਜੀਤ ਬਾਵੇ ਨੇ ਜੀ ਗਾਣਾ ਗਾਇਆ ਕਿ ਭੁੱਖਿਆਂ ਦੇ ਲਈ ਕੁਝ ਨਹੀਂ ਹੈ ਤੇ ਪੱਥਰਾਂ ਲਈ ਦੁੱਧ ਹੈ ਜੀ ਤੇ ਗਊਮੂਤਰ ਜੀ ਦੇ ਬਾਰੇ ਕੁਝ ਲੈਣਾ ਉਹਨੇ ਗਾ ਕੇ ਕਹੀਆਂ ਜੀ। ਸਾਨੂੰ ਉਸ ਤੇ ਇਤਰਾਜ਼ ਹੈ। ਚਾਹੇ ਉਹਨੇ ਉਸ ਦੇ ਵਿੱਚ ਇੱਕ ਸਮਾਜਿਕ ਕੁਰੀਤੀਆਂ ਦੇ ਨਾਲ ਲੈ ਕੇ ਇੱਕ ਮੈਸੇਜ ਦਿੱਤਾ ਹੈ, ਚਾਹੇ ਉਹਨੇ ਸਾਰੇ ਧਰਮਾਂ ਦੇ ਉੱਪਰ ਕਟਾਕਸ਼ ਕੀਤਾ ਹੈ, ਪਰ ਸਟਾਰਟਿੰਗ ਦੇ ਵਿੱਚ ਉਹਦਾ ਜਿਹੜਾ Song ਜਿਹੜਾ ਟਾਈਟਲ ਹੈ ਕਿ ਮੇਰਾ ਕੀ ਕਸੂਰ, ਜਦੋਂ ਉਹਨੇ ਭਗਵਾਨ ਭੋਲੇਨਾਥ ਦੇ ਜਿਹੜਾ ਸ਼ਿਵਲਿੰਗ ਹੈ ਉਹ ਪਵਿੱਤਰ ਸ਼ਿਵਲਿੰਗ ਪਾਵਨ ਸ਼ਿਵਲਿੰਗ ਨੂੰ ਪੱਥਰ ਕਹਿ ਕੇ ਸੰਬੋਧਨ ਕੀਤਾ, ਸਾਨੂੰ ਉਸ ਚੀਜ਼ ਤੋਂ ਪੂਰਾ ਪਰਹੇਜ਼ ਹੈ, ਸਾਨੂੰ ਉਸ ਚੀਜ਼ ਤੋਂ ਅਸੀਂ ਪੂਰੇ ਆਕਰੋਸ਼ ਹੈ, ਸਾਨੂੰ ਬਿਲਕੁਲ ਵੀ ਪਸੰਦ ਨਹੀਂ। ਭਗਵਾਨ ਸ਼ਿਵ ਦਾ ਉਹਨੇ ਪਾਰਟਿਕੂਲਰ ਨਾਮ ਨਹੀਂ ਲਿਆ। ਜਿਹੜੇ ਇਹ ਮੇਰਾ ਕੁਐਸਚਨ ਪੂਰਾ ਹੋ ਜਾਂਦਾ ਜਿਹੜਾ ਕਿ ਪੱਥਰਾਂ ਤੇ ਉਹਨੇ ਦੁੱਧ ਕਿਹਾ, ਤੁਹਾਨੂੰ ਇਸ ਬਾਰੇ ਤੁਸੀਂ ਬਹੁਤ ਸੀਨੀਅਰ ਹੋ ਸਾਡੇ ਤੋਂ, ਤੁਹਾਨੂੰ ਪਤਾ ਹੋਣਾ ਇਸ ਚੀਜ਼ ਦਾ ਕਿ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਵੀ ਜੀ ਦੁੱਧ ਨਾਲ ਧੋਤਾ ਜਾਂਦਾ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਕੱਲ ਤੋਂ ਲੈ ਕੇ ਹੁਣ ਤੱਕ ਕਈ ਇਹੋ ਜਿਹੀਆਂ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਜਿਹਦੇ ਵਿੱਚ ਦਰਬਾਰ ਸਾਹਿਬ ਨੂੰ ਦੁੱਧ ਦੇ ਨਾਲ ਧੋਤਾ ਜਾ ਰਿਹਾ। ਨਹੀਂ, ਹੋਰ ਵੀ ਬਹੁਤ ਗੁਰਧਾਮ ਨੇ ਜਿਹੜੇ ਧੋਤੇ ਜਾ ਰਹੇ। ਹੋਰ ਵੀ ਜਦੋਂ ਗਊਮੂਤਰ ਤੇ ਪੱਥਰ, ਇਹ ਗਊਮੂਤਰ ਤੇ ਪੱਥਰ ਜਿਹੜੇ ਹੈ ਸਨਾਤਨ ਸੰਸਕ੍ਰਿਤੀ ਦੇ ਵਿੱਚ ਹੀ ਆਉਂਦੇ ਨੇ, ਤੇ ਉਹਦਾ ਜਿਹੜਾ ਇਸ਼ਾਰਾ ਹੈ, ਜੇ ਕੋਈ ਬੁੱਧੀਜੀਵੀ ਬੰਦਾ ਜੇ ਸਮਝਣਾ ਚਾਹਵੇ ਤਾਂ ਉਹ ਸਮਝ ਸਕਦਾ ਹੈ ਕਿ ਉਹਦਾ ਇਸ਼ਾਰਾ ਭਗਵਾਨ ਭੋਲੇਨਾਥ ਵੱਲ ਹੈ। ਤੁਸੀਂ ਨਹੀਂ ਇਹ ਕਰ ਸਕਦੇ ਕਿ ਉਹਨਾਂ ਗਾਵਾਂ ਨੂੰ ਜਿਹੜੀਆਂ ਸੜਕਾਂ ਤੇ ਫਿਰਦੀਆਂ ਉਹਦੇ ਵਿੱਚ ਪਤਾ ਜੇ ਤੁਸੀਂ ਉਹਨਾਂ ਦੀ ਸਾਂਭ ਸੰਭਾਲ ਕਰਦੇ ਹੋ, ਇੱਕ ਤਾਂ ਉਹਦੇ ਤੋਂ ਗਊਮੂਤਰ ਜਿਹੜਾ ਤੁਸੀਂ ਸ਼ੁੱਧ ਕਹਿੰਦੇ ਹੋ, ਉਹਦੇ ਤੋਂ ਲੋਕਾਂ ਦੀਆਂ ਬਿਮਾਰੀਆਂ ਵੀ ਦੂਰ ਹੋ ਸਕਦੀਆਂ, ਉਹ ਇਨਕਮ ਆ ਜਿਹੜੀ ਤੁਹਾਡੇ ਤੇ ਜਿਹੜੀ ਉਹਨਾਂ ਤੋਂ ਹੋਊਗੀ ਉਹ ਆਪਾਂ ਸਮਾਜ ਦੇ ਉੱਤੇ ਲਾ ਸਕਦੇ ਹਾਂ। ਇਹ ਕਿਉਂ ਨਹੀਂ ਕੀਤਾ ਜਾ ਰਿਹਾ? ਜਿਹੜੀਆਂ ਇਸ ਟਾਈਮ ਸੜਕਾਂ ਤੇ ਘੁੰਮਦੀਆਂ ਉਹਦੇ ਵਿੱਚ ਇਦਾਂ ਕਿਸਾਨ ਵੀਰਾਂ ਦਾ ਵੀ ਨੁਕਸਾਨ ਹੋ ਰਿਹਾ, ਠੀਕ ਹੈ ਜੀ। ਜਿਹੜਾ ਰੋਡਾਂ ਦੇ ਉੱਤੇ ਐਕਸੀਡੈਂਟ ਵੀ ਹੋ ਰਹੇ ਨੇ। ਜਿਹੜੀਆਂ ਉਹ ਅਵਾਰਾ ਗਾਵਾਂ ਨੂੰ ਸਾਂਭਿਆ ਜਾ ਸਕਦਾ ਉਹਦੇ ਲਈ ਤੁਸੀਂ ਆਪਣੇ ਤੌਰ ਤੇ ਜੋ ਉਪਰਾਲਾ ਨਹੀਂ ਕਰ ਸਕਦੇ, ਜਿਹੜੇ ਵੇਚ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਤੁਸੀਂ ਲਿਖਤਾ ਸਕਦੇ ਹੋ, ਲਿਖਿਆ ਜੀ ਅੱਜ ਤੱਕ? ਜਿਹੜਾ ਡਾਕਟਰ ਅੰਬੇਡਕਰ ਨੂੰ ਜਾਣਦੇ ਜੀ ਮੰਨਦੇ ਉਹਨਾਂ ਨੂੰ ਸੰਵਿਧਾਨ ਜਿਹੜਾ ਇੰਡੀਆ ਦਾ ਲਿਖਿਆ ਉਹਨਾਂ ਨੇ, ਉਹਨਾਂ ਦੇ ਪੋਤੇ ਰਾਜਰਤਨ ਨੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਇੱਕ ਬੀਫ ਵੇਚਣ ਵਾਲੀ ਸ਼ਾਪ ਦੇ ਮੂਹਰੇ ਖੜ ਕੇ ਉਹ ਵੀਡੀਓ ਪਾਈ ਸੀ ਜਿਹਦਾ ਕਿ ਨਾਮ ਬ੍ਰਾਹਮਣ ਬੀਫ ਸੀ। ਉਹਦੇ ਬਾਰੇ ਕੀ ਕਹਿਣਾ ਜੀ? ਦੇਖੋ, ਮੈਂ ਭੀਮਰਾਓ ਅੰਬੇਦਕਰ ਸਾਡੇ ਸੰਵਿਧਾਨ ਦੇ ਨਿਰਮਾਤਾ ਨੇ, ਉਹਨਾਂ ਨੇ ਜੋ ਸੰਵਿਧਾਨ ਉਦੋਂ ਬਣਾਇਆ ਅੱਜ ਉਸੇ ਸੰਵਿਧਾਨ ਦੇ ਤਹਿਤ ਅਸੀਂ ਸਾਰੇ ਚੱਲਦੇ ਹਾਂ। ਉਹਨਾਂ ਦੇ ਪੋਤਰੇ ਨੇ ਜਿਹੜੀ ਵੀ ਤੁਸੀਂ ਉਹ ਘਟਨਾ ਜਿਹੜੇ ਦੇਸ਼ ਦੀ ਦੱਸੀ ਹੈ ਕਿ ਬ੍ਰਾਹਮਣ ਬੀਫ, ਉਹ ਮੇਰੇ ਜਾਣਕਾਰੀ ਦੇ ਵਿੱਚ ਤਾਂ ਨਹੀਂ ਸੀ, ਮੈਂ ਨਹੀਂ ਦੇਖੀ। ਐਕਸਪੋਰਟ ਕਰਦਾ ਇੰਡੀਆ ਉਹ ਸਰਕਾਰਾਂ ਦੇ ਅੰਡਰ ਹੀ ਕਰਦਾ। ਐਕਸਪੋਰਟ ਸਰਕਾਰਾਂ ਦੀ ਮਰਜ਼ੀ ਤੋਂ ਬਗੈਰ ਨਹੀਂ ਹੋ ਸਕਦਾ। ਸਰਕਾਰਾਂ ਨੂੰ ਇਸ ਚੀਜ਼ ਦੀ ਭਣਕ ਤਾਂ ਹੈਗੀ ਆ ਨਾ, ਪਤਾ ਤਾਂ ਹੈਗਾ ਨਾ ਕਿ ਕੋਈ ਬ੍ਰਾਹਮਣ ਨਾਮ ਤੇ ਚਲਾ ਰਿਹਾ ਤੇ ਇੰਡੀਆ ਦੇ ਵਿੱਚੋਂ ਬੀਫ ਦਾ ਮੀਟ ਜਾ ਰਿਹਾ। ਦੇਖੋ, ਜੇ ਕੋਈ ਐਕਸਪੋਰਟ ਕਰਦਾ, ਮੈਂ ਵੀ ਸੋਸ਼ਲ ਮੀਡੀਆ ਤੇ ਬੜੀਆਂ ਇਦਾਂ ਦੀਆਂ ਵੀਡੀਓ ਪਹਿਲਾਂ ਵੀ ਦੇਖੀਆਂ ਸੀ ਜਿਹਦੇ 'ਚ ਫੈਕਟਰੀ ਲੱਗੀ ਹੋਈ ਹੈ, ਇੱਕ ਗਾਂ ਨੂੰ ਵਿੱਚ ਪਾਉਂਦੇ ਨੇ, ਉਹਦਾ ਮਾਸ ਵੀ ਉੱਤਰਦਾ ਦਿਖਾਉਂਦੇ ਨੇ, ਗਲਾ ਵੀ ਕੱਟਦਾ ਦਿਖਾਉਂਦੇ ਨੇ। ਉਹ ਬੜਾ ਮੰਦਭਾਗਾ ਹੈ ਕਿ ਮੈਂ ਉਹਦੇ ਬਾਰੇ ਦੇਖ ਕੇ ਮਨ ਬੜਾ ਵਿਚਲਿਤ ਹੁੰਦਾ। ਪਰ ਫਿਰ ਮੈਂ ਤੁਹਾਨੂੰ ਉਹੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੈਂ ਸੁਪਰੀਮ ਪਾਵਰ ਨਹੀਂ ਹੈ। ਜਿਹੜੇ ਸੀਰੀਅਲ ਫਿਲਮਾਂ ਨਿੱਤ ਕੋਈ ਕ੍ਰਿਸ਼ਨ ਭਗਵਾਨ ਦਾ ਰੂਪ ਧਾਰਨ ਕਰਦਾ, ਕੋਈ ਰਾਮ ਜੀ ਦਾ ਰੂਪ ਧਾਰਨ ਕਰਦਾ, ਕੋਈ ਸ਼ਿਵ ਜੀ ਭਗਵਾਨ ਦਾ ਕਰਦਾ, ਕਈ ਉਹ ਜਿਹੜੇ ਕਰੈਕਟਰ ਨਿਭਾਉਂਦੇ ਨੇ ਤੇ ਉਹਨਾਂ ਦਾ ਪਰਸਨਲ ਕਰੈਕਟਰ ਬੜਾ ਗਲਤ ਹੁੰਦਾ, ਉਦੋਂ ਕਿਉਂ ਨਹੀਂ ਵਿਰੋਧ ਕਰਦੇ? ਕੋਈ ਵੀ ਗੁਰੂ ਨਾਨਕ ਦੇਵ ਜੀ ਦਾ ਰੂਪ ਨਹੀਂ ਧਾਰਨ ਕਰ ਸਕਦਾ, ਕੋਈ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਨਹੀਂ ਧਾਰਨ ਕਰ ਸਕਦਾ, ਪਰ ਸਾਡੇ ਹਿੰਦੂ ਧਰਮ ਦੇ ਵਿੱਚ ਰਾਮਚੰਦਰ ਵੀ ਬੰਦੇ ਨੇ, ਸ਼ਿਵ ਭੋਲੇਨਾਥ ਵੀ ਬੰਦੇ ਨੇ, ਝਾਂਕੀਆਂ ਨਿਕਲਦੀਆਂ, ਅਲੱਗ-ਅਲੱਗ ਰੂਪ ਧਾਰਨ ਕਰਦੇ ਨੇ। ਗਊਮੂਤਰ ਤੁਸੀਂ ਨਹੀਂ ਪੀਤਾ, ਗਊ ਤੁਸੀਂ ਨਹੀਂ ਪਾਲਦੇ ਜੀ। ਜਿਹੜੇ ਪਹਿਲਾਂ ਹਿੰਦੂ ਲੋਕਾਂ ਨੇ ਜਿਹੜੇ ਉਹਨਾਂ ਨੇ ਰੋਲ ਨਿਭਾਏ ਨੇ ਟੀਵੀ ਸੀਰੀਅਲਾਂ ਦੇ ਵਿੱਚ, ਫਿਲਮਾਂ ਵਿੱਚ, ਵਿਰੋਧ ਦਾ ਤੁਸੀਂ ਨਹੀਂ ਕੀਤਾ। ਉਹਨਾਂ ਜਿਹੜਾ ਗਊਮੂਤਰ ਦੀ ਤੁਸੀਂ ਗੱਲ ਕੀਤੀ ਆ ਵੀ ਸ਼ੁੱਧ ਹੈ, ਤੁਸੀਂ ਕਹਿ ਰਹੇ ਤੁਹਾਡੇ ਕਹਿਣ ਮੁਤਾਬਕ ਵੀ ਨਾਸਾ ਨੇ ਵੀ ਮੰਨਿਆ, ਚਲੋ ਮੇਰੇ ਧਿਆਨ 'ਚ ਨਹੀਂ ਹੈ। ਉਹੀ ਚਾਰਾ ਜਿਹੜਾ ਵਾ ਗਾਂ ਖਾਂਦੀ ਹੈ, ਉਹੀ ਚਾਰਾ ਜਿਹੜਾ ਉਹ ਬਲਦ ਖਾਂਦਾ, ਉਹੀ ਚਾਰਾ ਜਿਹੜਾ ਉਹ ਖਾਂਦੇ ਨੇ, ਫਿਰ ਉਹਨਾਂ ਦੇ ਗਊਮੂਤਰ 'ਚ ਤੁਸੀਂ ਕੋਈ ਸਮਝਦੇ ਹੋ ਫਰਕ ਹੋਏਗਾ? ਗਊਮੂਤਰ ਦੇ ਵਿੱਚ 33 ਕਰੋੜ ਦੇਵੀ ਦੇਵਤਾ ਵਾਸ ਕਰਦੇ ਨੇ, ਔਰ ਜਿਹੜਾ ਤੁਸੀਂ ਬਲਦ ਜਾਂ ਜਿਹਨੂੰ ਆਪਾਂ ਨੰਦੀ ਵੀ ਕਹਿ ਸਕਦੇ ਨੇ, ਉਹ ਵੀ ਭਗਵਾਨ ਭੋਲੇਨਾਥ ਦੇ ਨਾਲ ਪੂਜਨੀਏ ਉਨਾ ਹੀ ਹੁੰਦਾ। ਸਾਡੇ ਨਾਲ ਨੇ ਜੀ, ਅੱਜ ਅਸੀਂ ਮੁਲਾਕਾਤ ਕਰਨ ਪਹੁੰਚੇ ਹਾਂ ਰਾਜੀਵ ਗੁਗਲਾਨੀ ਜੀ, ਜਿਹੜੇ ਕਿ ਜ਼ਿਲ੍ਹਾ ਕਾਂਗਰਸ ਦੇ ਵਿੱਚ ਸੀਨੀਅਰ ਆਗੂ ਨੇ। ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਦੇ ਨਾਲ ਜੁੜੇ ਹੋਏ ਨੇ, ਸੇਵਾ ਕਰ ਰਹੇ ਨੇ।
ਦਬੰਗ ਲੀਡਰ ਨੇ ਧੜਕ ਨੇ ਜਿਹੜੀ ਸੱਚਾਈ ਆ ਉਹਨੂੰ ਬੇਫਿਕਰ ਤੇ ਬੇਧੜਕ ਹੋ ਕੇ ਬੋਲਦੇ ਨੇ। ਸੋ ਅੱਜ ਅਸੀਂ ਇਹਨਾਂ ਨਾਲ ਗੱਲ ਕਰਨੀ ਪਹੁੰਚੇ ਹਾਂ ਕਿ ਮੁੱਦਾ ਤੁਹਾਨੂੰ ਪਤਾ ਸਾਰਿਆਂ ਨੂੰ, ਮੁੱਦਾ ਜਿਹੜਾ ਕਿ ਥੋੜੇ ਦਿਨ ਪਹਿਲਾਂ, ਕੁਝ ਦਿਨ ਪਹਿਲਾਂ ਇੱਕ ਰਣਜੀਤ ਬਾਵਾ ਸਿੰਗਰ ਆ, ਉਹਨੇ ਗਾਣਾ ਗਾਇਆ ਮੇਰਾ ਕੀ ਕਸੂਰ। ਉਸ ਗਾਣੇ ਨੂੰ ਲੈ ਕੇ ਪੂਰੇ ਪੰਜਾਬ ਨਹੀਂ ਕਹਿ ਸਕਦੇ, ਪੂਰੇ ਭਾਰਤ ਦੇ ਵਿੱਚ ਖਲਲ ਮੱਚੀ ਪਈ ਆ। ਹਿੰਦੂ ਆਗੂਆਂ ਨੇ ਕੁਛ ਨੇ ਇਹ ਵੀ ਕਿਹਾ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਭੜਕਾਈਆਂ ਗਈਆਂ ਨੇ ਰਣਜੀਤ ਬਾਵੇ ਵੱਲੋਂ। ਉਹਦੇ ਸੰਬੰਧ ਦੇ ਵਿੱਚ ਅੱਜ ਗੱਲ ਕਰਦੇ ਹਾਂ। ਸਰ ਸਾਡੇ ਨਾਲ ਨੇ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਰ ਹਰ ਮਹਾਦੇਵ। ਸਰ ਜਿਹੜਾ ਤੁਸੀਂ ਪਹਿਲਾਂ ਤਾਂ ਮੈਨੂੰ ਮੁੱਦਾ ਤੁਹਾਨੂੰ ਪਤਾ ਹੀ ਲੱਗ ਗਿਆ ਜਿਹਦੇ ਵਾਸਤੇ ਤੁਸੀਂ ਸਾਨੂੰ ਕਿਹਾ ਵਾ ਕਿ ਜਿਹੜਾ ਰਣਜੀਤ ਬਾਵੇ ਨੇ ਗਾਣਾ ਗਾਇਆ, ਤੁਸੀਂ ਕਾਂਗਰਸ ਦੇ ਵਿੱਚ ਕਿੰਨੇ ਚਿਰ ਤੋਂ ਕਰ ਰਹੇ ਹੋ ਜੀ ਕੰਮ? ਮੈਂ ਕਾਂਗਰਸ ਦੇ ਵਿੱਚ ਪਿਛਲੇ 20 ਸਾਲਾਂ ਤੋਂ ਐਕਟਿਵ ਹਾਂ ਔਰ ਸਟਿਲ ਹਜੇ ਵੀ ਐਕਟਿਵ ਹਾਂ। ਮਤਲਬ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਹੋਏ ਹੋ। ਬਿਲਕੁਲ। ਸਾਨੂੰ ਕੁਝ ਪੰਕਤੀਆਂ ਦੱਸ ਸਕਦੇ ਹੋ ਗਾਣੇ ਦੀਆਂ ਜਿਹਦੇ ਵਿੱਚ ਤੁਹਾਨੂੰ ਇਤਰਾਜ਼ ਹੈ ਜੀ? ਜਿਹੜਾ ਰਣਜੀਤ ਬਾਵੇ ਨੇ ਜੀ ਗਾਣਾ ਗਾਇਆ ਕਿ ਭੁੱਖਿਆਂ ਦੇ ਲਈ ਕੁਝ ਨਹੀਂ ਹੈ ਤੇ ਪੱਥਰਾਂ ਲਈ ਦੁੱਧ ਹੈ ਜੀ, ਤੇ ਗਊਮੂਤਰ ਜੀ ਦੇ ਬਾਰੇ ਕੁਝ ਲੈਣਾ ਉਹਨੇ ਗਈ ਗਾ ਕੇ ਕਹੀਆਂ ਜੀ। ਸਾਨੂੰ ਉਸ ਤੇ ਇਤਰਾਜ਼ ਹੈ। ਚਾਹੇ ਉਹਨੇ ਉਸ ਦੇ ਵਿੱਚ ਇੱਕ ਸਮਾਜਿਕ ਕੁਰੀਤੀਆਂ ਦੇ ਨਾਲ ਲੈ ਕੇ ਇੱਕ ਮੈਸੇਜ ਦਿੱਤਾ ਹੈ, ਚਾਹੇ ਉਹਨੇ ਸਾਰੇ ਧਰਮਾਂ ਦੇ ਉੱਪਰ ਕਟਾਕਸ਼ ਕੀਤਾ ਹੈ, ਪਰ ਸਟਾਰਟਿੰਗ ਦੇ ਵਿੱਚ ਉਹਦਾ ਜਿਹੜਾ Song ਜਿਹੜਾ ਟਾਈਟਲ ਹੈ ਕਿ ਮੇਰਾ ਕੀ ਕਸੂਰ, ਜਦੋਂ ਉਹਨੇ ਭਗਵਾਨ ਭੋਲੇਨਾਥ ਦੇ ਜਿਹੜਾ ਸ਼ਿਵਲਿੰਗ ਹੈ, ਉਹ ਪਵਿੱਤਰ ਸ਼ਿਵਲਿੰਗ, ਪਾਵਨ ਸ਼ਿਵਲਿੰਗ ਨੂੰ ਪੱਥਰ ਕਹਿ ਕੇ ਸੰਬੋਧਨ ਕੀਤਾ, ਸਾਨੂੰ ਉਸ ਚੀਜ਼ ਤੋਂ ਪੂਰਾ ਪਰਹੇਜ਼ ਹੈ, ਸਾਨੂੰ ਉਸ ਚੀਜ਼ ਤੋਂ ਅਸੀਂ ਪੂਰੇ ਆਕਰੋਸ਼ ਹੈ, ਸਾਨੂੰ ਬਿਲਕੁਲ ਵੀ ਪਸੰਦ ਨਹੀਂ। ਇਹ ਤੁਸੀਂ ਇਕੱਲਾ ਇਸ ਦੇ ਵਿੱਚ ਹਿੰਦੂ ਭਾਵਨਾਵਾਂ ਨੂੰ ਹੀ ਭੜਕਿਆ ਸਮਝਦੇ ਹੋ ਕਿ ਸਾਰੇ ਜਿਹੜੇ ਧਰਮ ਨੇ ਉਹਨੇ ਸਾਰਿਆਂ ਦੇ ਵਿੱਚ ਬੋਲਿਆ ਜੀ? ਈਸਾਈਆਂ ਵਾਸਤੇ ਵੀ, ਸਿੱਖਾਂ ਵਾਸਤੇ ਵੀ, ਮੁਸਲਮਾਨਾਂ ਵਾਸਤੇ ਵੀ ਤੇ ਹਿੰਦੂਆਂ ਵਾਸਤੇ ਵੀ। ਤੁਹਾਨੂੰ ਕੀ ਲੱਗਦਾ ਜੀ ਵੀ ਇਹਦੇ ਵਿੱਚ ਇਕੱਲੀਆਂ ਹਿੰਦੂ ਲੋਕਾਂ ਦੀਆਂ ਭਾਵਨਾਵਾਂ ਭੜਕੀਆਂ ਨੇ? ਨਹੀਂ, ਇਹਦੇ ਵਿੱਚ ਮੈਂ ਪਹਿਲਾਂ ਵੀ ਕਹਿਣਾ ਆਪਣੀ ਲਾਈਵ ਵੀਡੀਓ 'ਚ ਕਿਹਾ ਸੀ, ਚਾਹੇ ਉਹਨੇ ਕੋਈ ਸਮਾਜ ਨੂੰ ਦੇਣ ਵਾਲਾ ਇੱਕ ਮੈਸੇਜ ਉਹਦੇ 'ਚ ਹੈ, ਉਹਨੇ ਚਾਹੇ ਸਾਰੇ ਧਰਮਾਂ ਦੀ ਗੱਲ ਕੀਤੀ, ਪਰ ਮੈਂ ਬੀਇੰਗ ਏ ਹਿੰਦੂ, ਮੈਂ ਹਿੰਦੂ ਧਰਮ ਦੇ ਵਿੱਚ ਆਸਥਾ ਰੱਖਣ ਵਾਲਾ, ਮੈਂ ਭਗਵਾਨ ਭੋਲੇਨਾਥ ਨੂੰ ਇਸ ਸਮਝਦਾ ਤੇ ਮੇਰੀ ਜ਼ਿੰਮੇਵਾਰੀ ਹਿੰਦੂ ਧਰਮ ਪ੍ਰਤੀ ਥੋੜੀ ਜ਼ਿਆਦਾ ਹੁੰਦੀ ਹੈ, ਤੇ ਇਸ ਕਰਕੇ ਜਿਹੜੇ ਸ਼ਬਦ ਉਹਨੇ ਭਗਵਾਨ ਭੋਲੇਨਾਥ ਨੂੰ ਲੈ ਕੇ ਕੀਤੇ ਨੇ, ਮੈਨੂੰ ਉਹਦਾ ਇਤਰਾਜ਼ ਜ਼ਿਆਦਾ ਹੈ। ਬਾਕੀ ਧਰਮਾਂ ਦੀ ਵੀ ਗੱਲ ਮੈਂ ਜਿੱਥੇ ਕਰਦਾ ਉਹ ਵੀ ਮੰਦਭਾਗੇ ਨੇ, ਕਿਉਂਕਿ ਰਣਜੀਤ ਬਾਵੇ ਦੀ ਜੇ ਹਿਸਟਰੀ ਦੇਖੀ ਜਾਵੇ ਤਾਂ ਉਹ ਕਿਤੇ ਵੀ ਕੋਈ ਵੀ ਉਹ ਗਿਆਨੀ ਨਹੀਂ ਹੈ, ਕੋਈ ਜਥੇਦਾਰ ਨਹੀਂ ਹੈ, ਕੋਈ ਸੰਤ ਨਹੀਂ ਹੈ ਕਿ ਜਿਹਦੀ ਉਹਦੀ ਦਿੱਤੀ ਹੋਈ ਸੇਧ ਨੂੰ ਅਸੀਂ ਮੰਨੀਏ। ਉਹ ਇੱਕ ਲੱਚਰ ਸੰਗੀਤ ਗੀਤਕਾਰ ਹੈ। ਉਹਨੇ ਆਪਣੇ ਫਾਇਦੇ ਲਈ ਉਹ ਗਾਣਾ ਕੱਢਿਆ, ਔਰ ਉਹ ਗਾਣਾ ਵੀ ਉਸ ਟਾਈਮ ਦੇ ਵਿੱਚ ਕੱਢਿਆ ਕਿ ਜਦੋਂ ਸਾਰੀ ਜਨਤਾ ਦੇਸ਼ ਦੀ, ਪੰਜਾਬ ਦੀ ਇਸ ਟਾਈਮ ਫ੍ਰੀ ਬੈਠੀ ਹੈ ਤੇ ਸੋਸ਼ਲ ਮੀਡੀਆ ਤੇ ਐਕਟਿਵ ਹੈ। ਜਿਹੜੀ ਕਾਂਗਰਸ ਪਾਰਟੀ ਨੂੰ ਤੁਸੀਂ ਬਿਲੋਂਗ ਕਰਦੇ ਹੋ ਉਹ ਸੈਕੂਲਰ ਆ, ਸਾਰੇ ਧਰਮਾਂ ਨੂੰ ਮੰਨਦੀ ਆ। ਬਿਲਕੁਲ। ਇਹਦੇ ਵਿੱਚ ਇਕੱਲਾ ਫਿਰ ਤੁਸੀਂ ਇਹ ਕਿਉਂ ਕਹਿ ਸਕਦੇ ਹੋ ਵੀ ਸਾਨੂੰ ਹਿੰਦੂ ਹੀ ਇਕੱਲੇ ਹੋਣ ਦੇ ਨਾਤੇ ਮੈਂ ਕਹਿ ਰਿਹਾ? ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹੈ ਕਿ ਜਿਹੜੀ ਕਾਂਗਰਸ ਪਾਰਟੀ ਹੈ ਉਹ ਬਿਲਕੁਲ ਸੈਕੂਲਰ ਹੈ ਤੇ ਹਮੇਸ਼ਾ ਸੈਕੂਲਰਿਜ਼ਮ ਦੀ ਗੱਲ ਕਰਦੀ ਆਈ ਹੈ। ਇਸ ਟਾਈਮ ਚਾਹੇ ਮੇਰਾ ਚਿਹਰਾ ਕਾਂਗਰਸੀ ਹੋਣ ਦੇ ਨਾਤੇ ਤੁਸੀਂ ਦੇਖ ਰਹੇ ਹੋ, ਸ਼ਾਇਦ ਮੈਨੂੰ ਤੁਸੀਂ ਪਛਾਣਦੇ ਹੋ ਕਿ ਮੈਂ ਕਾਂਗਰਸੀ ਲੀਡਰ ਹਾਂ, ਪਰ ਇਹ ਜਿਹੜਾ ਮੇਰੇ ਵਿਚਾਰ ਹੈ ਕਾਂਗਰਸ ਪਾਰਟੀ ਨੂੰ ਪਿੱਛੇ ਛੱਡ ਕੇ ਵੀ ਭਗਵਾਨ ਭੋਲੇਨਾਥ ਦੇ ਲਈ ਮੇਰੀ ਆਸਥਾ ਦਾ ਕੇਂਦਰ ਹੈ, ਕਿਉਂਕਿ ਮੈਂ ਉਹਨਾਂ ਨੂੰ ਆਪਣਾ ਈਸ਼ਟ ਮੰਨਦਾ ਹਾਂ ਕਿ ਮੇਰੇ ਭਗਵਾਨ ਭੋਲੇਨਾਥ ਦੇ ਬਾਰੇ ਹਿੰਦੂ ਹੋਣ ਦੇ ਨਾਤੇ ਇਹ ਮੇਰਾ ਫਰਜ਼ ਬਣਦਾ ਹੈ ਕਿ ਮੈਂ ਉਹਦੇ ਖਿਲਾਫ ਜਿੰਨਾ ਵੀ ਰੋਸ਼ ਹੋ ਸਕੇ ਉਹ ਕਰਾਂ। ਇਹ ਤਾਂ ਲੋਕਡਾਊਨ ਦੀ ਮਜਬੂਰੀ ਸੀ, ਨਹੀਂ ਤਾਂ ਮੈਂ ਕਿਤੇ ਨਾ ਕਿਤੇ ਉਹਦੇ ਖਿਲਾਫ ਪਰਚਾ ਦਰਜ ਕਰਵਾਉਣ ਵਾਸਤੇ ਮੈਨੂੰ ਆਪ ਨੂੰ ਵੀ ਜੇ ਕੋਈ ਮਿਹਨਤ ਕਰਨੀ ਪੈਂਦੀ ਤਾਂ ਮੈਂ ਉਹਦੇ ਲਈ ਵੀ ਗੁਰੇਜ਼ ਨਹੀਂ ਕਰਦਾ। ਜਿਹੜਾ ਸਰ ਤੁਸੀਂ ਕਹਿੰਦੇ ਹੋ ਇਹਦੇ ਵਿੱਚ ਗਊ ਮੂਤਰ ਵੀ ਉਹਨੇ ਕਿਹਾ ਵਿੱਚ ਇੱਕ ਜਗ੍ਹਾ ਤੇ, ਪਰ ਉਹਨੇ ਭਗਵਾਨ, ਤੁਸੀਂ ਕਹਿੰਦੇ ਨਾ ਸ਼ਿਵ ਜੀ ਦਾ ਕਿਹਾ ਉਹਨਾਂ ਨੇ, ਭਗਵਾਨ ਸ਼ਿਵ ਦਾ ਮੈਂ ਵੀ ਸਤਿਕਾਰ ਕਰਦਾ, ਅਸੀਂ ਸਾਰੇ ਸਤਿਕਾਰ ਕਰਦੇ ਹਾਂ। ਭਗਵਾਨ ਸ਼ਿਵ ਦਾ ਉਹਨੇ ਪਾਰਟੀਕੂਲਰ ਨਾਮ ਨਹੀਂ ਲਿਆ। ਜਿਹੜੇ ਮੇਰਾ ਕੁਐਸਚਨ ਪੂਰਾ ਹੋ ਜਾਂਦੇ ਹੋ, ਜਿਹੜਾ ਕਿ ਪੱਥਰਾਂ ਦੇ ਉਹਨੇ ਦੁੱਧ ਕਿਹਾ, ਤੁਹਾਨੂੰ ਇਸ ਬਾਰੇ, ਤੁਸੀਂ ਬਹੁਤ ਸੀਨੀਅਰ ਹੋ ਸਾਡੇ ਤੋਂ, ਤੁਹਾਨੂੰ ਪਤਾ ਹੋਣਾ ਇਸ ਚੀਜ਼ ਦਾ ਕਿ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਵੀ ਜੀ ਦੁੱਧ ਨਾਲ ਧੋਤਾ ਜਾਂਦਾ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਕੱਲ ਤੋਂ ਲੈ ਕੇ ਹੁਣ ਤੱਕ ਕਈ ਇਹੋ ਜਿਹੀਆਂ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਜਿਹਦੇ ਵਿੱਚ ਦਰਬਾਰ ਸਾਹਿਬ ਨੂੰ ਦੁੱਧ ਦੇ ਨਾਲ ਧੋਤਾ ਜਾ ਰਿਹਾ। ਨਹੀਂ, ਹੋਰ ਵੀ ਬਹੁਤ ਗੁਰਧਾਮ ਨੇ ਜਿਹੜੇ ਧੋਤੇ ਜਾ ਰਹੇ। ਹੋਰ ਵੀ ਜਦੋਂ ਗਊਮੂਤਰ ਤੇ ਪੱਥਰ, ਇਹ ਗਊਮੂਤਰ ਤੇ ਪੱਥਰ ਜਿਹੜੇ ਹੈ ਸਨਾਤਨ ਸੰਸਕ੍ਰਿਤੀ ਦੇ ਵਿੱਚ ਹੀ ਆਉਂਦੇ ਨੇ, ਤੇ ਉਹਦਾ ਜਿਹੜਾ ਇਸ਼ਾਰਾ ਹੈ, ਜੇ ਕੋਈ ਆਮ ਕੋਈ ਬੁੱਧੀਜੀਵੀ ਬੰਦਾ ਜੇ ਸਮਝਣਾ ਚਾਹਵੇ ਤਾਂ ਉਹ ਸਮਝ ਸਕਦਾ ਹੈ ਕਿ ਉਹਦਾ ਇਸ਼ਾਰਾ ਭਗਵਾਨ ਭੋਲੇਨਾਥ ਵੱਲ ਹੈ। ਜਿਹੜੇ ਉਹਨੇ ਵਿੱਚ ਗਾਤਰੇ ਦਾ ਵੀ ਜ਼ਿਕਰ ਕੀਤਾ, ਉਹਨੇ ਬਾਣੇ ਦਾ ਵੀ ਜ਼ਿਕਰ ਕੀਤਾ ਜੀ, ਵਿੱਚ ਉਹਨੇ ਕ੍ਰਾਸ ਦਾ ਵੀ ਕੀਤਾ ਜ਼ਿਕਰ।
ਤੇ ਇਹਦੇ ਨਾਲ ਤੁਹਾਨੂੰ ਇਦਾਂ ਹੀ ਕਿਉਂ ਲੱਗਿਆ ਵੀ ਜਿਹੜਾ ਪੱਥਰ ਆ ਉਹ ਸ਼ਿਵ ਭਗਵਾਨ ਨੇ ਕਿਹਾ? ਮੈਂ ਫਿਰ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਗਊਮੂਤਰ ਤੇ ਪੱਥਰ ਇਹ ਦੋਨੇ ਸਨਾਤਨ ਸੰਸਕ੍ਰਿਤੀ ਦਾ ਹੀ ਅੰਗ ਹੈ। ਇਹ ਕਿਸੇ ਵੀ ਹੋਰ ਧਰਮ ਦੇ ਵਿੱਚ ਗਊਮੂਤਰ ਨੂੰ ਇੰਨੀ ਮਹਾਨਤਾ ਜਾਂ ਇੰਨਾ ਪੂਜਿਆ ਨਹੀਂ ਜਾਂਦਾ ਜਿੰਨਾ ਸਨਾਤਨ ਸੰਸਕ੍ਰਿਤੀ ਦੇ ਵਿੱਚ ਪੂਜਿਆ ਜਾਂਦਾ। ਜੇ ਆਪਾਂ ਗੱਲ ਕਰੀਏ ਦੂਸਰੇ ਕਿਸੇ ਧਰਮਾਂ ਦੀ, ਹੁਣ ਮੈਂ ਕਿਸੇ ਵੀ ਹੋਰ ਬਵਾਲ ਦੇ ਵਿੱਚ ਨਹੀਂ ਆਉਣਾ ਚਾਹੁੰਦਾ, ਮੈਂ ਸਾਰੇ ਧਰਮਾਂ ਦਾ ਆਦਰ ਕਰਦਾ, ਚਾਹੇ ਉਹ ਸਿੱਖੀ ਧਰਮ ਹੋਵੇ, ਚਾਹੇ ਉਹ ਈਸਾਈ ਭਾਈਚਾਰਾ ਹੋਵੇ, ਚਾਹੇ ਉਹ ਮੁਸਲਿਮ ਹੋਵੇ। ਪਰ ਜਿਹੜੀਆਂ ਚੀਜ਼ਾਂ ਉਹਨੇ ਹਿੰਦੂ ਧਰਮ ਨੂੰ ਲੈ ਕੇ ਸਟਾਰਟਿੰਗ ਦੇ ਵਿੱਚ ਕਹੀਆਂ, ਫਿਰ ਦੂਜੇ ਪਾਸੇ ਉਹ ਕਹਿ ਵੀ ਰਿਹਾ ਕਿ ਜੇ ਮੈਂ ਸੱਚ ਬੋਲਦਾ ਤਾਂ ਯੁੱਧ ਹੋ ਜਾਣਾ। ਜਦੋਂ ਤੈਨੂੰ ਪਤਾ ਹੈ ਕਿ ਉਹ ਸ਼ੈਤਾਨੀ ਦਿਮਾਗ ਦੇ ਨਾਲ ਉਹ ਗੱਲਾਂ ਉਹ ਕਰਨ ਜਾ ਰਿਹਾ, ਤੇ ਉਹਨੂੰ ਪਤਾ ਵੀ ਹੈ ਵੀ ਯੁੱਧ ਹੋ ਜਾਣਾ, ਤੇ ਫਿਰ ਅੱਜ ਉਹ ਯੁੱਧ ਹੋ ਗਿਆ। ਇਹ ਜਿਹੜਾ ਸਰ ਤੁਸੀਂ ਕਹਿੰਦੇ ਹੋ ਵੀ ਗਊਮੂਤਰ ਸ਼ੁੱਧ ਆ, ਅਸੀਂ ਵੀ ਮੰਨਦੇ ਹਾਂ ਜੀ ਗਊਮੂਤਰ ਸ਼ੁੱਧ ਆ। ਜਿਹੜੇ ਬਾਬਾ ਰਾਮਦੇਵ ਨੇ ਉਹ ਗਊਮੂਤਰ ਸ਼ਾਇਦ ਆਪਦੇ ਸਕੂਲਾਂ ਤੇ ਵੇਚਦੇ ਵੀ ਨੇ। ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀਆਂ ਗਾਵਾਂ ਰੋਡਾਂ ਦੇ ਉੱਤੇ ਘੁੰਮਦੀਆਂ ਨੇ, ਸੜਕਾਂ ਤੇ ਘੁੰਮਦੀਆਂ ਨੇ, ਵੀ ਉਹਨਾਂ ਨੂੰ ਸੰਭਾਲਣ ਵਾਸਤੇ ਹਿੰਦੂ ਜਥੇਬੰਦੀਆਂ ਜਾਂ ਸਿੱਖ ਜਥੇਬੰਦੀਆਂ ਦੇ ਵਿੱਚ ਇੱਕ ਬਾਬਾ ਪਾਲਾ ਜੀ ਸਾਂਭਦੇ ਰਹੇ ਨੇ ਬਹੁਤ ਸਾਰੀਆਂ ਗਾਵਾਂ ਨੂੰ, ਤੇ ਉਹ ਜਿਹੜੀਆਂ ਗਾਵਾਂ ਜਿਹੜੀਆਂ ਏਦਾਂ ਘੁੰਮਦੀਆਂ ਨੇ ਸੜਕਾਂ ਦੇ ਉੱਤੇ, ਉਹਨਾਂ ਨੂੰ ਉਹਨਾਂ ਨੂੰ ਸੰਭਾਲ ਕਰਕੇ ਉਹਨਾਂ ਦਾ ਉਹ ਗਊਮੂਤਰ ਵੇਚ ਕੇ, ਉਹਨੂੰ ਜਿਹੜਾ ਗਊਮੂਤਰ ਆ ਉਹਨੂੰ ਵੇਚ ਕੇ ਬਹੁਤ ਸਾਰੇ ਲੋਕਾਂ ਦੀਆਂ ਬਿਮਾਰੀਆਂ ਵੀ ਦੂਰ ਕੀਤੀਆਂ, ਤੇ ਜਿਹੜੀ ਉਹਦੇ ਤੋਂ ਇਨਕਮ ਆ ਜੀ ਉਹ ਸਮਾਜ ਤੇ ਲਾਈ ਜਾ ਸਕਦੀ ਹੈ। ਬਿਲਕੁਲ, ਬਹੁਤ ਵਧੀਆ ਸਵਾਲ ਹੈ। ਮੈਂ ਅੱਜ ਤੋਂ ਮੈਨੂੰ ਹੁਣ ਸ਼ਾਇਦ ਦਿਨ ਯਾਦ ਨਹੀਂ ਹੈ, ਮੈਂ ਮਨਾਲੀ ਤੋਂ ਵਾਪਸ ਆ ਰਿਹਾ ਸੀ। ਇਸ ਟੌਪਿਕ ਤੇ ਵੀ ਮੈਂ ਲਾਈਵ ਵੀਡੀਓ ਪਾਈ ਸੀ ਔਰ ਮੈਂ ਆਪਣੀ ਸਰਕਾਰ ਨੂੰ ਘੇਰਿਆ ਸੀ ਕਿ ਜਿਹੜਾ ਅਸੀਂ ਕਾਊ ਸੈਸ ਅਸੀਂ ਲੈ ਰਹੇ ਹਾਂ ਉਹ ਕਿਤੇ ਨਾ ਕਿਤੇ ਮਿਸਯੂਜ਼ ਹੋ ਰਿਹਾ, ਕਿਉਂਕਿ ਜਦੋਂ ਮੈਂ TS1 ਲੈਣ ਮਿਊਨਿਸਪਲ ਕਾਰਪੋਰੇਸ਼ਨ ਗਿਆ ਸੀ ਤਾਂ ਉਹਦੇ ਵਿੱਚ ਥੱਲੇ ਐਡੀਸ਼ਨ ਸੀ ਕਾਊ ਸੈਸ, ਪਰ ਉਹ ਮੈਂ ਗਾਵਾਂ ਦੇਖੀਆਂ ਸੀ ਕਿ ਮਨਾਲੀ ਤੋਂ ਵਾਪਸ ਆਉਂਦੇ ਵੀ ਉਹ ਹਾਈਵੇ ਤੇ ਵੀ ਘੁੰਮ ਰਹੀਆਂ ਸੀ। ਤਾਂ ਇਹ ਮੁੱਦਾ ਜਿਹੜਾ ਹੈ ਇਹ ਕੋਈ ਕਿਸੇ ਸਟੇਟ ਨਾਲ ਰਿਲੇਟਡ ਨਹੀਂ, ਇਹ ਇੱਕ ਨੈਸ਼ਨਲ ਮੁੱਦਾ ਹੈ। ਤੇ ਜੇ ਹੁਣ ਅਸੀਂ ਗੱਲ ਕਰੀਏ, ਨਹੀਂ ਮੁੱਦਾ ਮੇਰਾ ਇਹ ਸੀਗਾ ਜੀ ਵੀ ਆਪਣੇ ਤੁਸੀਂ ਕਹਿ ਰਹੇ ਹੋ ਵੀ ਅਸੀਂ ਹਿੰਦੂ ਜਥੇਬੰਦੀਆਂ ਦੇ ਨਾਲ ਸੰਬੰਧ ਰੱਖਦੇ ਹਾਂ, ਤੁਸੀਂ ਜਿਹੜਾ ਭਾਈਚਾਰਾ ਵਾ ਉਹਦੇ ਤੁਸੀਂ ਕਾਂਗਰਸ ਦੇ ਵਿੱਚ ਚਲੋ ਐਕਟਿਵ ਵੀ ਹੋ, ਤੁਸੀਂ ਨਹੀਂ ਇਹ ਕਰ ਸਕਦੇ ਕਿ ਉਹਨਾਂ ਗਾਵਾਂ ਨੂੰ ਜਿਹੜੀਆਂ ਸੜਕਾਂ ਤੇ ਫਿਰਦੀਆਂ ਉਹਦੇ ਵਿੱਚ ਪਤਾ ਜੇ ਤੁਸੀਂ ਉਹਨਾਂ ਦੀ ਸਾਂਭ ਸੰਭਾਲ ਕਰਦੇ ਹੋ, ਇੱਕ ਤਾਂ ਉਹਦੇ ਤੋਂ ਗਊਮੂਤਰ ਜਿਹੜਾ ਤੁਸੀਂ ਸ਼ੁੱਧ ਕਹਿੰਦੇ ਹੋ ਉਹਦੇ ਤੋਂ ਲੋਕਾਂ ਦੀਆਂ ਬਿਮਾਰੀਆਂ ਵੀ ਦੂਰ ਹੋ ਸਕਦੀਆਂ, ਉਹ ਇਨਕਮ ਆ ਜਿਹੜੀ ਤੁਹਾਡੇ ਤੇ ਜਿਹੜੀ ਉਹਨਾਂ ਤੋਂ ਹੋਊਗੀ ਉਹ ਆਪਾਂ ਸਮਾਜ ਦੇ ਉੱਤੇ ਲਾ ਸਕਦੇ ਹਾਂ। ਇਹ ਕਿਉਂ ਨਹੀਂ ਕੀਤਾ ਜਾ ਰਿਹਾ? ਦੇਖੋ ਤੁਹਾਡਾ ਮੈਸੇਜ ਬਿਲਕੁਲ ਸਹੀ ਹੈ। ਮੈਂ ਇੱਕ ਛੋਟਾ ਜਿਹਾ ਕਾਂਗਰਸ ਵਰਕਰ, ਮੈਂ ਕਿਸੇ ਪਾਵਰ 'ਚ ਨਹੀਂ ਹਾਂ, ਪਰ ਮੇਰੇ ਦਿਲ ਦੇ ਵਿੱਚ ਕਈ ਭਾਵਨਾਵਾਂ ਇਦਾਂ ਦੀਆਂ ਆਉਂਦੀਆਂ ਨੇ, ਨਾ ਚਾਹ ਕੇ ਵੀ ਮੈਂ ਕੋਈ ਇਦਾਂ ਦਾ ਡਿਸੀਜਨ ਆਪਣੀ ਜਿਹੜੀ ਵੀ ਸਾਡੀ ਸੁਪਰੀਮ ਅਥਾਰਟੀ ਹੈ ਮੈਂ ਉਹਨਾਂ ਕੋਲ ਟਾਈਮ ਟੂ ਟਾਈਮ ਲੈ ਕੇ ਜਾਂਦਾ ਰਹਿੰਦਾ। ਪਰ ਹੁਣ ਇਹਨਾਂ ਦੇ ਪਿੱਛੇ ਸਰਕਾਰਾਂ ਦੀਆਂ ਕੀ ਮਜਬੂਰੀਆਂ ਜਾਂ ਸਰਕਾਰਾਂ ਨੇ ਕੀ ਐਕਸ਼ਨ ਲੈਣਾ ਇਹ ਉਹਨਾਂ ਤੇ ਡਿਪੈਂਡ ਕਰਦਾ। ਜੇ ਮੇਰੇ ਹੱਥ 'ਚ ਜਿਸ ਦਿਨ ਪਾਵਰ ਆਏਗੀ ਤਾਂ ਮੈਂ ਫਿਰ ਕੋਈ ਐਕਸ਼ਨ ਕਰਕੇ ਵੀ ਇਸ ਤੇ ਦਿਖਾਵਾਂਗਾ, ਪਰ ਮੈਂ ਹਜੇ ਕਿਸੇ ਪਾਵਰ 'ਚ ਨਹੀਂ ਹੈ, ਇਸ ਕਰਕੇ ਬੜੀ ਮਜਬੂਰੀਆਂ ਕਈ ਵਾਰ ਪਰਸਨਲ ਤੌਰ ਤੇ ਕੋਈ ਰੱਖੀ ਆ ਗਊ? ਨਹੀਂ, ਮੈਂ ਪਰਸਨਲ ਤੌਰ ਤੇ ਗਊ ਕੋਈ ਨਹੀਂ ਰੱਖੀ ਹੈ। ਔਰ ਪਰ ਮੈਂ ਤੁਹਾਨੂੰ ਇੱਕ ਗੱਲ ਬਿਲਕੁਲ ਯਕੀਨ ਦੇ ਨਾਲ ਕਹਿਣਾ ਕਿ ਮੈਂ ਪਿਛਲੇ 2 ਤੋਂ 2.5 ਸਾਲ ਤੋਂ ਨਿਰੰਤਰ ਗਊਸ਼ਾਲਾ ਜਾਣਾ, ਤੇ ਮੈਂ ਆਪਣੇ ਫੇਸਬੁੱਕ ਤੇ ਅਪਡੇਟ ਵੀ ਕਰਦਾ। ਹੁਣ ਵੀ ਲੋਕਡਾਊਨ ਦੇ ਵਿੱਚ ਵੀ ਜਦ ਕਿ ਸਾਰੇ ਮੰਦਿਰ ਬੰਦ ਸੀ ਤਾਂ ਮੈਨੂੰ ਕਈ ਮੇਰੇ ਦੋਸਤਾਂ ਨੇ ਪੁੱਛਿਆ ਵੀ ਸੀ ਕਿ ਸਾਰੇ ਮੰਦਿਰ ਬੰਦ ਹੈ ਪਰ ਮੈਂ ਕਿਹੜੇ ਮੰਦਿਰ ਜਾਂ ਗਊਸ਼ਾਲਾ ਦੇ ਵਿੱਚ ਜਾ ਰਿਹਾ। ਇਹ ਸਾਡੀ ਨਿਰੰਤਰ ਸੇਵਾ। ਸਾਡੇ ਘਰ ਜਦੋਂ ਪਹਿਲੀ ਰੋਟੀ ਪੱਕਦੀ ਹੈ ਤਾਂ ਉਹ ਗਊ ਮਾਤਾ ਦੀ ਪੱਕਦੀ ਹੈ। ਇਸ ਚੀਜ਼ ਨੂੰ ਮੰਨਦੇ ਹੋ ਵੀ ਜਿਹੜੇ ਹਿੰਦੂ ਕੁਝ ਆਗੂ ਨੇ ਜਾਂ ਕੁਝ ਬਿਜ਼ਨਸਮੈਨ ਨੇ ਵੀ ਉਹ ਬੀਫ ਦਾ ਮੀਟ ਵੇਚਦੇ ਨੇ? ਬਿਲਕੁਲ, ਜਿਹੜੇ ਵੀ ਵੇਚਦੇ ਨੇ ਉਹ ਬਹੁਤ ਹੀ ਮੰਦਭਾਗੀ ਘਟਨਾ ਹੈ। ਬੀਫ ਵੇਚਣਾ, ਗਾਂ ਨੂੰ ਕੱਟਣਾ, ਗਾਂ ਸਾਡੇ ਲਈ ਮਾਤਾ ਹੈ, ਸਾਡੇ ਲਈ ਪੂਜਨੀय ਹੈ। 33 ਕਰੋੜ ਦੇਵੀ ਦੇਵਤਾ, ਜਦੋਂ ਵੀ ਤੁਸੀਂ ਕਿਤੇ ਇਸ ਇਤਿਹਾਸ ਬਾਰੇ ਦੇਖੋਗੇ ਜਾਂ ਨਿਗਾਹ ਮਾਰੋਗੇ, ਝਾਕੀ ਮਾਰੋਗੇ ਤਾਂ ਉਹਦੇ ਵਿੱਚ ਹਰ ਇੱਕ ਭਗਵਾਨ ਦਾ ਉਹਦੇ ਵਿੱਚ ਪ੍ਰਵੇਸ਼ ਹੈ। ਤੁਸੀਂ ਇਹ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਬਹੁਤ ਸਾਰੇ ਹਿੰਦੂ ਜਥੇਬੰਦੀਆਂ ਜਿਹੜੇ ਨੇ ਬਿਜ਼ਨਸਮੈਨ ਨੇ ਉਹ ਗਊ ਦਾ ਮੀਟ ਵੇਚਦੇ ਨੇ, ਬੀਫ ਵੇਚਦੇ ਨੇ, ਤੁਸੀਂ ਉਹਨਾਂ ਦੇ ਖਿਲਾਫ ਅੱਜ ਤੱਕ ਕੋਈ ਕੀਤੀ ਹੈ? ਕਿਉਂਕਿ ਗਾਣਾ ਤਾਂ ਇੱਕ ਬਹੁਤ ਛੋਟਾ ਜਿਹਾ ਮੁੱਦਾ, ਇਹਦੇ ਖਿਲਾਫ ਬਹੁਤ ਸਾਰੇ ਲੋਕਾਂ ਨੇ ਕਰ ਵੀ ਦਿੱਤਾ। ਇਹ ਬਹੁਤ ਵੱਡੀ ਗੱਲ ਹੈ ਜੀ। ਗਊ ਮਾਤਾ ਅਸੀਂ ਮੰਨਦੇ ਹਾਂ, ਅਸੀਂ ਕਿਸੇ ਧਰਮ ਨੂੰ ਮੰਨਦੇ ਹਾਂ, ਉਹਦੇ ਵਿੱਚ ਕਿਸੇ ਚੀਜ਼ ਨੂੰ ਮਾਤਾ ਮੰਨਣਾ ਤੇ ਉਹਨੂੰ ਕੱਟ ਕੇ ਵੇਚਣਾ, ਉਹਨਾਂ ਦੇ ਖਿਲਾਫ ਤੁਹਾਡਾ ਕੀ ਐਕਸ਼ਨ ਰਿਹਾ? ਦੇਖੋ, ਮੈਂ ਤੁਹਾਨੂੰ ਫੇਰ ਇਹੀ ਕਹਿ ਰਿਹਾ ਕਿ ਮੈਂ ਇੱਕ ਛੋਟਾ ਜਿਹਾ ਨੁਮਾਇੰਦਾ ਹਾਂ। ਨਹੀਂ, ਪਰਸਨਲ ਤੌਰ ਤੇ ਮੈਂ ਪਰਸਨਲ ਤੌਰ ਤੇ ਦੇਖੋ, ਮੈਂ ਹੈਬੋਵਾਲ ਦਾ ਵਾਸੀ ਜਾਂ ਲੁਧਿਆਣੇ ਦਾ ਵਾਸੀ। ਜਿੱਥੇ ਤੱਕ ਮੇਰੀ ਅਪਰੋਚ ਹੁੰਦੀ ਹੈ, ਜੇ ਮੇਰੇ ਸਾਹਮਣੇ ਕੋਈ ਏਦਾਂ ਦੀ ਘਟਨਾ ਹੁੰਦੀ ਹੈ ਤੇ ਜਿੱਥੇ ਤੱਕ ਕਾਨੂੰਨ ਦੀ ਕੋਈ ਪਾਲਣਾ ਨਹੀਂ ਕਰ ਰਿਹਾ ਹੁੰਦਾ ਤਾਂ ਮੈਂ ਕਾਨੂੰਨ ਦੀ ਪਾਲਣਾ ਕਰਵਾਉਣ ਵਾਸਤੇ ਉਸ ਤੇ ਉਹ ਐਕਸ਼ਨ ਜਿੰਨੀ ਵੀ ਜ਼ਰੂਰਤ ਹੁੰਦੀ ਹੈ ਮੈਂ ਕੋਸ਼ਿਸ਼ ਕਰਦਾ। ਪਰ ਗੱਲ ਜੇ ਹੁਣ ਅਸੀਂ ਕਰੀਏ ਆਲ ਓਵਰ ਇੰਡੀਆ ਦੀ, ਤੇ ਮਾਨਯੋਗ ਨਰਿੰਦਰ ਮੋਦੀ ਜੀ ਨੇ ਉਹ ਉਸ ਪਾਰਟੀ ਤੋਂ ਬਿਲੋਂਗ ਕਰਦੇ ਨੇ ਜਿਹਦੇ ਵਿੱਚ ਉਹ ਗਊ ਨੂੰ ਮਾਤਾ ਦਾ ਵੀ ਦਰਜਾ ਦਿੰਦੇ ਨੇ। ਅੱਜ ਜ਼ਿੰਮੇਵਾਰੀ
ਜਿੱਥੇ ਪ੍ਰਧਾਨ ਮੰਤਰੀ ਮੋਦੀ ਜੀ ਦੀ ਬਣਦੀ ਨੇ ਉਹ ਕਾਨੂੰਨ ਬਣਾ ਕੇ ਜਿੱਥੇ ਲਵਾਰਸ ਗਾਵਾਂ ਘੁੰਮ ਰਹੀਆਂ ਨੇ ਤੇ ਉਹ ਉਹਨਾਂ ਨੂੰ ਸਾਰੀਆਂ ਗਾਵਾਂ ਨੂੰ ਉਹ ਉੱਥੇ ਉਹਨਾਂ ਦੇ ਵਾਜਬ ਜਗ੍ਹਾ ਤੇ ਪਹੁੰਚਾਇਆ ਜਾ ਸਕਦਾ ਹੈ। ਇਹੀ ਤਾਂ ਗੱਲ ਹੈ ਨਾ ਜੀ, ਜਿਹੜੀਆਂ ਇਸ ਟਾਈਮ ਸੜਕਾਂ ਤੇ ਘੁੰਮਦੀਆਂ ਉਹਦੇ ਵਿੱਚ ਇਦਾਂ ਕਿਸਾਨ ਵੀਰਾਂ ਦਾ ਵੀ ਨੁਕਸਾਨ ਹੋ ਰਿਹਾ, ਠੀਕ ਹੈ ਜੀ। ਜਿਹੜੇ ਰੋਡਾਂ ਦੇ ਉੱਤੇ ਐਕਸੀਡੈਂਟ ਵੀ ਹੋ ਰਹੇ ਨੇ। ਜਿਹੜੀਆਂ ਉਹ ਅਵਾਰਾ ਗਾਵਾਂ ਨੂੰ ਸਾਂਭਿਆ ਜਾ ਸਕਦਾ ਉਹਦੇ ਲਈ ਤੁਸੀਂ ਆਪਣੇ ਤੌਰ ਤੇ ਜੇ ਉਪਰਾਲਾ ਨਹੀਂ ਕਰ ਸਕਦੇ, ਜਿਹੜੇ ਵੇਚ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਤੁਸੀਂ ਲਿਖ ਤਾਂ ਸਕਦੇ ਹੋ, ਲਿਖਿਆ ਜੀ ਅੱਜ ਤੱਕ ਸਰਕਾਰਾਂ ਨੂੰ ਜਾਂ ਕਿਸੇ ਨੂੰ? ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਲਾਈਵ ਵੀਡੀਓ ਜਿਹੜੀ ਕਿ ਮਨਾਲੀ ਤੋਂ ਆਉਂਦੇ ਹੋਏ ਮੈਂ ਪਾਈ ਸੀ। ਅੱਜ ਕੱਲ ਸੋਸ਼ਲ ਮੀਡੀਆ ਦਾ ਇੰਪੈਕਟ ਇੰਨੀ ਜਲਦੀ ਹੁੰਦਾ ਹੈ, ਐਕਸ਼ਨ ਜਲਦੀ ਇੰਨੀ ਹੁੰਦਾ ਹੈ ਕਿ ਲੋਕ ਤੁਹਾਨੂੰ ਸਾਇਲੈਂਟਲੀ ਬੜੇ ਵਾਚ ਕਰ ਰਹੇ ਹੁੰਦੇ। ਜ਼ਰੂਰੀ ਨਹੀਂ ਕਿ ਤੁਹਾਡੇ ਲਾਈਕ ਕਮੈਂਟਸ ਜ਼ਿਆਦਾ ਆਉਣਗੇ, ਤੁਹਾਡੇ ਵਿਊਅਰ ਤੁਹਾਡੇ ਜਿਹੜੇ ਕਿ ਉਹ ਮਾਇਨੇ ਰੱਖਦੇ ਨੇ। ਜ਼ਰੂਰੀ ਨਹੀਂ ਕਿ ਹਰ ਵਾਰੀ ਆਪਾਂ ਲਿਖਤ ਕੰਪਲੇਂਟ ਕਰੀਏ। ਮੈਂ ਟਾਈਮ ਟੂ ਟਾਈਮ ਇਸ ਚੀਜ਼ਾਂ ਤੇ ਲਾਈਵ ਹੋ ਕੇ ਸਮਾਜ ਨੂੰ ਸੰਦੇਸ਼ ਦਿੰਦਾ ਰਿਹਾ, ਸਰਕਾਰਾਂ ਨੂੰ ਵੀ ਦਿੰਦਾ ਰਿਹਾ। ਪਰ ਹੁਣ ਇਹ ਸਰਕਾਰਾਂ ਦੀ ਮਜਬੂਰੀਆਂ ਹੈ ਕਿ ਕਿੱਥੇ ਉਹ ਜਾ ਕੇ ਸੁੱਤੀਆਂ ਪਈਆਂ ਨੇ ਕਿ ਉਹਨਾਂ ਨੂੰ ਨਹੀਂ ਪਤਾ, ਪਰ ਉਹਨਾਂ ਦੇ ਵੀ ਕਿਤੇ ਨਾ ਕਿਤੇ ਹੱਥ ਖੜੇ ਨੇ। ਕਾਓ ਸੈਸ ਵੀ ਲੈ ਰਹੇ ਨੇ ਪਰ ਕੰਮ ਵੀ ਕੋਈ ਨਹੀਂ ਕਰ ਰਹੇ। ਮੈਂ ਇਸ ਟੌਪਿਕ ਤੇ ਇਸ਼ੂ ਤੇ ਲਾਈਵ ਵੀਡੀਓ ਕਰ ਚੁੱਕੇ ਹਾਂ ਕਿ ਜਾਂ ਤਾਂ ਕਾਓ ਸੈਸ ਬੰਦ ਕਰ ਦਿਓ ਜਾਂ ਫਿਰ ਗਊਆਂ ਨੂੰ ਸੰਭਾਲ ਦਿਓ। ਜਿਹੜਾ ਡਾਕਟਰ ਅੰਬੇਡਕਰ ਨੂੰ ਜਾਣਦੇ ਹੋ? ਜੀ ਮੰਨਦੇ ਉਹਨਾਂ ਨੂੰ ਸੰਵਿਧਾਨ ਜਿਹੜਾ ਸਾਡਾ ਇੰਡੀਆ ਦਾ ਲਿਖਿਆ ਉਹਨਾਂ ਨੇ? ਜੀ। ਉਹਨਾਂ ਦੇ ਪੋਤੇ ਰਾਜਰਤਨ ਨੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਇੱਕ ਬੀਫ ਵੇਚਣ ਵਾਲੀ ਸ਼ਾਪ ਦੇ ਮੂਹਰੇ ਖੜ ਕੇ ਉਹ ਵੀਡੀਓ ਪਾਈ ਸੀ ਜਿਹਦਾ ਕਿ ਨਾਮ ਬ੍ਰਾਹਮਣ ਬੀਫ ਸੀ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਮੈਂ ਭੀਮ ਰਾਓ ਅੰਬੇਦਕਰ ਸਾਡੇ ਸੰਵਿਧਾਨ ਦੇ ਨਿਰਮਾਤਾ ਨੇ। ਉਹਨਾਂ ਨੇ ਜੋ ਸੰਵਿਧਾਨ ਉਦੋਂ ਬਣਾਇਆ ਅੱਜ ਉਸੇ ਸੰਵਿਧਾਨ ਦੇ ਤਹਿਤ ਅਸੀਂ ਸਾਰੇ ਚੱਲ ਰਹੇ ਹਾਂ। ਉਹਨਾਂ ਦੇ ਪੋਤਰੇ ਨੇ ਜਿਹੜੀ ਵੀ ਤੁਸੀਂ ਉਹ ਘਟਨਾ ਜਿਹੜੇ ਦੇਸ਼ ਦੀ ਦੱਸੀ ਹੈ ਕਿ ਬ੍ਰਾਹਮਣ ਬੀਫ, ਉਹ ਮੇਰੇ ਜਾਣਕਾਰੀ ਦੇ ਵਿੱਚ ਤਾਂ ਨਹੀਂ ਸੀ, ਮੈਂ ਨਹੀਂ ਦੇਖੀ। ਉਹ ਵੀਡੀਓ ਦੇ ਵਿੱਚ ਪਿੱਛੇ ਜਿਹੜੀ ਸ਼ਾਪ ਆ ਉਹਦਾ ਨਾਮ ਬ੍ਰਾਹਮਣ ਬੀਫ ਹੈ। ਇਹਦੇ ਬਾਰੇ ਤੁਸੀਂ ਅੱਜ ਤੱਕ ਕੋਈ ਇਦਾਂ ਦਾ ਲਿਆ ਐਕਸ਼ਨ? ਦੇਖੋ, ਬ੍ਰਾਹਮਣ ਬੀਫ ਇੱਕ ਜਿਹੜੀ ਵੈਸਟਰਨ ਕੰਟਰੀ ਹੈ ਉਹਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਜ਼ਿਆਦਾ ਉਹ ਸੰਸਕ੍ਰਿਤੀ ਨੂੰ ਨਹੀਂ ਮੰਨਦੇ। ਜੇ ਕਿਸੇ ਬੰਦੇ ਨੇ ਉੱਥੇ ਬ੍ਰਾਹਮਣ ਬੀਫ ਦੇ ਨਾਂ ਤੇ ਕੋਈ ਦੁਕਾਨ ਖੋਲੀ ਹੈ ਤੇ ਬੜੀ ਮੰਦਭਾਗੀ ਘਟਨਾ ਹੈ। ਪਰ ਮੈਂ ਉਹ ਵੀਡੀਓ ਮੇਰੇ ਧਿਆਨ 'ਚ ਅੱਜ ਤੱਕ ਨਹੀਂ ਆਈ। ਸਰ, ਬ੍ਰਾਹਮਣ ਲਿਖਿਆ ਹੈ ਜੀ। ਇਹ ਕਿਹੜੇ ਦੇਸ਼ ਦੀ ਘਟਨਾ? ਆਸਟ੍ਰੇਲੀਆ ਦੀ। ਨਾਮ ਹੀ ਬ੍ਰਾਹਮਣ ਹੈ ਜੀ। ਇੱਥੇ ਕੀ ਕਹੋਗੇ ਹਿੰਦੂ ਧਰਮ ਵਾਸਤੇ? ਬਿਲਕੁਲ ਇਹ ਮੰਦਭਾਗਾ ਹੈ। ਇੱਥੇ ਤੱਕ ਜੇ ਮੇਰੀ ਅਪਰੋਚ ਹੁੰਦੀ, ਜੇ ਮੈਂ ਵੀਡੀਓ ਪਹਿਲਾਂ ਦੇਖੀ ਹੁੰਦੀ ਤਾਂ ਮੈਂ ਇਹਦੇ ਲਈ ਵੀ ਰੋਸ ਪ੍ਰਗਟ ਕਰਦਾ। ਤੇ ਜਿੰਨਾ ਕਿ ਮੈਂ ਆਪਣੇ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਲੁਧਿਆਣੇ ਦੇ ਵਿੱਚ ਜੋ ਵੀ ਗਲਤ ਕੰਮ ਹੁੰਦਾ ਉਹਦੇ ਲਈ ਵੀ ਮੈਂ ਰੋਸ ਪ੍ਰਗਟ ਕਰਦਾ। ਪਰ ਹੁਣ ਇਹ ਹੈ ਨਾ ਕਿ ਮੈਂ ਹੁਣ ਆਸਟ੍ਰੇਲੀਆ ਜਾ ਕੇ ਉੱਥੋਂ ਦੀ ਪ੍ਰਧਾਨ ਮੰਤਰੀ ਨਾਲ। ਸਰ, ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਆਸਟ੍ਰੇਲੀਆ ਜਾ ਕੇ ਕੁਝ ਕਰੋ। ਅਸੀਂ ਕਹਿੰਦੇ ਜੀ ਵੀ ਜਿਹੜਾ ਬ੍ਰਾਹਮਣ ਨਾਮ ਰੱਖਿਆ ਹੋਇਆ ਉਹਦੇ ਲਈ ਬਹੁਤ ਉਪਰਾਲੇ ਕੀਤੇ ਜਾ ਸਕਦੇ ਆ ਕਿ ਬ੍ਰਾਹਮਣਾਂ ਦੇ ਨਾਮ ਨੂੰ ਬਦਨਾਮ ਕੀਤਾ, ਉਹਦੇ ਲਈ ਤੁਸੀਂ ਨਹੀਂ ਕਰ? ਬਿਲਕੁਲ, ਮੈਂ ਇਹਦੇ ਲਈ ਉਪਰਾਲੇ ਉਹਦੇ ਲਈ ਕਦੇ ਵੀਡੀਓ ਪਾਓ ਤੁਸੀਂ ਜਿਵੇਂ ਲਾਈਵ? ਬਿਲਕੁਲ, ਤੁਹਾਡੇ ਚੈਨਲ ਦੇ ਮਾਧਿਅਮ ਵੀ ਇਹ ਸੁਨੇਹਾ ਮੈਂ ਦੇਣਾ ਚਾਹੁੰਦਾ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕਿ ਇਸ ਤੇ ਵੀ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ। ਬ੍ਰਾਹਮਣ ਸ਼ਬਦ ਜਿਹੜਾ ਹੈ ਬਹੁਤ ਹੀ ਪਵਿੱਤਰ ਸ਼ਬਦ ਹੈ। ਬ੍ਰਾਹਮਣ ਦੀ ਤੁਲਨਾ ਭਗਵਾਨ ਦੇ ਨਾਲ ਬਰਾਬਰ ਕੀਤੀ ਗਈ। ਉਹ ਸਾਡੇ ਪੁਰੋਹਿਤ ਹੁੰਦੇ ਨੇ, ਅਸੀਂ ਉਹਨਾਂ ਨੂੰ ਪੂਜਦੇ ਨੇ। ਪਰ ਜੇ ਕਿਤੇ ਇਹ ਚੀਜ਼ਾਂ ਇਹ ਜਿਹੜੀ ਵੀਡੀਓ ਹੈ ਇਹ ਜੇ ਸਾਹਮਣੇ ਆਈ ਹੈ ਤੇ ਇਹ ਜ਼ਿੰਮੇਵਾਰੀ ਸਾਡੀਆਂ ਸਰਕਾਰਾਂ ਦੀ ਹੈ, ਕਿਉਂਕਿ ਸਾਡਾ ਉੱਥੇ ਤੱਕ ਮੈਸੇਜ ਹੋ ਸਕਦਾ ਕਿ ਨਾ ਪਹੁੰਚੇ। ਪਰ ਜਿੱਥੇ ਤੱਕ ਸਰਕਾਰਾਂ ਬੈਠੀਆਂ ਨੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਹੜੇ ਕਿ ਆਪ ਇੱਕ ਹਿੰਦੂ ਲੀਡਰ ਵਜੋਂ ਜਾਣੇ ਜਾਂਦੇ ਨੇ, ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਬਾਕੀ ਮੇਰੇ ਲੈਵਲ ਤੇ ਜੋ ਵੀ ਕਾਰਵਾਈ, ਜੋ ਵੀ ਰੋਸ਼ ਹੋਏਗਾ ਉਹ ਮੈਂ ਲਾਈਵ ਵੀਡੀਓ ਤਾਂ ਰਾਹੀਂ ਜਾਂ ਆਪਣੇ ਮੈਮੋਰੰਡਮ ਦੇ ਰਾਹੀਂ ਮੈਂ ਬਿਲਕੁਲ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਭੱਜਦਾ। ਸਰ, ਜਿਹੜਾ ਐਕਸਪੋਰਟ ਕਰਦਾ ਇੰਡੀਆ ਉਹ ਸਰਕਾਰਾਂ ਦੇ ਅੰਡਰ ਹੀ ਕਰਦਾ। ਐਕਸਪੋਰਟ ਸਰਕਾਰਾਂ ਦੀ ਮਰਜ਼ੀ ਤੋਂ ਬਗੈਰ ਨਹੀਂ ਹੋ ਸਕਦਾ। ਸਰਕਾਰਾਂ ਨੂੰ ਇਸ ਚੀਜ਼ ਦੀ ਭਣਕ ਤਾਂ ਹੈਗੀ ਆ ਨਾ ਜੀ, ਪਤਾ ਤਾਂ ਹੈਗਾ ਨਾ ਕਿ ਕੋਈ ਬ੍ਰਾਹਮਣ ਨਾਮ ਤੇ ਚਲਾ ਰਿਹਾ ਤੇ ਇੰਡੀਆ ਦੇ ਵਿੱਚੋਂ ਬੀਫ ਦਾ ਮੀਟ ਜਾ ਰਿਹਾ। ਦੇਖੋ, ਜੇ ਕੋਈ ਐਕਸਪੋਰਟ ਕਰਦਾ, ਮੈਂ ਵੀ ਸੋਸ਼ਲ ਮੀਡੀਆ ਤੇ ਬੜੀਆਂ ਇਦਾਂ ਦੀਆਂ ਵੀਡੀਓ ਪਹਿਲਾਂ ਵੀ ਦੇਖੀਆਂ ਸੀ ਜਿਹਦੇ 'ਚ ਫੈਕਟਰੀ ਲੱਗੀ ਹੋਈ ਹੈ, ਇੱਕ ਗਾਂ ਨੂੰ ਵਿੱਚ ਪਾਉਂਦੇ ਨੇ, ਉਹਦਾ ਮਾਸ ਵੀ ਉੱਤਰਦਾ ਦਿਖਾਉਂਦੇ ਨੇ, ਗਲਾ ਵੀ ਕੱਟਦਾ ਦਿਖਾਉਂਦੇ ਨੇ। ਉਹ ਬੜਾ ਮੰਦਭਾਗਾ ਹੈ ਕਿ ਮੈਂ ਉਹਦੇ ਬਾਰੇ ਦੇਖ ਕੇ ਮਨ ਬੜਾ ਵਿਚਲਿਤ ਹੁੰਦਾ। ਪਰ ਫਿਰ ਮੈਂ ਤੁਹਾਨੂੰ ਉਹੀ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਸੁਪਰੀਮ ਪਾਵਰ ਨਹੀਂ ਹੈ। ਮੈਂ ਇੱਕ ਛੋਟਾ ਜਿਹਾ ਆਮ ਇਨਸਾਨ ਹਾਂ, ਇੱਕ ਹਿੰਦੂ ਹਾਂ, ਤੇ ਮੈਂ ਨਾ ਚਾਹ ਕੇ ਵੀ ਉਹ ਫੈਕਟਰੀ ਦਾ ਪਤਾ ਨਹੀਂ ਕਰਵਾ ਸਕਦਾ। ਪਰ ਇਹ ਸਰਕਾਰਾਂ ਦੀਆਂ ਕਿਤੇ ਨਾ ਕਿਤੇ ਮਜਬੂਰੀਆਂ ਹੈ ਕਿ ਉਹ ਹਿੰਦੂ ਲੀਡਰ ਸਾਡੇ ਨਰਿੰਦਰ ਮੋਦੀ ਜੀ ਜੇ ਉਹ ਚਾਹਣ ਤਾਂ ਕੀ ਨਹੀਂ ਹੋ ਸਕਦਾ। ਚਲੋ ਮੁੜ ਕੇ ਉਸ ਮੁੱਦੇ ਤੇ ਆਉਂਦੇ ਆ। ਕਿਤੇ ਇਹ ਤਾਂ ਨਹੀਂ ਵੀ ਅੱਜ ਰਣਜੀਤ ਬਾਵੇ ਨੇ ਗਾਣਾ ਗਾਇਆ ਜੀ, ਇਸ ਤੋਂ ਪਹਿਲਾਂ ਫਿਲਮਾਂ ਵੀ ਆਈਆਂ ਨੇ। ਓ ਮਾਈ ਗੋਡ ਦੇ ਵਿੱਚ ਵੀ ਉਹਨੇ ਤਾਂ ਸਿਰਫ ਪੱਥਰ ਕਿਹਾ ਨਾ ਜੀ, ਤੇ ਉਹਨੇ ਫਿਲਮ ਦੇ ਵਿੱਚ ਪ੍ਰੇਸ਼ ਰਾਵਲ ਨੇ ਇੱਥੇ ਤੱਕ ਕਿਹਾ ਕਿ ਉਹ ਕਾਲਾ ਪੱਥਰ।
ਤੇ ਜਿਹਦੇ ਜਵਾਬ ਦੇ ਵਿੱਚ ਜਿਹੜੇ ਉਹ ਬ੍ਰਾਹਮਣ ਪੰਡਤ ਦੇ ਰੂਪ ਦੇ ਵਿੱਚ ਉਹ ਕਟਹਿਰੇ ਦੇ ਵਿੱਚ ਖੜੇ ਦਿਖਾਏ ਨੇ, ਉਹਨਾਂ ਨੇ ਉਹਨੂੰ ਦੱਸਿਆ ਕਿ ਉਹਨੂੰ ਸ਼ਿਵਲਿੰਗ ਕਹਿੰਦੇ ਨੇ। ਠੀਕ ਹੈ ਜੀ, ਉਦੋਂ ਤੁਸੀਂ ਕੋਈ ਕਾਰਵਾਈ ਕੀਤੀ ਸੀ? ਦੇਖੋ, ਮੈਂ ਆਪਣੀ ਲਾਈਵ ਵੀਡੀਓ ਦੇ ਵਿੱਚ ਵੀ ਮੈਨੂੰ ਇਹ ਕੁਐਸਚਨ ਮੇਰੇ ਦੋਸਤਾਂ ਨੇ ਕੀਤਾ ਸੀ ਕਿ ਮੈਂ ਉਦੋਂ ਕਿੱਥੇ ਸੀ। ਇਸ ਤੋਂ ਪਹਿਲਾਂ ਪੀਕੇ ਫਿਲਮ ਆਈ ਸੀ 2014 ਚ, ਮੈਂ ਸਿੰਗਲ ਕਾਂਗਰਸੀ ਸੀ ਜਿਹਨੇ 2014 ਦੇ ਵਿੱਚ ਪੀਕੇ ਫਿਲਮ ਦਾ ਵਿਰੋਧ ਕਰਕੇ ਅਸੀਂ ਉਹ ਸੀਨ ਕਟਵਾਇਆ ਵੀ ਸੀ। ਦੂਜੀ ਗੱਲ ਰਹੀ ਗੱਲ ਉਹ ਮਾਈ ਗੋਡ 2004 ਦੇ ਵਿੱਚ ਆਈ ਸੀ, ਉਦੋਂ ਮੈਂ ਸ਼ਾਇਦ ਸੋਸ਼ਲ ਮੀਡੀਆ ਇੰਨੀ ਪਪੂਲਰ ਨਹੀਂ ਸੀ, ਜਾਂ ਮੈਨੂੰ ਉਦੋਂ ਤੱਕ ਉਹ ਮੈਸੇਜ ਨਹੀਂ ਮਿਲਿਆ, ਜਾਂ ਮੈਂ ਨਹੀਂ ਦੇਖ ਪਾਇਆ। ਪਰੇਸ਼ ਰਾਵਲ ਵੀ ਹਿੰਦੂ ਹੈ, ਉਹ ਗੁਜਰਾਤੀ ਹੈ, ਪਰ ਫਿਰ ਕਿਤੇ ਨਾ ਕਿਤੇ ਗੱਲ ਆ ਜਾਂਦੀ ਸਰਕਾਰਾਂ ਦੀ, ਸਰਕਾਰਾਂ ਦੁਆਰਾ ਬਣਾਏ ਗਏ ਸੈਂਸਰ ਬੋਰਡ ਦੀ, ਉਹ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ। ਇਸੇ ਤਰ੍ਹਾਂ ਹੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਸਰਦਾਰ ਆਪਣੇ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਵੀ ਮੰਗ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਗਾਣੇ ਰਿਲੀਜ਼ ਹੁੰਦੇ ਆ, ਇਹਨਾਂ ਦੇ ਲਈ ਵੀ ਪੰਜਾਬ ਦੇ ਵਿੱਚ ਇੱਕ ਸੈਂਸਰ ਬੋਰਡ ਪੰਜਾਬੀ ਇੰਡਸਟਰੀ ਲਈ ਵੀ ਬਣਾਇਆ ਜਾਵੇ, ਤਾਂ ਕਿ ਇਹ ਜਿਹੜੀਆਂ ਮੰਦਭਾਗੀਆਂ ਘਟਨਾ ਇਹ ਵਾਪਰਨ ਤੋਂ ਪਹਿਲਾਂ ਹੀ ਉਹਨਾਂ ਨੂੰ ਰੋਕ ਲਿਆ ਜਾਵੇ। ਕਿਤੇ ਰਣਜੀਤ ਬਾਵੇ ਨੇ ਅੱਜ ਜਿਹੜਾ ਗਾਣਾ ਗਾਇਆ, ਤੁਸੀਂ ਉਹਦਾ ਵਿਰੋਧ ਕਰ ਰਹੇ ਹੋ, ਕਿਤੇ ਉਹਦਾ ਵਿਰੋਧ ਦਾ ਕਾਰਨ ਪੱਗ ਦਾ ਨਹੀਂ ਰਣਜੀਤ ਬਾਵੇ ਦੇ ਸਿਰ ਤੇ? ਨਹੀਂ, ਮੈਂ ਕਦੇ ਵੀ ਪੱਗ ਜਾਂ ਸਿੱਖੀ ਦਾ ਵਿਰੋਧ ਨਹੀਂ ਕਰਦਾ ਵੀ ਸਰਦਾਰ ਮੁੰਡੇ ਨੇ ਗਾਤਾ ਜੀ। ਨਹੀਂ, ਇਹ ਕੋਈ ਹਿੰਦੂ ਨੇ ਵੀ ਗਾਇਆ ਹੁੰਦਾ, ਮੇਰਾ ਵਿਰੋਧ ਉਦੋਂ ਵੀ ਉਵੇਂ ਰਹਿਣਾ ਸੀਗਾ। ਇਹ ਕਦੇ ਵੀ ਕਿਸੇ ਵੀ ਧਰਮ ਦੇ ਨਾਲ, ਇਹ ਧਰਮ ਦੇ ਖਿਲਾਫ ਮੇਰਾ ਸੰਦੇਸ਼ ਨਹੀਂ ਹੈ, ਸਿਰਫ ਰਣਜੀਤ ਬਾਵੇ ਦੇ ਖਿਲਾਫ ਸੰਦੇਸ਼ ਹੈ। ਮੈਂ ਸਿੱਖੀ ਦਾ ਹੀ ਉਹਨਾਂ ਸਨਮਾਨ ਕਰਦਾ। ਤੁਸੀਂ ਪਹਿਲਾਂ ਹੀ ਮੈਨੂੰ ਕੁਐਸਚਨ ਕੀਤਾ ਕਿ ਕਾਂਗਰਸ ਪਾਰਟੀ ਸੈਕੂਲਰ ਪਾਰਟੀ, ਤੇ ਸੈਕੂਲਰ ਹੋਣ ਦੇ ਨਾਤੇ ਮੇਰੇ ਲਈ ਸਾਰੇ ਹੀ ਧਰਮ ਉਨੇ ਹੀ ਸਨਮਾਨਜਨਕ ਨੇ ਜਿੰਨਾ ਹਿੰਦੂ ਧਰਮ। ਪਰ ਮੈਂ ਹਿੰਦੂ ਧਰਮ 'ਚ ਜਨਮ ਲਿਆ, ਮੇਰੀ ਜ਼ਿੰਮੇਵਾਰੀ ਉਹਦੇ ਨਾਤੇ ਜ਼ਿਆਦਾ ਬਣ ਜਾਂਦੀ। ਤੁਸੀਂ ਆਪ ਕਦੇ ਗਊਮੂਤਰ ਪੀਤਾ ਜੀ? ਛੋਟੇ ਹੁੰਦੇ ਸ਼ਾਇਦ ਮੈਂ ਪੀਤਾ ਹੈ, ਪਰ ਗਊ ਦੁੱਧ ਸ਼ਾਇਦ ਕਲੀਅਰ ਕਰੋ। ਨਹੀਂ, ਕਲੀਅਰ ਮੈਂ ਦਰਸ਼ਕਾਂ ਨੇ ਦੇਖਣਾ ਬਹੁਤ ਸਾਰਾ ਤੁਹਾਡੇ ਨੈਸ਼ਨਲ ਲੈਵਲ ਤੇ ਕੀ ਇੰਟਰਨੈਸ਼ਨਲ ਲੈਵਲ ਤੇ ਸਾਡੇ ਚੈਨਲ। ਨਹੀਂ, ਮੈਂ ਬਿਲਕੁਲ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਗਊ ਮੂਤਰ ਨਹੀਂ ਪੀਤਾ। ਹਾਂ, ਗਊ ਦੁੱਧ ਛੋਟੇ ਹੁੰਦੇ ਮੈਨੂੰ ਮੇਰੇ ਮਾਪਿਆਂ ਦੁਆਰਾ ਪਿਆਇਆ। ਤਾਂ ਸਾਰੇ ਪੀਂਦੇ ਨੇ ਜੀ। ਹਾਂਜੀ। ਤੇ ਜੇ ਤੁਸੀਂ ਪੀਤਾ ਨਹੀਂ, ਤੁਸੀਂ ਕਿਵੇਂ ਸ਼ੁੱਧ ਮੰਨਦੇ ਹੋ? ਦੇਖੋ, ਜ਼ਰੂਰੀ ਨਹੀਂ ਕਿ ਹਰ ਚੀਜ਼ ਮੇਰੇ ਪੈਰਾਮੀਟਰ ਦੇ ਨਾਲ ਹੀ ਮੈਂ ਦੱਸਾਂ ਤੇ ਮੈਂ ਪੀ ਕੇ ਦੱਸਾਂ ਤੇ ਸ਼ੁੱਧ ਹੈ। ਜੋ ਇਤਿਹਾਸ ਹੈ, ਜੋ ਨਹੀਂ, ਤੁਸੀਂ ਉਸ ਚੀਜ਼ ਦਾ ਵਿਰੋਧ ਕਰ ਰਹੇ ਹੋ ਨਾ ਕਿ ਜੋ ਉਹਨੇ ਗਊਮੂਤਰ ਨੂੰ ਅਸ਼ੁੱਧ ਕਿਹਾ ਜਾਂ ਸ਼ੁੱਧ ਕਿਹਾ, ਉਸ ਚੀਜ਼ ਦੇ ਲਹਿਜੇ ਤੇ ਮੈਂ ਪੁੱਛ ਰਿਹਾ ਵੀ ਜੇ ਤੁਸੀਂ ਪੀਤਾ ਨਹੀਂ ਤਾਂ ਤੁਸੀਂ ਵਿਰੋਧ ਵੀ ਤਾਂ ਤੁਸੀਂ ਕਰ ਰਹੇ ਹੋ ਨਾ। ਨਾਸਾ ਵਰਗੀ ਜਿਹੜੀ ਏਜੰਸੀ ਹੈ ਅਮਰੀਕਾ ਦੀ, ਉਹਨਾਂ ਨੇ ਵੀ ਗਊ ਮੂਤਰ ਨੂੰ ਪੇਟੈਂਟ ਕੀਤਾ ਹੋਇਆ। ਤੁਹਾਡੀ ਜਾਣਕਾਰੀ ਲਈ ਵੀ ਇਹ ਦੱਸ ਦਵਾਂ, ਜਦ ਅਮਰੀਕਾ ਵਰਗੇ ਵਿਗਿਆਨਿਕ ਇਸ ਚੀਜ਼ ਨੂੰ ਸ਼ੁੱਧ ਮੰਨ ਚੁੱਕੇ ਨੇ, ਤੇ ਮੇਰੇ ਸ਼ੁੱਧ ਜਾਂ ਨਾ ਸ਼ੁੱਧ ਮੰਨਣ ਤੇ ਕੋਈ ਚੀਜ਼ ਉੱਥੇ ਮਾਇਨੇ ਨਹੀਂ ਰੱਖਦੀ। ਜ਼ਰੂਰੀ ਨਹੀਂ ਕਿ ਹਰ ਚੀਜ਼ ਇਹ ਮੈਂ ਨਹੀਂ ਪੀਤੀ ਜਾਂ ਨਹੀਂ ਮੈਨੂੰ ਜ਼ਰੂਰਤ ਪਈ। ਇਹ ਕਿਸੇ ਸਵਾਸਥ ਨਾਲ ਰਿਲੇਟਡ ਕੋਈ ਪ੍ਰੋਬਲਮ, ਕੋਈ ਕੰਪਲਿਕੇਟਡ, ਕੋਈ ਕੈਂਸਰ ਵਰਗੀ ਬਿਮਾਰੀ ਨਾਲ ਵੀ ਕਦੇ ਨਾ ਕਦੇ ਇਹਦੀ ਜ਼ਰੂਰਤ ਪੈਂਦੀ ਹੈ ਤੇ ਲੋਕ ਉਹਦਾ ਮਿਕਸ ਕਰਦੇ। ਤੇ ਮੇਰੇ ਤੇ ਭੋਲੇਨਾਥ ਦੀ ਹਜੇ ਕਿਰਪਾ ਹੈ ਤੇ ਮੈਂ ਹਜੇ ਪੂਰਨ ਤੌਰ ਤੇ ਸਵਸਥ ਹੈ। ਨਹੀਂ ਤਾਂ ਤੁਹਾਡੇ ਧਰਮ ਦੇ ਵਿੱਚ ਵੈਸੇ ਵੀ ਪੀਤਾ ਜਾਂਦਾ ਜੀ? ਵੈਸੇ ਪੀਤਾ ਜਾਂਦਾ ਹੈ, ਪਰ ਮੈਨੂੰ ਹਜੇ ਕਿਤੇ ਨਾ ਕਿਤੇ ਮੈਨੂੰ ਉਹ ਮੌਕਾ ਜਾਂ ਹਜੇ ਤੱਕ ਨਹੀਂ ਮਿਲਿਆ, ਜਾਂ ਮੈਂ ਨਹੀਂ ਵੀ ਪੀਤਾ। ਤੇ ਇਸ ਨਾਲ ਉਸ ਚੀਜ਼ ਨਾਲ ਇਹਦੇ ਨਾਲ ਕੋਈ ਰਿਲੇਟਡ ਨਹੀਂ ਹੈ। ਉਹਦੀ ਸ਼ੁੱਧੀ ਨੂੰ ਅਸੀਂ ਇਹ ਨਹੀਂ ਕਿਤੇ ਕਹਿ ਸਕਦੇ ਕਿ ਮੇਰੇ ਪੀਣ ਤੋਂ ਬਾਅਦ ਹੀ ਅਸੀਂ ਸ਼ੁੱਧ ਮੰਨਾਂਗੇ। ਤੇ ਜਿਹੜੀਆਂ ਤੁਸੀਂ ਕਹਿ ਰਹੇ ਹੋ ਕਿ ਸ਼ੁੱਧ ਆ ਗਊਮੂਤਰ ਉਹਦੇ ਵਿੱਚ ਜਿਨ੍ਹਾਂ ਦਾ ਸ਼ੁੱਧ ਆ ਉਹ ਗਾਵਾਂ ਦਾ ਵੀ ਕੋਈ ਪਾਰਟਿਕੂਲਰ ਗਾਵਾਂ ਦਾ ਵਾ ਕਿ ਸਾਰੀਆਂ ਦਾ ਵਾ ਜੀ? ਦੇਖੋ, ਕੁਝ ਪੁਰਾਤਨ ਸਮੇਂ ਦੇ ਵਿੱਚ ਜਿਵੇਂ ਹੁਣ ਮਹਾਭਾਰਤ ਕ੍ਰਿਸ਼ਨਾ ਦੇ ਵਿੱਚ ਦਿਖਾਇਆ ਜਾਂਦਾ ਕਿ ਜਿਹੜੇ ਗਵਾਲੇ ਦੇਸੀ ਗਾਵਾਂ, ਹੁਣ ਅੱਜ ਮੈਂ ਤੁਹਾਨੂੰ ਇੱਕ ਦੱਸਦਾ ਹਾਂ ਕਿ ਦੇਸੀ ਗਾਂ ਦਾ ਦੁੱਧ ਜਿਹੜਾ ਹੁੰਦਾ ਛੋਟੇ ਬੱਚਿਆਂ ਦੇ ਲਈ, ਜਿਹੜੇ ਨਵੇਂ ਜੰਮੇ ਬੱਚੇ ਹੁੰਦੇ, ਮਾਪਿਓ ਉਹਨਾਂ ਨੂੰ ਡਾਕਟਰ ਵੀ ਰਿਕਮੈਂਡ ਕਰਦੇ ਕਿ ਉਹਦੀ ਜਿਹੜੀ ਬੁੱਧੀ ਆ ਉਹਨੂੰ ਤਿਵਰ ਕਰਦੀ ਹੈ, ਤੇਜ਼ ਕਰਦੀ ਹੈ। ਇਹ ਚੀਜ਼ਾਂ ਪ੍ਰਮਾਣਿਤ ਹੋ ਚੁੱਕੀਆਂ, ਇੰਪਰੂਵਡ ਨੇ। ਜਿਹੜੀ ਤੁਸੀਂ ਕਹਿੰਦੇ ਹੋ ਵੀ ਨਾਸਾ ਨੇ ਵੀ ਉਸ ਗਊਮੂਤਰ ਨੂੰ ਤੁਸੀਂ ਕਹਿੰਦੇ ਹੋ ਵੀ ਤੁਹਾਡੇ ਕਹਿਣ ਮੁਤਾਬਕ ਵੀ ਉਹਨੂੰ ਮੰਨਿਆ ਵਾ, ਉਹਦਾ ਕੋਈ ਹੈ ਐਵੀਡੈਂਸ ਤੁਹਾਡੇ ਕੋਲ? ਦੇਖੋ, ਪੇਟੈਂਟ ਕੀਤਾ ਹੋਇਆ ਅਸੀਂ ਕਈ ਵਾਰੀ ਨਿਊਜ਼ਾਂ 'ਚ ਪੜ੍ਹਿਆ, ਹੁਣ ਐਵੀਡੈਂਸ ਮੇਰੇ ਕੋਲ ਨਹੀਂ ਹੈ। ਪਰ ਜਿਵੇਂ ਹੁਣ ਤੁਸੀਂ ਮੈਨੂੰ ਬ੍ਰਾਹਮਣ ਵਾਲੀ ਵੀਡੀਓ ਸੋਸ਼ਲ ਮੀਡੀਆ ਤੋਂ ਦਿਖਾਈ ਹੈ, ਤੇ ਸੋਸ਼ਲ ਮੀਡੀਆ ਤੁਸੀਂ ਜਦੋਂ ਮਰਜ਼ੀ ਕਿਸੇ ਵੀ ਗੂਗਲ ਜਾਂ YouTube ਤੇ ਤੁਸੀਂ ਸਰਚ ਕਰ ਸਕਦੇ ਹੋ ਗਊਮੂਤਰ ਬਾਰੇ। ਜਿਹੜਾ ਆਪਾਂ ਤੁਸੀਂ ਕਹਿ ਸਕਦੇ ਹੋ ਜਿਹੜਾ ਇਹ ਸਾਰੀ ਘਟਨਾ ਮਤਲਬ ਹੋਈ ਆ, ਹਿੰਦੂ ਦੇਵੀ ਦੇਵਤਿਆਂ ਦੇ ਵਿੱਚ ਤੁਸੀਂ ਵਿਸ਼ਵਾਸ ਰੱਖਦੇ ਹੋ, ਹਿੰਦੂ ਧਰਮ ਨਾਲ ਸੰਬੰਧ ਰੱਖਦੇ ਹੋ, ਹਿੰਦੂ ਦੇਵੀ ਦੇਵਤਿਆਂ ਨੂੰ ਮੰਨਦੇ ਹੋ, ਮਹਾਨਤਾ ਮੰਨਦੇ ਹੋ ਉਹਨਾਂ ਦੀ? ਬਿਲਕੁਲ ਮਹਾਨ ਬੰਦਾ ਜੀ, ਬਿਲਕੁਲ ਮੰਨਦੇ ਹੋ। ਉਹਨਾਂ ਵਰਗਾ ਕੋਈ ਬਣ ਸਕਦਾ ਜੀ? ਦੇਖੋ, ਉਹਨਾਂ ਦਾ ਰੂਪ ਨਹੀਂ ਕੋਈ ਧਾਰਨ ਕਰ ਸਕਦਾ, ਉਹਨਾਂ ਦੀ ਦਿੱਤੀ ਹੋਈ ਸਿੱਖਿਆਵਾਂ ਤੇ ਅਸੀਂ ਚੱਲ ਸਕਦੇ ਹਾਂ। ਚਾਹੇ ਉਹ ਗੁਰੂ ਨਾਨਕ ਦੇਵ ਜੀ ਨੇ ਸਿੱਖਿਆ ਦਿੱਤੀ ਹੋਵੇ, ਚਾਹੇ ਉਹ ਕੁਰਾਨ ਸ਼ਰੀਫ ਹੋਵੇ, ਚਾਹੇ ਉਹ ਬਾਈਬਲ ਹੋਵੇ। ਦੇਖੋ, ਸਾਰੇ ਧਰਮਾਂ ਦਾ ਮੈਸੇਜ ਇੱਕੋ ਹੀ ਹੈ ਕਿ ਮਾਨਵਤਾ ਨੂੰ ਪਿਆਰ ਕਰੋ, ਮਾਨਵਤਾ ਦੀ ਮਦਦ ਕਰੋ। ਕਿਸੇ ਧਰਮ ਨੇ ਇਹ ਨਹੀਂ ਕਿਹਾ ਕਿ ਇੱਕ ਦੂਜੇ ਨੂੰ ਕੱਟੋ ਵੱਢੋ। ਇਹ ਕਿਸੇ ਵੀ ਧਰਮ, ਇਹ ਸਾਡੇ ਜਿਹੜੀ ਰਾਜਨੀਤਿਕ ਪਾਰਟੀਆਂ ਨੇ, ਮੈਂ ਕਿਸੇ ਵੀ ਪਾਰਟੀ ਦਾ ਨਾਂ ਨਹੀਂ ਲੈ ਰਿਹਾ, ਜਿਹੜੇ ਸਾਡੇ ਦੇਸ਼ ਦੇ ਵਿੱਚ ਨੇਤਾ ਨੇ, ਉਹ ਆਪਣੀਆਂ ਵੋਟਾਂ ਦੀ ਰਾਜਨੀਤੀ ਕਰਕੇ ਸਾਨੂੰ ਆਪਸ 'ਚ ਲੜਾਉਂਦੀਆਂ ਨੇ। ਕੋਈ ਵੀ ਧਰਮ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਕੋਈ ਵੀ ਧਰਮ ਇਹ ਨਹੀਂ ਕਹਿੰਦਾ ਕਿ ਮਾਨਵਤਾ ਦਾ ਕਤਲ ਕਰੋ। ਜਿਹੜਾ ਤੁਸੀਂ ਹੁਣ ਦੱਸਿਆ ਵੀ ਹਿੰਦੂ ਦੇਵਤੇ ਮਹਾਨ ਨੇ, ਉਹਨਾਂ ਵਰਗਾ ਕੋਈ ਬਣ ਨਹੀਂ ਸਕਦਾ,
ਜਿਹੜੇ ਸੀਰੀਅਲ ਫਿਲਮਾਂ ਨਿੱਤ ਕੋਈ ਕ੍ਰਿਸ਼ਨ ਭਗਵਾਨ ਦਾ ਰੂਪ ਧਾਰਨ ਕਰਦਾ, ਕੋਈ ਰਾਮ ਜੀ ਦਾ ਰੂਪ ਧਾਰਨ ਕਰਦਾ, ਕੋਈ ਸ਼ਿਵ ਜੀ ਭਗਵਾਨ ਦਾ ਕਰਦਾ, ਕਈ ਉਹ ਜਿਹੜੇ ਕਰੈਕਟਰ ਨਿਭਾਉਂਦੇ ਨੇ ਤੇ ਉਹਨਾਂ ਦਾ ਆਪਦਾ ਪਰਸਨਲ ਕਰੈਕਟਰ ਬੜਾ ਗਲਤ ਹੁੰਦਾ, ਉਦੋਂ ਤੁਸੀਂ ਕਿਉਂ ਨਹੀਂ ਵਿਰੋਧ ਕਰਦੇ? ਦੇਖੋ ਬਹੁਤ ਵਧੀਆ ਕੁਐਸਚਨ ਹੈ ਇਹ ਕੁਐਸਚਨ। ਮੈਨੂੰ ਕੱਲ ਵੀ ਕਿਸੇ ਮੇਰੇ ਦੋਸਤ ਨੇ ਪੁੱਛਿਆ ਸੀ। ਕਈ ਜਗਰਾਤਿਆਂ ਦੇ ਵਿੱਚ ਵੀ ਕੋਈ ਰੂਪ ਇਦਾਂ ਦੇ ਧਾਰਨ ਕਰਦੇ ਨੇ, ਪਰ ਇਹ ਪ੍ਰਥਾ ਹੁਣ ਜਿਹੜੀ ਹੈ ਬੜੀ ਪੁਰਾਤਨ ਸਮੇਂ ਤੋਂ ਚੱਲ ਆ ਰਹੀ ਹੈ। ਜੇ ਹੁਣ ਆਪਾਂ ਗੱਲ ਕਰੀਏ ਸਿੱਖੀ ਧਰਮ ਦੇ ਵਿੱਚ, ਉਹਦੇ ਵਿੱਚ ਇਹ ਸਭ ਚੀਜ਼ਾਂ ਬੜੀਆਂ ਸਟ੍ਰਿਕਟਲੀ ਬੈਨ ਹੈ। ਕੋਈ ਵੀ ਗੁਰੂ ਨਾਨਕ ਦੇਵ ਜੀ ਦਾ ਰੂਪ ਨਹੀਂ ਧਾਰਨ ਕਰ ਸਕਦਾ, ਕੋਈ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਨਹੀਂ ਧਾਰਨ ਕਰ ਸਕਦਾ। ਪਰ ਸਾਡੇ ਹਿੰਦੂ ਧਰਮ ਦੇ ਵਿੱਚ ਰਾਮਚੰਦਰ ਵੀ ਬੰਦੇ ਨੇ, ਸ਼ਿਵ ਭੋਲੇਨਾਥ ਵੀ ਬੰਦੇ ਨੇ, ਝਾਂਕੀਆਂ ਨਿਕਲਦੀਆਂ, ਅਲੱਗ-ਅਲੱਗ ਰੂਪ ਧਾਰਨ ਕਰਦੇ ਨੇ। ਪਰ ਉਹਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਪਿਛਲਾ ਪਿਛੋਕੜ ਹੁੰਦਾ ਹੈ, ਕਈ ਬੰਦੇ, ਚਲੋ ਮੈਂ ਤੁਹਾਡਾ ਮੈਸੇਜ ਸਮਝਦਾ ਕਿ ਉਹਦੇ ਵਿੱਚ ਉਹਦਾ ਪਰਸਨਲ ਕਰੈਕਟਰ ਆਮ ਆਦਮੀ ਸ਼ਰਾਬੀ ਹੁੰਦਾ, ਉਹਨੇ ਕਦੇ ਨਾ ਕਦੇ ਰੂਪ ਧਾਰਨ ਕਰਿਆ ਹੋਵੇ, ਪਰ ਉਹਦਾ ਬੈਕਗ੍ਰਾਉਂਡ ਉਹਨਾਂ ਮਾੜਾ ਹੁੰਦਾ। ਪਰ ਇਹ ਵੀ ਪ੍ਰਥਾ ਜਿਹੜੀ ਹੈ ਉਹ ਬਹੁਤ ਹੁਣ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਹੈ। ਇਹਨੂੰ ਇੱਕਦਮ ਇੱਕ ਦਿਨ ਦੇ ਵਿੱਚ ਠੀਕ ਕਰਨਾ ਕਿਸੇ ਇੱਕ ਆਮ ਆਦਮੀ ਦੇ ਬਸ ਦੀ ਗੱਲ ਨਹੀਂ। ਅਸੀਂ ਠੀਕ ਕਰਨ ਦੀ ਗੱਲ ਕਰਦੇ ਸਰ। ਤੁਸੀਂ ਅੱਜ ਇੱਕ ਗਾਣੇ ਦਾ ਵਿਰੋਧ ਕਰ ਰਹੇ ਹੋ ਕਿ ਰਣਜੀਤ ਬਾਵੇ ਨੇ ਇਹਦੇ ਵਿੱਚ ਗਊ ਮੂਤਰ ਕਿਹਾ, ਪੱਥਰ ਕਿਹਾ, ਪਰ ਇਹਦਾ ਖੁਦ ਕੋਈ ਭਗਵਾਨ ਹੀ ਬਣ ਜਾਂਦਾ, ਉਦੋਂ ਤੁਸੀਂ ਕਿਉਂ ਨਹੀਂ ਵਿਰੋਧ ਕਰਦੇ? ਥੋੜੀ ਦੇਰ ਪਹਿਲਾਂ ਨਾ ਮੈਂ ਇੱਕ ਸਾਡੇ ਕੋਈ ਤਾਜ਼ਾ ਸੀਰੀਅਲ ਚੱਲ ਰਿਹਾ, ਕਰਮੈਨ ਚੱਲ ਰਿਹਾ ਤਾਜ਼ਾ ਸੀਰੀਅਲ, ਮੈਂ ਵਿੱਚ ਦੇਖੋ ਮੈਂ ਦੱਸਾਂ, ਮੈਂ ਥੋੜੀ ਦੇਰ ਪਹਿਲਾਂ ਹੀ ਕਿਸੇ ਸਰਦਾਰ ਜੀ ਸਾਡੇ ਗਿਆਨੀ ਸੀ, ਉਹਨਾਂ ਦੀ ਵੀਡੀਓ ਦੇਖੀ। ਉਹਨਾਂ ਨੇ ਉਹਦੇ ਵਿੱਚ ਇਹ ਗੱਲ ਦੱਸੀ ਹੈ ਕਿ ਅਸੀਂ ਜਿਹੜਾ ਇੱਕ ਰਣਜੀਤ ਬਾਵਾ ਜਿਹੜਾ ਇੱਕ ਸਿੰਗਰ ਹੈ, ਨਚਾਰ ਹੈ, ਉਹਦੇ ਦੁਆਰਾ ਦਿੱਤੀ ਹੋਈ ਸੇਧ ਨੂੰ ਅਸੀਂ ਕਿਉਂ ਮੰਨੀਏ, ਜਦ ਕਿ ਸਾਡੇ ਕੋਲ ਗੁਰਬਾਣੀ ਹੈ, ਗੁਰੂ ਗ੍ਰੰਥ ਸਾਹਿਬ ਹੈ, ਗੀਤਾ ਹੈ, ਰਮਾਇਣ ਹੈ, ਉਹਦੇ ਵਿੱਚ ਸਾਰੀਆਂ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹੈ। ਨਹੀਂ, ਉਹ ਤਾਂ ਮੰਨਣ ਨੂੰ ਕਹਿੰਦਾ ਨਹੀਂ ਜੀ। ਨਹੀਂ, ਉਹਨੇ ਤਾਂ ਕਿਤੇ ਨਹੀਂ ਕਿਹਾ ਵੀ ਮੇਰਾ ਮੰਨੋ ਮੇਰੀ ਗੱਲ। ਉਹਨੇ ਇਹ ਨਹੀਂ ਕਿਹਾ ਮੰਨੋ। ਉਹਨੇ ਇਸ ਤੋਂ ਪਹਿਲਾਂ ਗਾਣਾ ਇਹ ਵੀ ਗਾਇਆ ਸੀ ਕਿ ਜੇ ਸ਼ਰਾਬ ਜਿਹੜੀ ਹੈ ਉਹ 14ਵਾਂ ਰਤਨ ਹੈ। ਹੁਣ ਦੱਸੋ ਵੀ ਜਿਹੜਾ ਬੰਦਾ ਸ਼ਰਾਬ ਨੂੰ ਪ੍ਰਮੋਟ ਕਰ ਰਿਹਾ ਹੈ, ਅੱਜ ਉਹੀ ਇੱਕ ਬੰਦਾ ਜਿਹੜਾ 100 ਗੰਦੇ ਗਾਣੇ ਪਹਿਲਾਂ ਗਾ ਚੁੱਕੇ ਆ, ਹੁਣ ਅੱਜ ਇੱਕ ਧਾਰਮਿਕ ਗਾਣਾ ਕੱਢ ਦਵੇ ਤਾਂ ਕੀ ਹੁਣ ਅਸੀਂ ਉਹਦੇ ਮਗਰ ਲੱਗ ਕੇ ਉਹਦੀ ਗੱਲਾਂ ਮੰਨੀਏ? ਅਸੀਂ ਰਣਜੀਤ ਬਾਵੇ ਦੀ ਸਪੋਰਟ ਨਹੀਂ ਕਰਦੇ ਜੀ। ਅਸੀਂ ਜਿਹੜਾ ਮੀਡੀਆ ਉਹ ਨਿਊਟਰਲ ਹੁੰਦਾ ਵਾ, ਇੱਕ ਸਾਰੇ ਧਰਮਾਂ ਨੂੰ, ਸਾਰੇ ਲੋਕਾਂ ਦਾ ਸਤਿਕਾਰ ਕਰਦਾ। ਪਰ ਜੇ ਤੁਸੀਂ ਗਾਣੇ ਦੀ ਗੱਲ ਕਰਦੇ ਹੋ, ਉਹਨੇ ਕੁਝ ਚਿਰ ਪਹਿਲਾਂ ਗਾਣਾ ਗਾਇਆ ਸੀਗਾ ਸ਼ਰਾਬ ਤੇ ਉਹਨੇ ਤਾਂ ਇਹ ਵੀ ਕਿਹਾ ਸੀ ਵੀ ਸਰਕਾਰਾਂ ਹੀ ਪਕਾਉਂਦੀਆਂ ਨੇ ਚਿੱਟਾ, ਤਾਂ ਹੀ ਤਾਂ ਸ਼ਰੇਆਮ ਹੈ। ਦੇਖੋ ਜੀ, ਹੁਣ ਉਦੋਂ ਤੁਸੀਂ ਉਹਨੂੰ ਹੱਲਾਸ਼ੇਰੀ ਕਿਉਂ ਨਹੀਂ? ਨਹੀਂ, ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹੁਣ ਲੋਕਡਾਊਨ ਦਾ ਵੀ ਪੀਰੀਅਡ ਹੈ, ਹਰੇਕ ਭਾਰਤ ਸਰਕਾਰ ਦੇ ਜਿੰਨੇ ਵੀ ਪ੍ਰਦੇਸ਼ ਹੈ, ਹਰੇਕ ਪ੍ਰਦੇਸ਼ ਨੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਵੀ ਦਿੱਤੀ। ਹੁਣ ਇਹਦੇ ਵਿੱਚ ਮਜਬੂਰੀਆਂ ਸਾਡੇ ਦੇਸ਼ ਨਹੀਂ, ਚਿੱਟਾ ਪਕਾਉਣਾ ਤਾਂ ਮਜਬੂਰੀ ਨਹੀਂ। ਮੈਂ ਚਿੱਟੇ ਦੀ ਗੱਲ ਮੈਂ ਉਹਦੀ ਬਾਵੇ ਦੀ ਗੱਲ ਕਰਦਾ ਜੀ। ਉਹਨੇ ਦੇਖੋ ਹੁਣ ਗਾਣਾ ਗਾਇਆ ਕਿ ਸਰਕਾਰਾਂ ਹੀ ਪਕਾਉਂਦੀਆਂ ਨੇ ਚਿੱਟਾ, ਤਾਂ ਹੀ ਤਾਂ ਸ਼ਰੇਆਮ ਵਿਕਦਾ। ਕਿੱਡੀ ਉਹਨੇ ਹੱਲਾਸ਼ੇਰੀ ਨਾਲ ਇਹ ਵਧੀਆ ਗੱਲ ਕੀਤੀ ਆ ਕਿ ਸਰਕਾਰਾਂ ਦੀ ਸਪੋਰਟ ਤੋਂ ਬਗੈਰ ਨਹੀਂ ਵਿਕ ਸਕਦਾ। ਉਦੋਂ ਤੁਸੀਂ ਉਹਨੂੰ ਸ਼ਾਬਾਸ਼ ਦਿੱਤੀ? ਨਹੀਂ, ਦੇਖੋ ਇਹ ਗਾਣਾ ਵੀ ਮੈਂ ਨਹੀਂ ਸੁਣਿਆ। ਮੈਂ ਆਪ ਮੰਨਦਾ ਕਿ ਇਹ ਸਰਕਾਰਾਂ ਦੀ ਸ਼ਹਿ ਦੇ ਨਾਲ ਹੀ ਵਿਕਦਾ। ਇਸ ਤੋਂ ਪਹਿਲਾਂ ਜਿਹੜੀ ਸਰਕਾਰਾਂ ਸੀਗੀਆਂ, ਇਸ ਤੋਂ ਪਹਿਲਾਂ ਇਹ ਹੁਣ ਮੁੱਦਾ ਜਿਹੜਾ ਕਿ ਧਾਰਮਿਕ ਨਾ ਹੋ ਕੇ ਪੋਲੀਟੀਕਲ ਹੋ ਜਾਣਾ, ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਸਰਕਾਰ ਸੀ ਅਕਾਲੀ ਬੀਜੇਪੀ ਦੀ, ਪੰਜਾਬ ਦੀ ਜਿਹੜੀ ਜਵਾਨੀ ਸੀ ਉਹਨੂੰ ਖਰਾਬ ਕਰਨ ਦੇ ਵਿੱਚ ਕਿਸ ਲੀਡਰ ਦਾ ਨਾਮ ਆਉਂਦਾ ਸੀ? ਹੁਣ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਉਹਨੂੰ ਹੁਣ ਰਾਜਨੀਤਿਕ ਰੰਗ ਨਹੀਂ ਦੇਣਾ ਚਾਹੁੰਦਾ। ਸਰ, ਰਾਜਨੀਤਿਕ ਰੰਗ ਨਹੀਂ, ਰਾਜਨੀਤੀ ਤਾਂ ਤੁਸੀਂ ਪੋਲੀਟੀਕਲ ਲੋਕ ਹੋ, ਤੁਸੀਂ ਪੋਲੀਟੀਕਲ ਬੰਦੇ ਹੋ, ਤਾਂ ਤੁਹਾਡੇ ਨਾਲ ਹੀ ਗੱਲ ਕਰਾਂਗੇ। ਨਹੀਂ, ਮੈਂ ਬਿਲਕੁਲ ਸਹਿਮਤ ਹਾਂ। ਉਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀਗੀਆਂ ਤੇ ਕਿਹਨਾਂ ਤੇ ਦੋਸ਼ ਲੱਗਦਾ ਰਿਹਾ, ਕਿਹੜੀ ਪਾਰਟੀ ਦੇ ਦੋਸ਼ ਲੱਗਦਾ ਰਿਹਾ, ਕਿਹਨੂੰ ਚਿੱਟੇ ਦਾ ਵਪਾਰੀ ਕਿਹਾ ਗਿਆ, ਇਹ ਸਾਡੇ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਸ ਚੀਜ਼ ਦਾ ਉਪਰਾਲਾ ਕੀਤਾ। ਉਹਨਾਂ ਨੇ ਸਹੁੰ ਵੀ ਚੱਕੀ ਸੀ। ਮੈਂ ਹੱਲਾਸ਼ੇਰੀ ਦੀ ਗੱਲ ਕਰਦਾ ਜੀ, ਵੀ ਉਦੋਂ ਬਾਵੇ ਨੂੰ ਤੁਸੀਂ ਹੱਲਾਸ਼ੇਰੀ ਦਿੱਤੀ। ਦੇਖੋ, ਜੇ ਬਾਵੇ ਨੇ ਇੱਕ ਚੀਜ਼ ਨੂੰ ਮੈਸੇਜ ਦਿੱਤਾ ਹੈ, ਜਿਹੜਾ ਕੰਮ ਉਹਨੇ ਚੰਗਾ ਕੀਤਾ ਸੀ ਉਹਨੂੰ ਐਪਰੀਸ਼ੀਏਟ ਵੀ ਕਰਾਂਗੇ। ਮੇਰਾ ਬਾਵੇ ਨਾਲ ਕੋਈ ਪਰਸਨਲ ਵਿਰੋਧ ਨਹੀਂ ਹੈ, ਬਾਵੇ ਦੇ ਸ਼ਬਦਾਂ ਨਾਲ ਵਿਰੋਧ ਹੈ। ਮੈਨੂੰ ਬਾਵੇ ਨਾਲ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੈ। ਉਹਨੇ ਜੇ ਕੋਈ ਸਮਾਜ ਨੂੰ ਵਧੀਆ ਮੈਸੇਜ ਦਿੰਦਾ, ਮੈਂ ਉਹਦੇ ਨਾਲ ਉਹਨੂੰ ਐਪਰੀਸ਼ੀਏਟ ਵੀ ਕਰਾਂਗਾ। ਤੁਹਾਨੂੰ ਨਹੀਂ ਲੱਗਦਾ ਵੀ ਜੀ ਜੇ ਕਿਸੇ ਬੰਦੇ ਦਾ ਆਪਾਂ ਸਪੋਰਟ ਕਰਨੀ ਆ ਜਾਂ ਕਿਸੇ ਬੰਦੇ ਦਾ ਵਿਰੋਧ ਕਰਨਾ, ਤਾਂ ਉਹਦੇ ਪਿਛੋਕੜ ਬਾਰੇ ਜਾਣ ਲੈਣਾ ਚਾਹੀਦਾ, ਜਿਹੜਾ ਤੁਸੀਂ ਕਹਿੰਦੇ ਮੈਂ ਗਾਣਾ ਸੁਣਿਆ? ਦੇਖੋ, ਬਿਲਕੁਲ ਮੈਂ ਤੁਹਾਨੂੰ ਕਹਿੰਦਾ ਵੀ ਪਿਛੋਕੜ ਬਾਰੇ ਜਾਣ ਲੈਣਾ ਚਾਹੀਦਾ, ਲੇਕਿਨ ਮੈਂ ਬਾਵੇ ਨੂੰ ਕਦੇ ਵੀ ਇੰਨਾ ਫੋਲੋ ਨਹੀਂ ਕੀਤਾ। ਕੋਈ ਉਹ ਗੁਰਦਾਸ ਮਾਨ ਨਹੀਂ ਹੈ ਕਿ ਜਿਹਨੂੰ ਮੈਂ ਐਵਰਗ੍ਰੀਨ ਸਿੰਗਰ ਕਹਾਂ ਕਿ ਉਹਨੂੰ ਮੈਂ ਹਮੇਸ਼ਾ ਹੀ ਸੁਣਦਾ ਆ ਰਿਹਾ। ਹਾਂ, ਇੱਕ ਅੱਧੀ ਵਾਰੀ ਸ਼ਾਇਦ ਉਹਦਾ ਕੋਈ ਗਾਣਾ ਮੈਂ ਜਦੋਂ ਆ ਪਿਕਚਰਾਂ ਦੇ ਵਿੱਚ ਆਉਣਾ ਸ਼ੁਰੂ ਹੋਇਆ, ਉਦੋਂ ਮੈਨੂੰ ਪਤਾ ਲੱਗਿਆ ਕਿ ਇਹ ਰਣਜੀਤ ਬਾਵਾ ਹੈ। ਜਦੋਂ ਹੁਣ ਤੁਹਾਨੂੰ ਸਾਡੇ ਮਾਧਿਅਮ ਰਾਹੀਂ ਚਲੋ ਪਤਾ ਲੱਗ ਗਿਆ, ਤੁਸੀਂ ਸੁਣੋਗੇ ਵੀ ਗਾਣਾ, ਇੱਕ ਵਿਰੋਧ ਕਰਨ ਦੇ ਗਾਣੇ ਦੇ ਨਾਲ ਉਸ ਗਾਣੇ ਕਰਕੇ ਉਹਨੂੰ ਹੱਲਾਸ਼ੇਰੀ ਵੀ ਦਿਓਗੇ, ਉਹਦੀ ਸਿਫਤ ਵੀ ਕਰੋਗੇ? ਬਿਲਕੁਲ। ਮੈਂ ਕਿਸੇ ਵੀ ਕੰਮ ਨੂੰ, ਚਾਹੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤਾ ਗਿਆ ਹੋਵੇ, ਚਾਹੇ ਮੈਂ ਕਾਂਗਰਸੀ ਹਾਂ, ਜੋ ਕੰਮ ਦੇਸ਼ ਹਿੱਤ ਲਈ ਹੋਊਗਾ, ਸਮਾਜ ਹਿੱਤ ਲਈ ਹੋਊਗਾ, ਉਹ ਕੋਈ ਵੀ ਕਰੇ, ਮੈਂ ਉਹਨੂੰ ਐਪਰੀਸ਼ੀਏਟ ਕਰਨ ਤੋਂ ਪਿੱਛੇ ਕਦੇ ਵੀ ਨਹੀਂ ਹਟੂੰਗਾ। ਲੇਕਿਨ ਜੋ ਕੋਈ ਮਾੜਾ ਕੰਮ ਕਰੂਗਾ, ਮੈਂ ਉਹਦੀ ਨਿਖੇਧੀ ਕਰਨ ਤੋਂ ਵੀ ਪਿੱਛੇ ਨਹੀਂ ਹਟੂੰਗਾ। ਉਹ ਚਾਹੇ ਕੋਈ ਵੀ ਕਿਸੇ ਵੀ ਲੈਵਲ ਦਾ ਬੰਦਾ ਹੋਵੇ, ਕਿਸੇ ਵੀ ਪੋਲੀਟੀਕਲ ਪਾਰਟੀ ਦਾ ਹੋਵੇ ਜਾਂ ਕਿਸੇ ਵੀ ਧਰਮ ਜਥੇਬੰਦੀ ਤੋਂ ਹੋਵੇ। ਇਹ
ਤੁਸੀਂ ਦੱਸਿਆ ਵੀ ਇਦਾਂ ਕਰਕੇ ਹੁਣ ਰਾਣੇ ਬਾਵੇ ਬਾਰੇ ਤੁਸੀਂ ਦੱਸਿਆ, ਕਿਤੇ ਇਹ ਤਾਂ ਨਹੀਂ ਕਿ ਆਪਣਾ ਪੋਲੀਟੀਕਲ ਨਾਮ ਚਮਕਾਉਣ ਦੀ ਖਾਤਰ ਅੱਜ 30-40% ਲੋਕ ਨੇ ਜਿਹੜੇ ਉਹ ਬਾਵੇ ਦਾ ਵਿਰੋਧ ਕਰ ਰਹੇ ਨੇ ਵੀ ਉਸ ਵਗਦੀ ਗੰਗਾ ਛੱਤ ਹੋਣਾ ਚਾਹੁੰਦੇ? ਦੇਖੋ ਜੀ, ਮੈਂ ਜਿੰਨੀ ਕੁ ਮੇਰੀ ਪਪੂਲੈਰਿਟੀ ਹੈ, ਮੈਨੂੰ ਸਾਰੇ ਲੋਕ ਬੜੇ ਚੰਗੀ ਤਰ੍ਹਾਂ ਜਾਣਦੇ ਨੇ। ਮੈਂ ਹਿੰਦੂ ਹੋਣ ਦੇ ਨਾਤੇ ਆਪਣੀ ਜ਼ਿੰਮੇਵਾਰੀ ਸਮਝਦਾ ਸੀ, ਇਸ ਕਰਕੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਅੱਜ ਮੈਂ ਇੱਥੇ ਬੈਠਾ। ਰਹੀ ਗੱਲ ਸਾਡੀ ਕਾਂਗਰਸ ਪਾਰਟੀ ਦੀ, ਕਿਉਂਕਿ ਮੇਰਾ ਜਿਹੜਾ ਚਿਹਰਾ ਬੜੀ ਲੋਕ ਮੈਨੂੰ ਦੇਖ ਕੇ ਪਛਾਣ ਲੈਂਦੇ ਨੇ ਕਿ ਇਹ ਕਾਂਗਰਸੀ, ਚਲੋ ਮੇਰੇ ਤੇ ਉਹ ਟੈਗ ਲੱਗਾ ਵੀ ਹੈ, ਪਰ ਅੱਜ ਕਿਤੇ ਨਾ ਕਿਤੇ ਸਾਡੀ ਕਾਂਗਰਸ ਪਾਰਟੀ ਦੇ ਬਾਕੀ ਕਿਸੇ ਵੀ ਨੁਮਾਇੰਦੇ ਨੇ ਇਸ ਦਾ ਰੋਸ ਪ੍ਰਦਰਸ਼ਨ ਨਹੀਂ ਕੀਤਾ ਜੀ। ਬਾਕੀ ਵੀ ਹਿੰਦੂ ਨੇ। ਲੁਧਿਆਣੇ ਦੇ ਵਿੱਚ ਤੁਹਾਡੇ ਕੋਲ ਕਾਪੀ ਤੇ ਪੈਨ ਖਤਮ ਹੋ ਜਾਏਗੇ, ਇੰਨੇ ਕਾਂਗਰਸੀ ਲੁਧਿਆਣੇ ਦੇ ਵਿੱਚ ਬੈਠੇ, ਪਰ ਮੈਂ ਆਪਣੇ ਆਪ ਨੂੰ ਇਸ ਚੀਜ਼ ਦੇ ਲਈ ਜ਼ਿੰਮੇਵਾਰੀ ਵੀ ਸਮਝਦਾ ਸੀ ਤੇ ਕਾਬਲ ਵੀ ਸਮਝਦਾ ਸੀ। ਕਿਉਂਕਿ ਮੈਂ ਇਹ ਕੁਐਸਚਨ ਤੁਹਾਨੂੰ ਤਾਂ ਪੁੱਟ ਕੀਤਾ ਜੀ ਵੀ ਗਊ ਮੂਤਰ ਤੁਸੀਂ ਨਹੀਂ ਪੀਤਾ, ਗਊ ਤੁਸੀਂ ਨਹੀਂ ਪਾਲਦੇ ਜੀ। ਜਿਹੜੇ ਪਹਿਲਾਂ ਹਿੰਦੂ ਲੋਕਾਂ ਨੇ ਜਿਹੜੇ ਉਹਨਾਂ ਨੇ ਰੋਲ ਨਿਭਾਏ ਨੇ ਟੀਵੀ ਸੀਰੀਅਲਾਂ ਦੇ ਵਿੱਚ, ਫਿਲਮਾਂ 'ਚ, ਵਿਰੋਧ ਦਾ ਤੁਸੀਂ ਨਹੀਂ ਕੀਤਾ। ਤੇ ਅੱਜ ਜਿਹੜਾ ਕਹਿ ਸਕਦੇ ਆ ਵੀ ਅਸੀਂ ਹਿੰਦੂ ਦੇਵੀ ਦੇਵਤਿਆਂ ਦਾ ਸਤਿਕਾਰ ਕਰਦੇ ਆ। ਮੈਂ ਸਰਦਾਰਾਂ ਦਾ ਮੁੰਡਾ, ਪਰ ਜਿੰਨਾ ਸਤਿਕਾਰ ਮੈਂ ਆਪਣੇ ਧਰਮ ਦਾ ਕਰਦਾ, ਮੈਂ ਉਦੋਂ ਜ਼ਿਆਦਾ ਦੂਸਰੇ ਧਰਮ ਦਾ ਕਰਦਾ। ਜਿਹੜੇ ਉਹ ਕਰੈਕਟਰ ਨਿਭਾ ਰਹੇ ਨੇ ਉਹਨਾਂ ਦੇ ਆਪਦੇ ਪਰਸਨਲ ਕਰੈਕਟਰ ਕਿੱਦਾਂ ਦੇ ਹੁੰਦੇ ਨੇ ਪਤਾ ਨਹੀਂ, ਉਦੋਂ ਵਿਰੋਧ ਤੁਸੀਂ ਨਹੀਂ ਕੀਤਾ। ਇਹ ਕੁਐਸਚਨ ਮੈਂ ਤਾਂ ਤੁਹਾਨੂੰ ਪੁੱਟ ਕੀਤਾ ਵੀ ਕਿਤੇ ਇਹ ਤਾਂ ਨਹੀਂ ਵੀ ਇਹ ਗੰਗਾ ਵਗ ਰਹੀ ਹੈ ਦੇ ਵਿੱਚ ਹੱਥ ਧੋ ਲਈ। ਤੁਹਾਨੂੰ ਮੈਂ ਫੇਰ ਜਵਾਬ ਦੇਣਾ ਚਾਹੁੰਦਾ ਕਿ ਮੈਂ ਗਊ ਨਹੀਂ ਰੱਖੀ ਜਾਂ ਮੈਂ ਗਊ ਮੂਤਰ ਨਹੀਂ ਪੀਤਾ, ਪਰ ਮੈਂ ਗਊ ਸੇਵਾ ਪਿਛਲੇ 2.5-3 ਸਾਲ ਤੋਂ ਕੰਟੀਨਿਊਸਲੀ ਕਰ ਰਿਹਾ, ਵਿਦਆਊਟ ਐਨੀ ਗੈਪ, ਵਿਦਆਊਟ ਐਨੀ ਛੁੱਟੀ। ਜ਼ਰੂਰੀ ਨਹੀਂ ਹੁਣ ਮੇਰਾ 100 ਗਜ ਦਾ ਘਰ ਹੈ, ਆਮ ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਹੈ ਕਿ ਜੋ ਕਾਨੂੰਨ ਹੈ ਕਿ ਤੁਸੀਂ ਆਪਣੇ ਘਰ ਗਊ ਮੱਝ ਨਹੀਂ ਰੱਖ ਸਕਦੇ। ਡੈਰੀਆਂ ਜਿਹੜੀਆਂ ਵੀ ਹੈ ਨਾ, ਉਹ ਤੁਹਾਡੇ ਜਿਹੜਾ ਅਰਬਨ ਏਰੀਆ ਉੱਥੋਂ ਬਾਹਰ ਹੋਣੀਆਂ ਚਾਹੀਦੀਆਂ। ਜ਼ਰੂਰੀ ਨਹੀਂ ਹੈ ਕਿ ਮੈਂ ਜੇ ਗਊ ਨਹੀਂ ਰੱਖੀ ਤਾਂ ਮੇਰੇ ਮਨ ਦੇ ਵਿੱਚ ਗਊ ਦੇ ਲਈ ਮਾਨ ਸਨਮਾਨ ਘਟ ਗਏ ਜਾਂ ਮੈਂ ਉਹਨੂੰ ਆਪਣਾ ਭਗਵਾਨ ਨਹੀਂ ਮੰਨਦਾ। ਅਸੀਂ ਆਸ ਕਰੀਏ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਹ ਮਤਲਬ ਤੁਸੀਂ ਕਹਿ ਸਕਦੇ ਹੋ, ਫਿਰ ਤੁਸੀਂ ਮੈਨੂੰ ਨਾ ਕਹਿ ਜਾਓ ਵੀ ਕਿਤੇ ਤਰਲੋਚਨ ਸਿੰਘ ਨੇ ਕਹਿਤਾ ਵੀ ਸੜਕਾਂ ਤੇ ਅਵਾਰਾ ਗਾਵਾਂ ਫਿਰਦੀਆਂ ਨੇ, ਭੁੱਖੀਆਂ ਨੇ। ਇਸ ਲੋਕਡਾਊਨ ਦਾ ਅਸੀਂ ਦੇਖਿਆ ਕਿ ਬਹੁਤ ਜ਼ਿਆਦਾ ਬੁਰਾ ਹਾਲ ਆ, ਕਿ ਆਉਣ ਵਾਲੇ ਸਮੇਂ 'ਚ ਅਸੀਂ ਰੱਖੀਏ ਕਿ ਤੁਸੀਂ ਪਲੈਨਿੰਗ ਇਦਾਂ ਦੀ ਬਣਾ ਕੇ ਉਹਨਾਂ ਗਾਵਾਂ ਦਾ ਕੋਈ ਸਹਾਰਾ ਬਣੋਗੇ ਜਾਂ ਉਹਨਾਂ ਦੀ ਕੋਈ ਰੱਖਿਆ ਕਰੋਗੇ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਅੱਜ ਤੁਹਾਨੂੰ ਵਾਅਦਾ ਕਰਦਾ ਕਿ ਜਦੋਂ ਵੀ ਮੈਨੂੰ ਕੋਈ ਮੌਕਾ ਮਿਲਦਾ, ਮੈਂ ਪਹਿਲਾਂ ਵੀ ਕਰਦਾ ਆ ਰਿਹਾ। ਹੁਣ ਪਰਸੋਂ ਦੀ ਰਾਤ ਦੀ ਵੀ ਗੱਲ ਹੈ ਕਿ ਕੁਝ ਗਊਆਂ ਰੋਡ ਤੇ ਬੈਠੀਆਂ ਸੀ। ਸਾਡੇ ਤੁਹਾਨੂੰ ਮੈਂ ਦੱਸਿਆ ਕਿ ਸਾਡੇ ਡੇਲੀ ਘਰ ਦੇ ਵਿੱਚ ਪਹਿਲਾਂ ਗਊ ਮਾਤਾ ਲਈ ਰੋਟੀ ਬਣਦੀ ਹੈ। ਉਹ ਉਸ ਦਿਨ ਮੈਂ ਗਊਸ਼ਾਲਾ ਨਹੀਂ ਜਾ ਸਕਿਆ, ਉਹੀ ਰੋਟੀਆਂ ਮੈਂ ਗਊਸ਼ਾਲਾ ਜਾਣ ਦੀ ਬਜਾਏ ਉਹਨਾਂ ਜਿਹੜੀ ਅਵਾਰਾ ਗਊਆਂ ਰੋਡ ਤੇ ਬੈਠੀਆਂ ਸੀ ਉਹਨਾਂ ਨੂੰ ਖਵਾਉਣੀ ਜ਼ਿਆਦਾ ਠੀਕ ਸਮਝਿਆ, ਨਾ ਕਿ ਮੈਂ ਗਊਸ਼ਾਲਾ ਜਾ ਕੇ ਖਵਾਉਣਾ ਉਹਨਾਂ ਨੂੰ। ਜਿਹੜਾ ਗਊ ਮੂਤਰ ਦੀ ਤੁਸੀਂ ਗੱਲ ਕੀਤੀ ਆ ਵੀ ਸ਼ੁੱਧ ਹੈ, ਤੁਸੀਂ ਕਹਿ ਰਹੇ ਹੋ, ਤੁਹਾਡੇ ਕਹਿਣ ਮੁਤਾਬਕ ਆ ਵੀ ਨਾਸਾ ਨੇ ਵੀ ਮੰਨਿਆ, ਚਲੋ ਮੇਰੇ ਧਿਆਨ 'ਚ ਨਹੀਂ ਹੈ। ਉਹੀ ਚਾਰਾ ਜਿਹੜਾ ਵਾ ਗਾਂ ਖਾਂਦੀ ਹੈ, ਉਹੀ ਚਾਰਾ ਜਿਹੜਾ ਉਹ ਬਲਦ ਖਾਂਦਾ, ਉਹੀ ਚਾਰਾ ਜਿਹੜਾ ਉਹ ਖਾਂਦੇ ਨੇ, ਫਿਰ ਉਹਨਾਂ ਦੇ ਗਊ ਮੂਤਰ 'ਚ ਤੁਸੀਂ ਕੋਈ ਸਮਝਦੇ ਹੋ ਫਰਕ ਹੋਏਗਾ? ਕੱਲਾ ਗਊ ਮੂਤਰ ਹੀ ਕਿਉਂ ਪਵਿੱਤਰ? ਗਊ ਮੂਤਰ ਇਸ ਕਰਕੇ ਪਵਿੱਤਰ ਹੈ ਕਿਉਂਕਿ ਸਾਡੇ ਭਗਵਾਨ ਕ੍ਰਿਸ਼ਨ ਜੀ ਜਦੋਂ ਗਊਆਂ ਨੂੰ ਚਰਾਉਂਦੇ ਸੀ, ਉਸ ਪੁਰਾਤਨ ਸਮੇਂ ਤੋਂ ਇਹ ਪ੍ਰਥਾ ਜਿਹੜੀ ਚੱਲਦੀ ਆ ਰਹੀ ਹੈ। ਹੁਣ ਜਿਵੇਂ ਪਾਲਾ ਜੀ ਸੇਵਾਦਾਰ ਤੁਸੀਂ ਦੱਸਿਆ ਸੀ, ਜਿਹੜੇ ਪਿੱਛੇ ਅਕਾਲ ਚਲਾਣਾ ਕਰ ਗਏ, ਉਹ ਵੀ ਗਊਆਂ ਦੇ ਬਹੁਤ ਵੱਡੇ ਸੇਵਕ ਸੀਗੇ, ਉਹ ਵੀ ਸੇਵਾ ਕਰਦੇ ਆ ਰਹੇ ਸੀ। ਮੈਂ ਵੀ ਉਹਨਾਂ ਦੀ ਕਿਤੇ ਨਾ ਕਿਤੇ ਕੋਈ ਜੀਵਨੀ ਵੀ ਪੜ੍ਹੀ ਸੀ, ਸੋਸ਼ਲ ਮੀਡੀਆ ਤੇ ਵੀ ਦੇਖਿਆ ਸੀ। ਗਊ ਮੂਤਰ ਦੇ ਵਿੱਚ 33 ਕਰੋੜ ਦੇਵੀ ਦੇਵਤਾ ਵਾਸ ਕਰਦੇ ਨੇ, ਔਰ ਜਿਹੜਾ ਤੁਸੀਂ ਬਲਦ ਜਾਂ ਜਿਹਨੂੰ ਆਪਾਂ ਨੰਦੀ ਵੀ ਕਹਿ ਸਕਦੇ ਨੇ, ਉਹ ਵੀ ਭਗਵਾਨ ਭੋਲੇਨਾਥ ਦੇ ਨਾਲ ਪੂਜਨੀਏ ਉਹਨਾਂ ਹੀ ਹੁੰਦਾ ਹੈ। ਬਿਲਕੁਲ। ਔਰ ਅਸੀਂ ਜਦੋਂ ਭਗਵਾਨ ਭੋਲੇਨਾਥ ਦੇ ਸ਼ਿਵਲਿੰਗ ਤੇ ਦੁੱਧ ਚੜਾਉਣ ਜਾਂਦੇ ਹਾਂ, ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਵਾਂ, ਉਹਦਾ ਦੇ ਨਾਲ ਮਾਤਾ ਪਾਰਵਤੀ, ਭਗਵਾਨ ਕਾਰਤਿਕੇ ਤੇ ਨਾਲ ਨੰਦੀ ਭਗਵਾਨ ਤੇ ਸੂਰਯ ਭਗਵਾਨ ਵੀ ਨਾਲ ਸੁਸ਼ੋਭਿਤ ਹੁੰਦੇ ਨੇ। ਤੇ ਗਊ ਮੂਤਰ ਦੇ ਗਊ ਮਾਤਾ ਦੇ ਵਿੱਚ 33 ਕਰੋੜ ਦੇਵੀ ਦੇਵਤਾਂ ਦਾ ਵਾਸ ਹੁੰਦਾ ਹੈ। ਇਹ ਜਿਹੜਾ ਸਾਡੇ ਗ੍ਰੰਥਾਂ ਦੇ ਵਿੱਚ, ਵੇਦ ਪੁਰਾਣਾਂ ਦੇ ਵਿੱਚ ਲਿਖਿਆ ਗਿਆ, ਤੇ ਗਊ ਨੂੰ ਹਮੇਸ਼ਾ ਪੂਜਨੀय ਮੰਨਿਆ ਗਿਆ। ਕੱਲੀ ਗਊ ਹੀ ਕਿਉਂ ਜੀ, ਬਲਦ ਕਿਉਂ? ਦੇਖੋ ਇਹਦੇ ਪਿੱਛੇ ਹੁਣ ਗਊ ਕਿਉਂ ਜਾਂ ਬਲਦ ਕਿਉਂ, ਇਹਨਾਂ ਦੇ ਵਿੱਚ ਇਸ ਡਿਟੇਲ ਦੇ ਵਿੱਚ ਇਹਦੀ ਜਿਹੜੀ ਇਹ ਹੈ ਡਿਟੇਲ, ਇਹਦੇ ਲਈ ਜਾਣਨ ਦੇ ਲਈ ਸਾਨੂੰ ਕਿਸੇ ਮਹਾਰਥੀ ਜਾਂ ਜਿਹੜੇ ਸਾਡੇ ਧਰਮ ਦੇ ਰਹੇ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਲੈਣੀ ਪੈਣੀ ਹੈ। ਪਰ ਗਊ ਮਾਤਾ ਨੂੰ ਹਮੇਸ਼ਾ ਪੂਜਨੀय ਕਿਹਾ ਗਿਆ। ਮੈਂ ਤੁਹਾਨੂੰ ਇਹ ਵੀ ਕਿਹਾ ਕਿ ਬਲਦ ਜਾਂ ਜਿਹਨੂੰ ਅਸੀਂ ਨੰਦੀ ਵੀ ਕਹਿੰਦੇ ਹਾਂ, ਉਹ ਵੀ ਉਹਨੇ ਇੱਕ ਪੂਜਨੀय ਨੇ। ਹੋ ਸਕਦਾ ਕੋਈ ਸ੍ਰਿਸ਼ਟੀ ਦੀ ਰਚਨਾ ਇਦਾਂ ਦੀ ਹੋਵੇ ਕਿ ਗਊ ਮਾਤਾ ਦੇ ਵਿੱਚ ਹੀ ਸਾਰੀ ਉਹ ਸ੍ਰਿਸ਼ਟੀ ਜਿਹੜੀ ਰਚੀ ਹੋਵੇ, ਕਿਉਂਕਿ ਮੈਂ ਨਹੀਂ ਇਹ ਸ੍ਰਿਸ਼ਟੀ ਬਣਾਈ ਤੇ ਮੈਂ ਉਹ ਗ੍ਰੰਥ ਨਹੀਂ ਲਿਖੇ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਵਰਣਨ ਕੀਤਾ ਗਿਆ। ਗਊ ਮਾਤਾ ਪੂਜਨੀय
ਹੈ ਔਰ ਉਹਨਾਂ ਦੇ ਪਿੱਛੇ ਕੋਈ ਕਾਰਨ ਹੈ ਤੇ ਤਾਂ ਹੀ ਹੈ। ਇਹ ਚੀਜ਼ ਨਾਸਾ ਨੇ ਵੀ ਮੰਨੀ ਹੈ, ਸਾਡੇ ਬਾਬਾ ਰਾਮਦੇਵ ਜੀ ਵੀ ਕਿਤੇ ਨਾ ਕਿਤੇ ਗਊ ਮੂਤਰ ਦਾ ਪ੍ਰਯੋਗ ਕਰਦੇ ਆਏ ਨੇ ਤੇ ਉਹਨੂੰ ਵੀ ਉਹ ਪ੍ਰਮੋਟ ਕਰਦੇ ਆਏ ਨੇ। ਤੇ ਗਊ ਮੂਤਰ ਜਿਹੜੀ ਤੁਸੀਂ ਗੱਲ ਕਰਦੇ ਹੋ, ਜੇ ਬਾਬਾ ਰਾਮਦੇਵ ਉਹਨੂੰ ਵੇਚ ਰਹੇ ਆ, ਤੇ ਜਿਹੜੀਆਂ ਅਵਾਰਾ ਇੰਨੀਆਂ ਗਾਵਾਂ ਫਿਰਦੀਆਂ ਨੇ ਉਹਨਾਂ ਨੂੰ ਗਊਸ਼ਾਲਾ ਵਾਲੇ ਵੀ ਕੀ ਕਰਦੇ ਨੇ, ਜਿਹੜੀਆਂ ਦੁੱਧ ਦਿੰਦੀਆਂ ਨੇ ਉਹਨਾਂ ਨੂੰ ਲੈ ਜਾਂਦੇ ਨੇ ਚੁਣ ਚੁਣ ਕੇ, ਜਿਹੜੀਆਂ ਬਾਕੀ ਨੇ ਉਹ ਵਿਚਾਰੀਆਂ ਸੜਕਾਂ ਤੇ ਉਵੇਂ ਘੁੰਮਦੀਆਂ ਨੇ। ਕੀ ਤੁਹਾਨੂੰ ਲੱਗਦਾ ਨਹੀਂ ਕਿ ਬਾਬਾ ਰਾਮਦੇਵ ਨੂੰ ਵੀ ਇਹ ਜਿਹੜੀਆਂ ਗਊਆਂ ਏਦਾਂ ਘੁੰਮਦੀਆਂ ਨੇ ਉਹਨਾਂ ਨੂੰ ਸੰਭਾਲ ਕੇ ਉਹਨਾਂ ਦਾ ਬਿਜ਼ਨਸ ਵੱਧਦਾ, ਸਗੋਂ ਉਹ ਕਿਉਂ ਨਹੀਂ ਸਾਂਭਦੇ? ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਸੀ, ਇਹਦੇ ਵਿੱਚ ਜਿੰਨੇ ਅਸੀਂ ਸਾਡੇ ਗਊਸ਼ਾਲਾ ਵਾਲੇ ਜ਼ਿੰਮੇਵਾਰ ਨੇ, ਸਾਡੇ ਕਿਸਾਨ ਭਰਾ ਵੀ ਜ਼ਿੰਮੇਵਾਰ ਨੇ। ਜਦੋਂ ਤੱਕ ਤਾਂ ਕੋਈ ਚੀਜ਼ ਫਾਇਦਾ ਦਿੰਦੀ ਹੈ ਉਹ ਸਾਡੇ ਘਰ ਦੀ ਸ਼ੋਭਾ ਬਣਦੀ ਹੈ। ਹੁਣ ਜੇ ਤੁਸੀਂ ਮੰਨ ਲਓ ਕਿ ਮੈਂ ਵੈਸੇ ਇੱਕ ਐਗਜ਼ਾਮਪਲ ਦੇ ਤੌਰ ਤੇ ਕਰ ਰਿਹਾ ਕਿ ਘਰ ਦੇ ਵਿੱਚ ਅਸੀਂ ਕੋਈ ਕੁੱਤਾ ਪਾਲਿਆ ਹੋਵੇ, ਜਦ ਤੱਕ ਤਾਂ ਸਾਨੂੰ ਪੂੰਛ ਮਾਰੇ ਤਦ ਤੱਕ ਤਾਂ ਸਾਡੇ ਨਾਲ ਹੈ, ਜਦੋਂ ਸਾਨੂੰ ਵੱਢਣਾ ਸ਼ੁਰੂ ਕਰ ਦੇ ਤਾਂ ਕੀ ਤੁਸੀਂ ਉਹ ਕੁੱਤਾ ਰੱਖਣਾ ਪਸੰਦ ਕਰੋਗੇ? ਇਸ ਤਰ੍ਹਾਂ ਹੀ ਹੈ ਕਿ ਜਦੋਂ ਤੱਕ ਗਊ ਮਾਤਾ ਕਿਸਾਨਾਂ ਭਰਾਵਾਂ ਦੇ ਅੰਦਰ ਘਰਾਂ ਦੇ ਵਿੱਚ ਹੁੰਦੀਆਂ, ਉਹ ਦੁੱਧ ਦੇ ਰਹੀਆਂ ਹੁੰਦੀਆਂ, ਫਾਇਦਾ ਦੇ ਰਹੀਆਂ ਹੁੰਦੀਆਂ, ਤਾਂ ਉਹਨਾਂ ਨੂੰ ਪਾਲਦੇ ਨੇ, ਚਾਰਾ ਵੀ ਖਵਾਉਂਦੇ ਨੇ। ਜਦੋਂ ਉਹ ਬਾਂਝ ਬਣ ਜਾਂਦੀਆਂ, ਦੁੱਧ ਨਹੀਂ ਦੇ ਪਾਉਂਦੀਆਂ, ਤਾਂ ਉਹੀ ਕਿਸਾਨ ਭਰਾ ਉਹਨਾਂ ਨੂੰ ਘਰਾਂ ਦੇ ਵਿੱਚੋਂ ਕੱਢ ਦਿੰਦੇ ਨੇ ਤੇ ਉਹੀ ਰੋਡ ਦੇ ਉੱਪਰ ਘੁੰਮਦੀਆਂ ਸੜਕਾਂ ਦੇ ਵਿੱਚ ਤੁਹਾਡੇ ਐਕਸੀਡੈਂਟਾਂ ਦਾ ਕਾਰਨ ਬਣਦੀਆਂ। ਇਹਦੇ ਲਈ ਤੁਸੀਂ ਫਿਰ ਜਿਹੜੀਆਂ ਘੁੰਮਦੀਆਂ ਨੇ ਸੜਕਾਂ ਤੇ ਆਵਾਰਾ, ਫਿਰ ਇਹਦੇ ਲਈ ਤੁਸੀਂ ਕਿਸਾਨ ਭਰਾਵਾਂ ਨੂੰ ਦੋਸ਼ੀ ਮੰਨਦੇ ਹੋ? ਕਿਤੇ ਨਾ ਕਿਤੇ ਉਹਨਾਂ ਦਾ ਵੀ ਇਹ ਦੇਖੋ, ਇਹ ਹੁਣ ਜਿਹੜੀਆਂ ਅੱਜ ਕੱਲ ਤੁਸੀਂ ਸ਼ਹਿਰ ਦੇ ਵਿੱਚ ਹੁਣ ਕਿਸੇ ਵੀ ਜਗ੍ਹਾ ਤੇ ਦੇਖ ਲਓ, ਕਿਸੇ ਵੀ ਘਰ ਦੇ ਵਿੱਚ ਗਊ ਜਾਂ ਮੱਝ ਨਹੀਂ ਰੱਖੀ ਗਈ ਹੁੰਦੀ। ਇਹ ਜਿੰਨੇ ਵੀ ਪਸ਼ੂ ਨੇ ਕਿਸਾਨੀ ਨਾਲ ਰਿਲੇਟਡ ਜ਼ਿਆਦਾ ਦੇਖੇ ਜਾਂਦੇ ਨੇ ਜਾਂ ਗਊਸ਼ਾਲਾ 'ਚ ਦੇਖੇ ਜਾਂਦੇ ਨੇ। ਕਿਤੇ ਨਾ ਕਿਤੇ ਸਾਡੇ ਸ਼ਹਿਰ ਦੇ ਵਿੱਚ ਕਿਤੇ ਵੀ ਇਹ ਤੁਹਾਨੂੰ ਪਸ਼ੂ ਨਹੀਂ ਦੇਖਣ ਨੂੰ ਮਿਲਦੇ। ਨਹੀਂ ਸਰ, ਅਸੀਂ ਆਏ ਹਾਂ ਹੈਪਪੁਰ ਰੋਡ ਦੇ ਉੱਤੇ ਵੀ ਘੱਟੋ ਘੱਟ ਸਾਨੂੰ ਆਉਂਦੀਆਂ 10 ਗਾਵਾਂ ਮਿਲੀਆਂ। ਮੈਂ ਸਰ ਇਹ ਨਹੀਂ ਕਿਹਾ ਕਿ ਮੇਨ ਰੋਡ ਤੇ ਨਹੀਂ ਮਿਲਣਗੀਆਂ, ਮੈਂ ਕਿਹਾ ਵੀ ਘਰਾਂ ਦੇ ਵਿੱਚ ਬੰਨੀਆਂ ਜਾਂ ਪਾਲੀਆਂ ਹੋਈਆਂ ਨਹੀਂ ਮਿਲਣਗੀਆਂ। ਕਿਉਂਕਿ ਰੂਲ ਦੇ ਮੁਤਾਬਕ ਤੁਸੀਂ ਜਿਹੜੀ ਡੈਰੀ ਹੈ ਉਹ ਡੈਰੀਆਂ ਤੁਹਾਡੀਆਂ ਸ਼ਹਿਰ ਦੇ ਅਰਬਨ ਏਰੀਆ ਤੋਂ ਬਾਹਰ ਹੋਣੀਆਂ ਚਾਹੀਦੀਆਂ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੌਜੂਦਾ ਡੈਰੀਆਂ ਨੇ ਉਹ ਵੀ ਅੱਗੇ ਜਾ ਕੇ ਟ੍ਰਾਂਸਫਰ ਹੋਣ ਦੇ ਚਾਂਸਸ ਹੈ। ਬਹੁਤ ਸਾਰੀਆਂ ਡੈਰੀਆਂ ਨੇ ਜਿਹੜੀਆਂ ਹਿੰਦੂ ਭਰਾ ਵੀ ਚਲਾਉਂਦੇ ਆ। ਬਿਲਕੁਲ ਚਲਾਉਂਦੇ ਨੇ, ਉਹਨਾਂ ਨੂੰ ਵੀ ਦੋਸ਼ੀ ਮੰਨਦੇ? ਨਹੀਂ, ਜਿਹੜਾ ਇਹ ਮੈਂ ਕਿਸੇ ਪਾਰਟਿਕੂਲਰ ਧਰਮ ਦੀ ਗੱਲ ਨਹੀਂ ਕੀਤੀ, ਮੈਂ ਕਿਸਾਨ ਭਰਾਵਾਂ ਦੀ ਹਿੰਦੂ ਭਰਾਵਾਂ, ਮੈਂ ਧਰਮ ਦੀ ਗੱਲ ਨਹੀਂ ਕਰਦਾ ਜੀ। ਉਹਦੇ ਵਿੱਚ ਪੰਡਤ ਵੀ ਆ ਸਕਦੇ ਨੇ ਜਾਂ ਹਿੰਦੂ ਧਰਮ ਦੇ ਵਿੱਚ ਜਿਹੜੀਆਂ ਬਾਕੀ ਕਾਸਟਾਂ ਨੇ, ਚਲੋ ਮੈਨੂੰ ਨਹੀਂ ਪਤਾ, ਮੈਂ ਗੱਲ ਕਰਦਾ ਉਸ ਭਾਈਚਾਰੇ ਦੀ ਜਿਹੜਾ ਉਹ ਬਿਜ਼ਨਸ ਕਰ ਰਿਹਾ। ਬਿਲਕੁਲ, ਮੈਂ ਬਿਜ਼ਨਸ ਦੀ ਗੱਲ ਕੀਤੀ, ਮੈਂ ਕਿਸੇ ਵੀ ਧਰਮ ਤੇ ਵਿਸ਼ੇਸ਼ ਤੇ ਟਿੱਪਣੀ ਨਹੀਂ ਕੀਤੀ। ਮੈਂ ਕਿਸੇ ਨੂੰ ਇਹ ਨਹੀਂ ਕਿਹਾ, ਮੈਂ ਕਿਸਾਨ ਭਰਾ ਕਹੇ ਸੀ। ਉਹਨਾਂ ਦੇ ਵਿੱਚ ਉਹ ਹਰੀਜਨ ਵੀ ਆ ਸਕਦੇ ਨੇ, ਕੋਈ ਦੂਜਾ ਆਪਣਾ ਸ਼ੂਦਰ ਵੀ ਆ ਸਕਦੇ ਨੇ, ਬ੍ਰਾਹਮਣ ਵੀ ਆ ਸਕਦੇ ਨੇ, ਹੋਰ ਵੀ ਬੜੇ ਧਰਮਾਂ ਦੇ ਆ ਸਕਦੇ ਨੇ। ਜਿਹੜਾ ਤੁਸੀਂ ਇੱਕ ਸ਼ਬਦ ਵਰਤਿਆ ਹੁਣੇ ਹਰੀਜਨ, ਤੁਹਾਨੂੰ ਪਤਾ ਹੀ ਇਹ ਬੈਨ? ਨਹੀਂ, ਇਹਦੇ ਬਾਰੇ ਮੈਨੂੰ ਨਹੀਂ ਜਾਣਕਾਰੀ ਵੀ ਹਰੀਜਨ ਦੇ ਵਿੱਚ ਮਤਲਬ ਜਿਹਦੇ ਪੁਰਾਣੇ ਟਾਈਮ ਦੇ ਵਿੱਚ ਜੋ ਦੱਸਿਆ ਗਿਆ ਸੀ ਵੀ ਜਿਹੜੇ ਬਹੁਤ ਹੀ ਥੱਲੇ ਕਿਸ ਤਰ੍ਹਾਂ ਉਹਨੂੰ ਕਹਿ ਸਕਦਾ, ਸ਼ੂਦਰ। ਤੁਸੀਂ ਤੁਹਾਡੀ ਸ਼ਬਦ ਦੇ ਵਿੱਚ ਮੈਂ ਸ਼ੋਧ ਕਰਦਾ, ਸ਼ੂਦਰ ਕਹਿੰਦੇ। ਹਾਂ, ਜਿਸ ਤਰ੍ਹਾਂ ਮਤਲਬ ਉਹ ਪੁਰਾਣੇ ਟਾਈਮ ਦੇ ਵਿੱਚ ਮੇਰੇ ਇਤਿਹਾਸ ਦੇ ਵਿੱਚ ਪੜ੍ਹਿਆ ਗਿਆ ਸੀ ਉਹ ਸ਼ਬਦ। ਭਾਰਤੀ ਕਾਨੂੰਨ ਦੇ ਮੁਤਾਬਕ ਜੀ ਹਰੀਜਨ ਸ਼ਬਦ ਬੈਨ ਹੈ, ਕਿਉਂਕਿ ਹਰੀਜਨ ਦਾ ਮਤਲਬ ਹੁੰਦਾ ਹਰੀ ਦਾ ਜਨ। ਅੱਛਾ। ਪਿੱਛੇ ਪੁਰਾਤਨ ਸਮਿਆਂ ਦੇ ਵਿੱਚ ਜਿਹੜੀਆਂ ਔਰਤਾਂ ਦਾ ਬੱਚੇ ਜਿਹੜੇ ਹੁੰਦੇ ਸੀ, ਜਿਨ੍ਹਾਂ ਦੇ ਪਿਤਾ ਦਾ ਨਹੀਂ ਪਤਾ ਹੁੰਦਾ ਸੀ, ਦਾਸੀਆਂ ਬਣਾ ਕੇ ਰੱਖੀਆਂ ਹੁੰਦੀਆਂ ਸੀ, ਉਹਨਾਂ ਦੇ ਬੱਚਿਆਂ ਨੂੰ ਹਰੀ ਦਾ ਜਨ ਕਹਿ ਕੇ ਪੁਜਾਰਿਆ ਜਾਂਦਾ, ਜੋ ਕਿ ਹੁਣ ਬਹੁਤ ਸਮੇਂ ਤੋਂ ਭਾਰਤ ਸਰਕਾਰ ਨੇ ਕਾਨੂੰਨ ਦੇ ਮੁਤਾਬਕ ਬੈਨ ਕੀਤਾ ਹੈ। ਜੋ ਤੁਸੀਂ ਹੁਣ ਬੋਲਿਆ ਠੀਕ ਹੈ। ਮੇਰੇ ਜਾਣਕਾਰੀ ਦੇ ਵਿੱਚ ਇਸ ਸ਼ਬਦ ਨੂੰ ਲੈ ਕੇ ਕੋਈ ਭਾਵ ਕੋਈ ਗਲਤ ਨਹੀਂ ਸੀ, ਜਾਂ ਇਸ ਦੇ ਬਾਰੇ ਕੋਈ ਮੈਨੂੰ ਹੋ ਸਕਦਾ ਹਰ ਵਾਰੀ ਹਰੇਕ ਚੀਜ਼ ਦੀ ਹਰੇਕ ਜਾਣਕਾਰੀ ਕੋਈ ਤੁਹਾਡੇ ਦਿਮਾਗ ਦੇ ਵਿੱਚ ਇੱਕੋ ਦਮ ਨਹੀਂ ਚੱਲਦੀ ਹੁੰਦੀ। ਔਰ ਹੁਣ ਵੀ ਮੈਂ ਤੁਹਾਡੇ ਨਾਲ ਜੇ ਇੰਟਰਵਿਊ ਦੇ ਵਿੱਚ ਬੈਠਾ, ਕੋਈ ਮੈਂ ਪਹਿਲਾਂ ਪ੍ਰੈਕਟਿਸ ਜਾਂ ਕੋਈ ਲੈਸਨ ਯਾਦ ਕਰਕੇ ਨਹੀਂ ਬੈਠਾ। ਤੇ ਜਿਹੜੇ ਮੇਰੇ ਅੰਦਰੋਂ ਭਾਵ ਆ ਰਹੇ ਨੇ, ਜੋ ਮੈਂ ਦੱਸ ਰਿਹਾ ਨਾ, ਉਹ ਮੇਰੀ ਆਪਣੀ ਇੱਕ ਐਕਸਪੀਰੀਅੰਸ ਮੇਰਾ ਬੋਲ ਰਿਹਾ। ਜਿਹੜਾ ਬਾਵੇ ਦੇ ਹੁੰਦਾ ਉਸੇ ਮੁੱਦੇ ਤੇ ਹੁੰਦਾ, ਜਿਹੜਾ ਬਾਵੇ ਨੇ ਗਾਣਾ ਗਾਇਆ ਉਹਦੇ ਵਿੱਚ ਉਹਨੇ ਇੱਕ ਗੱਲ ਕਹੀ ਆ ਵੀ ਗਰੀਬ ਲਈ ਮੁੱਕੀਆਂ ਤੇ ਪੱਥਰਾਂ ਲਈ ਬੁੱਧਾ, ਜਿਹਦੇ ਤੋਂ ਤੁਹਾਨੂੰ ਇਤਰਾਜ਼ ਆ। ਜਿਹੜਾ ਹਿੰਦੂ ਧਰਮ ਦੇ ਵਿੱਚ ਇੱਕ ਵਰਣ ਪ੍ਰਥਾ ਕਿ ਬ੍ਰਾਹਮਣ, ਵੈਸ਼, ਕਸ਼ਤਰੀ ਅਤੇ ਸ਼ੂਦਰ, ਉਸ ਵਰਣ ਪ੍ਰਥਾ ਨੂੰ ਮੰਨਦੇ ਹੋ ਤੁਸੀਂ? ਕਿਹੜੀ ਪ੍ਰਥਾ? ਵਰਣ ਪ੍ਰਥਾ, ਜਿਹਦੇ ਵਰਣ ਵੰਡੇ ਹੋਏ ਨੇ। ਦੇਖੋ, ਜਿਹੜਾ ਤੁਸੀਂ ਹੁਣੇ ਸ਼ਬਦ ਵਰਤਿਆ ਸ਼ੂਦਰ, ਜਾਂ ਮੈਂ ਦੱਸਾਂ, ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਸੀ ਉਦੋਂ ਸਿਰਫ 3 ਹੀ ਬੰਦਿਆਂ ਦੀ ਉਤਪਤੀ ਹੋਈ ਸੀ, ਨਰ, ਨਾਰੀ ਔਰ ਤੀਸਰਾ ਆਪਣਾ ਕਿੰਨਰ, ਚੌਥਾ ਕੋਈ ਵੀ ਨਹੀਂ ਸੀ। ਇਹ ਸਾਰੀਆਂ ਜਿਹੜੀਆਂ ਵੀ ਰਚਨਾਵਾਂ, ਜਿਹੜੀਆਂ ਵੀ ਇੱਥੇ ਇਹ ਬਣਾਏ ਗਏ ਧਰਮ ਜਾਤੀ, ਇਹ ਸਭ ਇਨਸਾਨੀ ਜਾਮੇ ਨੇ ਬਣਾਏ ਆ। ਇਹ ਕਿਸੇ ਵੀ ਭਗਵਾਨ ਨੇ ਸਾਨੂੰ ਇਨਸਾਨ ਬਣਾ ਕੇ ਭੇਜਿਆ ਸੀ। ਕੋਈ ਸ਼ੂਦਰ, ਕੋਈ ਕਿਸੇ ਨੂੰ ਬ੍ਰਾਹਮਣ, ਕਿਸੇ ਨੂੰ ਕੋਈ ਵਿਸ਼ੇਸ਼ ਟੈਗ ਨਹੀਂ ਲਗਾ ਕੇ ਬਣਾਇਆ ਸੀਗਾ। ਇਹ ਪੁਰਾਤਨ ਸਮੇਂ ਤ੍ਰੇਤਾ ਯੁੱਗ ਤੋਂ ਪਹਿਲਾਂ ਵੀ ਚੱਲਿਆ ਆ ਰਿਹਾ।
ਮਤਲਬ ਜਿਹੜੀ ਤੁਸੀਂ ਵਰਣ ਪ੍ਰਥਾ ਕਹਿੰਦੇ ਹੋ, ਤੁਸੀਂ ਕਹਿੰਦੇ ਹੋ ਵੀ ਇਹ ਤੇ ਤਾਂ ਜੋ ਪੁਰਾਣੇ ਸਮੇਂ ਤੋਂ ਚਲਦੀ ਆ ਰਹੀ ਆ ਇਹਦੇ ਵਿੱਚ ਜਿਹੜਾ ਇਹਦੇ ਵਿੱਚ ਉਹਨੇ ਇਸ ਗਾਣੇ ਦੇ ਵਿੱਚ ਜਿਹੜਾ ਗੱਲ ਕਹੀ ਆ, ਉਹਨੇ ਇਹੀ ਗੱਲ ਕਹੀ ਆ ਕਿ ਜਿਹੜੇ ਛੋਟੇ ਜਾਤ ਦੇ ਲੋਕ ਨੇ ਵੀ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਜਾਂਦਾ ਤੇ ਪੱਥਰਾਂ ਲਈ ਦੁੱਧ ਆ, ਉਹਨੇ ਇਹੀ ਸ਼ਬਦ ਵਰਤੇ ਨਾ ਜੀ। ਬਿਲਕੁਲ। ਤੇ ਇਹ ਤਰਾਸਦੀ ਨਹੀਂ ਸਾਡੇ ਦੇਸ਼ ਦੀ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਮੰਦਰ 'ਚ ਨਹੀਂ ਵੜਨ ਦਿੱਤਾ ਜਾ ਰਿਹਾ, ਕਿਉਂ ਸ਼ੂਦਰ? ਮੈਂ ਤੁਹਾਨੂੰ ਫਿਰ ਇਹੀ ਚੈਨਲ ਤੁਹਾਡੇ ਮਾਧਿਅਮ ਦੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਰਣਜੀਤ ਬਾਵਾ ਏਦਾਂ ਨਹੀਂ ਹੋਣਾ ਚਾਹੀਦਾ ਨਾ। ਨਹੀਂ ਹੋਣਾ ਚਾਹੀਦਾ। ਰਣਜੀਤ ਬਾਵਾ ਜੀ ਕੋਈ ਗਿਆਨੀ ਮਹਾਪੁਰਸ਼ ਸੰਤ ਨਹੀਂ ਹੈ। ਨਹੀਂ, ਗਿਆਨ ਤਾਂ ਕਿਸੇ ਨੂੰ ਵੀ ਹੋ ਸਕਦਾ ਜੀ, ਨੌਲੇਜ ਹੋ ਸਕਦੀ ਆ, ਆਪਾਂ ਗਿਆਨ ਨਹੀਂ ਕਹਿ ਸਕਦੇ ਉਹਨੂੰ, ਅਕਲ ਹੋ ਸਕਦੀ ਹੈ, ਨੌਲੇਜ ਹੋ ਸਕਦੀ ਆ। ਉਹ ਜਿਵੇਂ ਤੁਹਾਨੂੰ ਹੁਣ ਹਰੀਜਨ ਸ਼ਬਦ ਦਾ ਪਤਾ ਨਹੀਂ ਸੀ, ਮੈਨੂੰ ਪਤਾ ਸੀ, ਚਲੋ ਕੁਝ ਗੱਲਾਂ ਦਾ ਮੈਨੂੰ ਨਹੀਂ ਪਤਾ, ਉਹ ਤੁਹਾਨੂੰ ਪਤਾ ਹੋ ਸਕਦਾ। ਅਸੀਂ ਉਹਨੂੰ ਗਿਆਨੀ ਨਹੀਂ ਕਹਿ ਸਕਦੇ। ਉਹ ਇਹ ਸਾਨੂੰ ਕਹਿ ਵੀ ਨਹੀਂ ਰਿਹਾ ਕਿ ਜੋ ਮੈਂ ਗੱਲ ਕਹੀ ਆ ਉਹ ਸੱਚੀ ਆ ਤੇ ਉਹਨੂੰ ਮੰਨੋ। ਪਰ ਵਰਣ ਪ੍ਰਥਾ ਜਿਹੜੀ ਆ ਉਹ ਬਹੁਤ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਆ ਤੇ ਜਿਹੜੀ ਘਟਨਾ ਰਾਸ਼ਟਰਪਤੀ ਨੂੰ ਮੰਦਰ ਵਿੱਚ ਨਾ ਵੜਨ ਦੇਣ ਦੀ, ਇਹ ਸਾਡੇ ਸਾਹਮਣੇ ਹੋਈ ਹੈ। ਕਿਹੜੇ ਮੰਦਰ ਦੇ ਵਿੱਚ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਰਾਮ ਕਿਤੇ ਗਏ ਸੀਗੇ ਮੰਦਰ ਦੇ ਵਿੱਚ ਪੂਜਾ ਕਰਨ ਤੇ ਦੇਸ਼ ਦੇ ਰਾਸ਼ਟਰਪਤੀ ਜਿਹੜੇ ਕੋਇਨ ਜੀ ਨੇ ਹੁਣ ਨੇ, ਹਾਂਜੀ, ਉਹਨਾਂ ਨੂੰ ਅੰਦਰ ਐਂਟਰੀ ਨਹੀਂ ਕਰਨ ਦਿੱਤੀ ਸੀ। ਬਿਲਕੁਲ ਮੰਦਭਾਗੀ ਘਟਨਾ ਹੈ ਔਰ ਮੈਂ ਤੁਹਾਨੂੰ ਫਿਰ ਇਸ ਗੱਲ ਦੀ ਵਿਸ਼ਵਾਸ ਦਿਲਾਨਾ ਕਿ ਮੈਨੂੰ ਇਸ ਘਟਨਾ ਬਾਰੇ ਵੀ ਜਾਣਕਾਰੀ ਨਹੀਂ ਹੈ, ਕਿਉਂਕਿ ਜ਼ਰੂਰੀ ਨਹੀਂ ਕਿ ਹਰ ਵੇਲੇ ਮੈਂ ਚੈਨਲ ਜਾਂ ਫੋਨ ਤੇ ਬੈਠਾ ਹੋਵਾਂ ਤੇ ਮੈਨੂੰ ਹਰ ਘਟਨਾ ਬਾਰੇ ਪਤਾ ਹੋਵੇ। ਇਹ ਮੇਰੀ ਨੌਲੇਜ ਨਹੀਂ ਹੈ। ਦੂਜੀ ਗੱਲ, ਰਣਜੀਤ ਬਾਵਾ ਜੀ ਜੇ ਮਨੁੱਖਤਾ ਦੇ ਲਈ ਇੰਨਾ ਹੀ ਪਿਆਰ ਕਰਦੇ ਨੇ ਤਾਂ ਕਿਤੇ ਉਹਨਾਂ ਨੇ ਹੁਣ ਕੋਵਿਡ-19 ਦੇ ਇਸ ਮਾਧਿਅਮ ਸਮੇਂ ਦੇ ਦੌਰਾਨ ਕੋਰੋਨਾ ਵਾਇਰਸ ਦਾ ਜਦੋਂ ਚੱਲ ਰਿਹਾ, ਕਿਤੇ ਤੁਸੀਂ ਉਹਨਾਂ ਨੂੰ ਲੰਗਰ ਲਾਉਂਦੇ ਦੇਖਿਆ? ਕਿਤੇ ਉਹਨਾਂ ਨੂੰ ਤੁਸੀਂ ਪੈਸੇ ਵੰਡਦੇ ਦੇਖਿਆ ਕਿ ਉਹ ਗਰੀਬਾਂ ਦੇ ਵਿੱਚ ਪੈਸੇ ਵੰਡਦੇ ਹੋਣ? ਅਸੀਂ ਉਹਨਾਂ ਦਾ ਪੱਖ ਬਣ ਕੇ ਨਹੀਂ ਆਏ ਜੀ। ਅਸੀਂ ਤਾਂ ਤੁਹਾਨੂੰ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਮੀਡੀਆ ਤਾਂ ਨਿਊਟਰਲ ਹੁੰਦਾ, ਅਸੀਂ ਉਹਦਾ ਪੱਖ ਨਹੀਂ ਬਣ ਰਹੇ। ਸਾਨੂੰ ਨਹੀਂ, ਉਹ ਜੋ ਉਹਨੇ ਵਰਤਿਆ, ਜੇ ਉਹਦੇ ਵਿੱਚ ਕਿਸੇ ਦੀਆਂ ਭਾਵਨਾਵਾਂ ਭੜਕੀਆਂ ਨੇ ਉਹ ਗਲਤ ਆ। ਅਸੀਂ ਵੀ ਕਹਿੰਦੇ ਆ ਕਿ ਕਿਸੇ ਦੀਆਂ ਵੀ ਭਾਵਨਾਵਾਂ ਭੜਕਾਉਣ ਦਾ ਕਿਸੇ ਨੂੰ ਕੋਈ ਹੱਕ ਨਹੀਂ। ਪਰ ਮੈਂ ਇੱਥੇ ਤੁਸੀਂ ਉਹ ਗੱਲ ਕੀਤੀ ਆ ਕਿ ਉਹਨੇ ਗਾਣੇ ਦੇ ਵਿੱਚ ਜਿਹੜਾ ਗਰੀਬ ਲਈ ਕਿਹਾ ਜਾਂ ਛੋਟੇ ਵਰਗ ਲਈ ਕਿਹਾ, ਜਿਹੜਾ ਕਿ ਹਿੰਦੂ ਧਰਮ ਦੇ ਵਿੱਚ ਮੰਨਿਆ ਜਾਂਦਾ, ਮੰਦਿਰਾਂ ਦੇ ਵਿੱਚ ਨਹੀਂ ਵੜਨ ਦਿੱਤਾ ਜਾ ਰਿਹਾ। ਪਿੱਛੇ ਜੇ ਤੁਹਾਨੂੰ ਇਸ ਚੀਜ਼ ਦੀ ਜ਼ਰੂਰ ਨੌਲੇਜ ਹੋਊਗੀ, ਮੈਨੂੰ ਪਤਾ ਕਿ ਪਿੱਛੇ ਜਿਹੜੀਆਂ ਯੂਪੀ ਜਾਂ ਬਿਹਾਰ ਦੇ ਵਿੱਚ ਘਟਨਾਵਾਂ ਹੋਈਆਂ ਨੇ, ਲੋਕਾਂ ਨੂੰ ਮੰਦਰ ਵੜਨ ਦੇ ਉੱਤੇ ਕੁੱਟਿਆ ਗਿਆ, ਸੜਕ ਦੇ ਉੱਤੇ ਕੁਝ ਬੰਦਿਆਂ ਦੀਆਂ ਮੌਤਾਂ ਵੀ ਹੋਈਆਂ ਨੇ, ਨੌਜਵਾਨਾਂ ਦੀਆਂ। ਐਸੀ ਲੋਕ ਸੀ, ਦਲਿਤ ਲੋਕ ਸੀਗੇ। ਕੀ ਇਹ ਹੋਣਾ ਨਹੀਂ ਚਾਹੀਦਾ? ਬਿਲਕੁਲ ਨਹੀਂ ਹੋਣਾ ਚਾਹੀਦਾ। ਮੰਦਰ ਦੇ ਵਿੱਚ ਪ੍ਰਵੇਸ਼ ਕਰਨ ਦੇ ਲਈ ਕਿਸੇ ਧਰਮ ਜਾਤੀ ਦਾ ਵਿਸ਼ੇਸ਼ ਹੋਣਾ ਕੋਈ ਜ਼ਰੂਰੀ ਨਹੀਂ ਹੈ। ਮੰਦਰ ਸਭ ਦੇ ਲਈ ਇੱਕ ਹੈ। ਹੁਣ ਹਰਮੰਦਰ ਸਾਹਿਬ ਹੈ, ਉਹਨਾਂ ਦੇ ਜਦੋਂ ਉਹਨਾਂ ਦੀ ਸਥਾਪਨਾ ਹੋਈ ਸੀ ਤਾਂ ਉਹਨਾਂ ਦੇ 4 ਗੇਟ ਸੀ, ਯਾਨੀ ਕਿ ਉੱਥੇ ਹਿੰਦੂ, ਮੁਸਲਿਮ, ਸਿੱਖ, ਈਸਾਈ ਕੋਈ ਵੀ ਉੱਥੇ ਜਾ ਸਕਦਾ। ਜੇ ਅੱਜ ਅਸੀਂ ਉਹਨੂੰ ਦੇਖਿਆ ਜਾਵੇ ਤਾਂ ਕਹਿ ਦਈਏ ਕਿ ਹਰਮੰਦਰ ਸਾਹਿਬ ਸਿਰਫ ਸਿੱਖਾਂ ਦੇ ਲਈ ਹੈ, ਇਹ ਕਿਤੇ ਵੀ ਨਹੀਂ ਹੈ। ਹਰਮੰਦਰ ਸਾਹਿਬ ਜੀ ਦਾ ਜਿਹੜਾ ਸਹੀ ਮਤਲਬ ਹੈ ਹਰੀ ਕਾ ਮੰਦਰ, ਔਰ ਉਸ ਦੀ ਨੀਂਹ ਜਿਹੜੀ ਰੱਖੀ ਸੀ ਉਹ ਮੀਆਂ ਮੀਰ ਜੀ ਨੇ ਰੱਖੀ ਸੀ। ਔਰ ਤੁਹਾਨੂੰ ਇੱਕ ਜਾਣਕਾਰੀ ਮੈਂ ਹੋਰ ਦੇ ਦਿੰਦਾ ਕਿ ਭਗਵਾਨ ਵਿਸ਼ਨੂੰ ਉਦੋਂ ਆਪ ਸਾਖਸ਼ਾਤਕਾਰ ਸੇਵਾ ਕਰਨ ਲਈ ਉੱਥੇ ਆਏ ਸੀ, ਇਸੇ ਕਰਕੇ ਉਹਨਾਂ ਨੂੰ ਉਸ ਦਾ ਨਾਮ ਹਰਮੰਦਰ ਸਾਹਿਬ ਪਿਆ ਸੀ। ਉਸ ਦਾ ਸਹੀ ਮੀਨਿੰਗ ਹੈ ਹਰੀ ਕਾ ਮੰਦਰ। ਇਹ ਕਿਤੇ ਏਦਾਂ ਤਾਂ ਨਹੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੀ ਹਿੰਦੂ ਧਰਮ ਵਾਲੇ ਕਲੇਮ ਕਰਨ ਵੀ ਸਾਡਾ ਮੰਦਰ ਹੈ? ਨਹੀਂ ਜੀ ਨਹੀਂ, ਉਹ ਦੇਖੋ ਕਿਤੇ ਵੀ ਕੋਈ ਮੇਰਾ ਕਿਸੇ ਧਰਮ ਪ੍ਰਤੀ ਇਹ ਨਹੀਂ ਹੈ। ਮੈਂ ਸਿਰਫ ਤੁਹਾਨੂੰ ਇੱਕ ਹੀ ਦੱਸਿਆ ਜੋ ਇਤਿਹਾਸ ਬੋਲਦਾ, ਜੋ ਇਤਿਹਾਸ ਦੇ ਵਿੱਚ ਲਿਖਿਆ ਹੈ। ਉਹ ਸਭ ਧਰਮਾਂ ਦਾ ਸਾਂਝਾ ਧਰਮ ਸਥਾਨ ਹੈ। ਮੈਂ ਵੀ ਉੱਥੇ ਜਾਣਾ, ਮੈਂ ਵੀ ਉੱਥੇ ਸ਼ੀਸ਼ ਨਿਵਾਉਣਾ। ਮੈਂ ਉੱਥੇ 3 ਤੋਂ 4 ਵਾਰੀ ਜਾ ਕੇ ਦਰਸ਼ਨ ਕਰਨ ਦਾ ਮੈਨੂੰ ਮੌਕਾ ਮਿਲਿਆ ਤੇ ਜਦੋਂ ਵੀ ਮੈਂ ਅੰਮ੍ਰਿਤਸਰ ਜਾਣਾ ਤੇ ਮੈਂ ਪਹਿਲਾਂ ਦਰਬਾਰ ਸਾਹਿਬ ਹੋ ਕੇ ਆਉਣਾ, ਫਿਰ ਮੈਂ ਦੁਰਗਿਆਨਾ ਮੰਦਿਰ ਵੀ ਜਾਣਾ। ਇੱਕ ਸਾਡੇ ਗੁਰਬਾਣੀ ਦੇ ਵਿੱਚ ਰਵਿਦਾਸ ਮਹਾਰਾਜ ਨੇ ਕਿਹਾ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸੰਵਸੇ ਰਵਿਦਾਸ ਰਹੇ ਪ੍ਰਸੰਨ। ਕਿਤੇ ਉਸ ਗਾਣੇ ਦੇ ਵਿੱਚ ਜਿਹੜਾ ਬਾਵੇ ਨੇ ਇਹ ਵੀ ਗੱਲ ਕਹੀ ਆ ਕਿ ਇਹ ਛੋਟਿਆਂ ਲਈ, ਸਾਨੂੰ ਗਰੀਬਾਂ ਲਈ ਏਦਾਂ ਨਹੀਂ। ਤੇ ਜਿਹਦੇ ਤੋਂ ਤੁਹਾਨੂੰ ਇਤਰਾਜ਼ ਸੀ, ਇਹ ਤੁਹਾਨੂੰ ਉਹ ਗੱਲ ਲੱਗੀ ਨਹੀਂ ਉਹਦੇ ਵਿੱਚ ਕਿ ਜੇ ਕਿਸੇ ਗਰੀਬ ਦੇ ਹੱਕ ਲਈ ਉਹਨੇ ਗੱਲ ਕੀਤੀ ਆ ਤਾਂ ਉੱਥੇ ਪੱਥਰ ਉਹਨੇ ਪਾਰਟੀਕੂਲਰ ਨਹੀਂ ਕਿਹਾ। ਦੇਖੋ, ਮੈਂ ਕਦੇ ਵੀ ਕਿਸੇ ਗਰੀਬ ਦੇ ਖਿਲਾਫ ਨਹੀਂ ਹੈ। ਜੇ ਕਿਸੇ ਗਰੀਬ ਦੀ ਰੋਟੀ ਕੋਈ ਕਿਸੇ ਨੂੰ ਖਵਾਉਂਦਾ ਹੈ, ਸਾਡੇ ਸ਼ਾਸਤਰਾਂ 'ਚ ਲਿਖਿਆ ਗਿਆ ਕਿ ਨਰ ਸੇਵਾ ਨਰਾਇਣ ਸੇਵਾ। ਅੱਜ ਦੀ ਡੇਟ ਦੇ ਵਿੱਚ ਮੰਦਿਰ, ਗੁਰਦੁਆਰਾ ਜਾਂ ਚਰਚ ਜਾਂ ਮਸਜਿਦ ਉੱਥੇ ਦਾਨ ਦੇਣ ਤੋਂ ਪਹਿਲਾਂ ਅੱਜ ਹੁਣ ਕਿੰਨਾ ਕਰੂਸ਼ਲ ਸਮਾਂ ਚੱਲ ਰਿਹਾ ਹੈ। ਮੈਂ ਖੁਦ 10 ਤੋਂ 12 ਦਿਨ ਲੰਗਰ ਦੀ ਸੇਵਾ ਕਰਦਾ ਰਿਹਾ। ਮੇਰੀ ਫੇਸਬੁੱਕ ਤੇ ਅਪਡੇਟ ਹੈ ਵੱਖ-ਵੱਖ ਸਲਮ ਏਰੀਆ ਦੇ ਵਿੱਚ। ਇਹ ਤਾਂ ਚਾਹੀਦਾ ਵੀ ਹੈ ਸਰ। ਤੁਸੀਂ ਜਿਹੜਾ ਇਸ ਟਾਈਮ ਬਹੁਤ ਪ੍ਰੋਬਲਮ ਆ ਰਹੀ ਆ, ਪਰ ਜਿਹੜੀ ਕੋਵਿਡ-19 ਦੇ ਜਿਹੜੇ ਤੁਸੀਂ 44 ਜਾਂ 45 ਦਿਨ ਦੇਖੇ ਨੇ, ਇਹਦੇ ਵਿੱਚ ਬਹੁਤ ਸਾਰੀਆਂ ਤੁਸੀਂ ਹਿੰਦੂ ਜਥੇਬੰਦੀਆਂ ਵੀ ਆਈਆਂ, ਸਿੱਖ ਜਥੇਬੰਦੀਆਂ ਨੇ ਵਿਚਾਰਿਆਂ ਨੇ ਗਰੀਬ ਸਹਾਰਾ ਲੋੜਾਂ ਦੀਆਂ ਲੋੜ ਪੂਰੀ ਕੀਤੀ। ਪਰ ਮੈਨੂੰ ਉਹ ਤੁਹਾਡੀ ਨੌਲੇਜ ਦੇ ਮੁਤਾਬਕ ਤੁਸੀਂ ਹਿੰਦੂ ਧਰਮ ਨਾਲ ਬਿਲੋਂਗ ਕਰਦੇ ਹੋ, ਕਿਸੇ ਵੱਡੇ ਮੰਦਿਰ ਦਾ ਨਾਮ ਦੱਸ ਸਕਦੇ ਹੋ ਜਿਨ੍ਹਾਂ ਨੇ ਕੋਵਿਡ-19 ਵਾਸਤੇ, ਜੇ ਤੁਸੀਂ ਕਹਿੰਦੇ ਹੋ ਬਾਵੇ ਨੇ ਨਹੀਂ ਕੀਤਾ, ਤਾਂ ਕਿਸੇ ਹਿੰਦੂ ਧਰਮ ਦੇ ਮੰਦਿਰ ਦੱਸ ਸਕਦੇ ਹੋ ਜਿਨ੍ਹਾਂ ਨੇ ਕੋਵਿਡ-19 ਪੈਸੇ? ਬਿਲਕੁਲ, ਸਾਈ ਧਾਮ ਜਿਹੜਾ ਬੰਬੇ ਦੇ ਸ਼ਿਰੜੀ ਦੇ ਵਿੱਚ ਉਹਨਾਂ ਨੇ ਦਾਨ ਕੀਤਾ। ਚਿੰਤਪੁਰਨੀ ਮਾਤਾ ਤੋਂ ਮੇਰੇ ਖਿਆਲ 10 ਲੱਖ ਰੁਪਏ ਦੀ ਉਹਨਾਂ ਨੇ ਉੱਥੋਂ ਹਿਮਾਚਲ ਸਰਕਾਰ ਨੂੰ ਦਿੱਤਾ। ਇਹ ਯੋਗਦਾਨ ਉਹਨਾਂ ਨੇ ਪਾਏ ਹੈ। ਤੇ
ਬਿਲਕੁਲ ਹਰ ਧਰਮ ਨੂੰ ਅੱਗੇ ਆਉਣਾ ਚਾਹੀਦਾ। ਮੈਂ ਆਪਣੇ ਲੈਵਲ ਤੇ ਵੀ ਬੜੇ ਪਰਿਵਾਰਾਂ ਦੀ ਮਦਦ ਕੀਤੀ ਹੈ ਔਰ ਸਰਕਾਰੀ ਰਾਸ਼ਨ ਉਹਨਾਂ ਨੂੰ ਮੁਹੱਈਆ ਵੀ ਕਰਾਇਆ, ਆਪਣੀ ਜੇਬ ਤੋਂ ਵੀ ਕੀਤਾ ਹੈ। ਔਰ 10 ਤੋਂ 15 ਦਿਨ ਮੈਂ ਸਲਮ ਏਰੀਆ ਦੇ ਵਿੱਚ ਆਪਣੀ ਸੰਸਥਾ ਦੇ ਨਾਲ ਉਹ ਲੰਗਰ ਵੀ ਅਸੀਂ ਵੰਡਦੇ ਰਹੇ ਹਾਂ। ਪਰ ਅਸੀਂ ਕਦੇ ਇਹ ਨਹੀਂ ਦੇਖਿਆ ਕਿ ਸਾਹਮਣੇ ਵਾਲਾ ਲੰਗਰ ਲੈਣ ਵਾਲਾ ਹਿੰਦੂ ਹੈ ਕਿ ਸਿੱਖ ਹੈ, ਕਿ ਉਹਨੇ ਪੱਗ ਬੰਨੀ ਹੈ ਜਾਂ ਨਹੀਂ ਬੰਨੀ। ਸਾਡੇ ਲਈ ਸਿਰਫ ਇਹ ਸੀ ਕਿ ਉਹ ਬੰਦੇ ਦੀ ਲੋੜ ਕੀ ਹੈ, ਉਹਨੂੰ ਭੁੱਖ ਹੈ ਤਾਂ ਅਸੀਂ ਉਹਨੂੰ ਰੋਟੀ ਕੋਸ਼ਿਸ਼ ਕੀਤੀ ਹੈ। ਪਰ ਅਸੀਂ ਰੱਬ ਨਹੀਂ ਹੈ, ਅਸੀਂ ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਅੱਲਾ ਭਗਵਾਨ ਭੋਲੇਨਾਥ ਦੇ ਬਣਾਏ ਹੋਏ ਬੰਦੇ ਹੈ। ਉਹ ਭਗਵਾਨ ਕਿਤੇ ਵੀ ਆਪ ਥੱਲੇ ਉਤਰ ਕੇ ਨਹੀਂ ਆਉਂਦਾ, ਉਹ ਇੱਕ ਜ਼ਰੀਆ ਬਣਦਾ। ਸਾਨੂੰ ਉਹਨੇ ਮੌਕਾ ਦਿੱਤਾ, ਸੇਵਾ ਤਾਂ ਅਸੀਂ ਕੀਤੀ ਹੈ, ਬੇਧੜਕ ਕੀਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਸ ਗਾਣੇ ਦੇ ਪ੍ਰਤੀ ਤੁਸੀਂ ਕੋਈ ਕਾਰਵਾਈ ਕੀ ਕਰੋਗੇ? ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਨਾ ਮੇਰਾ ਰਣਜੀਤ ਬਾਵੇ ਨਾਲ ਕੋਈ ਪਰਸਨਲ ਮੈਟਰ ਹੈ, ਨਾ ਮੇਰਾ ਰਣਜੀਤ ਬਾਵੇ ਦੇ ਧਰਮ ਨਾਲ ਕੋਈ ਮੈਟਰ ਹੈ। ਮੇਰਾ ਸਿਰਫ ਉਸ ਸ਼ਬਦਾਂ ਦੇ ਨਾਲ ਮੈਟਰ ਹੈ। ਮੈਂ ਤਾਂ ਸਿਰਫ ਤਾਂ ਮਾਫੀ ਵੀ ਮੰਗ ਲਈ ਉਹਨੇ। ਦੇਖੋ ਮਾਫੀ ਜਿਹੜੀ ਉਹਨੇ ਮੰਗੀ ਹੈ, ਸਿਰਫ ਉਹਨੇ ਮਾਫੀ, ਉਹ ਵਾਜਬ ਨਹੀਂ ਹੈ। ਦੇਖੋ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ, ਜਿਵੇਂ ਹੁਣ ਕੋਈ ਸਿੱਖੀ ਧਰਮ ਦੇ ਬਾਰੇ ਕੋਈ ਗਲਤ ਅਗਰ ਕੋਈ ਬੋਲ ਦਿੰਦਾ ਹੈ ਤਾਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਉਹਨੂੰ ਉੱਥੇ ਪੇਸ਼ ਹੋਣਾ ਪੈਂਦਾ, ਤਾਂ ਉੱਥੇ ਅਕਾਲ ਤਖਤ ਸਾਹਿਬ ਤੇ ਉਹ ਪੇਸ਼ ਹੋ ਕੇ ਮਾਫੀਨਾਮਾ ਦੇਣਾ ਪੈਂਦਾ। ਜਥੇਦਾਰ ਸਾਹਿਬ ਉੱਥੇ ਬੈਠਦੇ ਨੇ, ਫਿਰ ਉਹਦੀ ਮਾਫੀ ਉਹ ਮੰਨੀ ਜਾਂਦੀ ਹੈ। ਹੁਣ ਮੇਰੀ ਵੀ ਇਹ ਭਾਵਨਾ ਹੈ ਕਿ ਸਾਡੇ ਵੀ ਕਿਸੇ ਵੀ ਸੰਤ ਸਮਾਜ ਜਾਂ ਉਹ ਸ਼ਿਵਲਿੰਗ ਜਿੱਥੇ ਵੀ ਉਹ ਜਿਹੜੇ ਵੀ ਸ਼ਹਿਰ ਦੇ ਵਿੱਚ ਉਹ ਰਹਿੰਦਾ ਤਾਂ ਉਹ ਆਪਣੀ ਉੱਥੇ ਜਾ ਕੇ ਸ਼ਿਵਲਿੰਗ ਤੇ ਦੁੱਧ ਚੜਾ ਕੇ ਉੱਥੋਂ ਲਾਈਵ ਵੀਡੀਓ ਪਾ ਦੇਵੇ ਤੇ ਅਸੀਂ ਉਹਦੀ ਮਾਫੀ ਮਨਜ਼ੂਰ ਕਰਦੇ ਹਾਂ। ਤੇ ਫਿਰ ਉਹ ਸ਼ਬਦ ਵਾਪਸ ਹੋ ਜਾਣਗੇ। ਦੇਖੋ ਸ਼ਬਦ ਵਾਪਸ, ਜਿਹੜਾ ਮੂੰਹ ਚੋਂ ਨਿਕਲੀ ਗੱਲ ਤੇ ਤੀਰ ਕਮਾਨ ਚੋਂ ਨਿਕਲਿਆ ਬਾਣ ਤਾਂ ਕਦੇ ਵਾਪਸ ਹੁੰਦਾ ਨਹੀਂ। ਪਰ ਇਹ ਹੈ ਵੀ ਕਿਤੇ ਨਾ ਕਿਤੇ ਉਹਦੀ ਗਲਤੀ ਨੂੰ ਅਸੀਂ ਸਮਾਜ ਦੇ ਵਿੱਚ ਇੱਕ ਮੈਸੇਜ ਆਏਗਾ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਵੀ ਗਾਇਕੀ ਕਰਨੀ ਹੈ ਉਹ ਲਚਰ ਗਾਇਕੀ ਚਾਹੇ ਠੀਕ ਹੈ, ਪਰ ਕਿਤੇ ਨਾ ਕਿਤੇ ਕਿਸੇ ਵੀ ਧਰਮ ਨੂੰ, ਮੈਂ ਹੁਣ ਹਿੰਦੂ ਧਰਮ ਦੀ ਗੱਲ ਨਹੀਂ ਕਰ ਰਿਹਾ, ਸਾਰੇ ਧਰਮਾਂ ਦੀ ਕਿਤੇ ਵੀ ਕੋਈ ਬੇਅਦਬੀ ਨਾ ਹੋਵੇ। ਸਾਰੇ ਧਰਮ ਦਾ ਮੈਂ ਸਨਮਾਨ ਕਰਦਾ ਔਰ ਸਾਰੇ ਧਰਮਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਤੋਂ ਵੀ ਇਹ ਮੰਗ ਕਰਦਾ ਕਿ ਜਿਸ ਤਰ੍ਹਾਂ ਬਾਲੀਵੁੱਡ ਦੇ ਵਿੱਚ ਸੈਂਸਰ ਬੋਰਡ ਬਣਿਆ, ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਇੱਕ ਬੋਰਡ ਬਣਨਾ ਚਾਹੀਦਾ ਤਾਂ ਕਿ ਭਵਿੱਖ ਦੇ ਵਿੱਚ ਕੋਈ ਏਦਾਂ ਦੀ ਘਟਨਾ ਦੁਬਾਰਾ ਨਾ ਹੋ ਸਕੇ। ਜਿਹੜਾ ਗਾਣਾ ਜੀ YouTube ਤੇ ਚੱਲ ਗਿਆ, ਲੋਕਾਂ ਨੇ ਸੁਣ ਲਿਆ ਜੀ, ਲੋਕਾਂ ਨੇ ਸ਼ੇਅਰ ਵੀ ਬਹੁਤ ਕੀਤਾ, ਇਹ ਕਿਤੇ ਇੱਥੇ ਹੁਣ ਈਗੋ ਪ੍ਰੋਬਲਮ ਤਾਂ ਨਹੀਂ ਆ ਗਈ ਵੀ ਸਾਡੇ ਉੱਥੇ ਜਾਵੇ ਤੇ ਸ਼ਿਵਲਿੰਗ ਤੇ ਦੁੱਧ ਚੜਾਵੇ ਤੇ ਅਸੀਂ ਮਾਫ ਕਰਾਂਗੇ? ਦੇਖੋ ਜੀ ਈਗੋ ਪ੍ਰੋਬਲਮ ਕੋਈ ਨਹੀਂ ਹੈ, ਰੱਬ ਤਾਂ ਭਗਵਾਨ ਭੋਲੇਨਾਥ ਹੀ ਨੇ। ਅਸੀਂ ਪਹਿਲਾਂ ਵੀ ਉਹਨਾਂ ਦੀ ਕਰੋਪੀ ਦਾ ਸਾਹਮਣਾ ਕਰ ਰਹੇ ਹਾਂ। 2.5 ਲੱਖ ਤੋਂ ਵੱਧ ਬੰਦੇ ਪੂਰੀ ਆਪਣਾ ਦੁਨੀਆ ਦੇ ਵਿੱਚ ਮਰ ਚੁੱਕੇ ਨੇ ਤੇ ਇਹ ਵੀ ਕਿਤੇ ਨਾ ਕਿਤੇ ਭਗਵਾਨ ਭੋਲੇਨਾਥ ਦਾ ਹੀ ਇੱਕ ਕਰੋਪ ਹੈ। ਜੇ ਤੁਸੀਂ ਇਤਿਹਾਸ ਨੂੰ ਨਹੀਂ ਜਾਣਦੇ ਤਾਂ ਮੈਂ ਦੱਸ ਦਿੰਦਾ ਕਿ ਭਗਵਾਨ ਭੋਲੇਨਾਥ ਜਦੋਂ ਵੀ ਤੀਸਰਾ ਨੇਤਰ ਖੋਲਦੇ ਨੇ ਤਾਂ ਪ੍ਰਲਯ ਆਉਂਦੀ ਨੇ, ਤੇ ਇਹ ਵੀ ਇੱਕ ਤਰ੍ਹਾਂ ਦੀ ਪ੍ਰਲਯ ਹੈ। ਜੇ ਭਗਵਾਨ ਭੋਲੇਨਾਥ ਦੇ ਬਾਰੇ ਉਹਨੇ ਕੁਝ ਗਲਤ ਬੋਲਿਆ ਜਾਂ ਸਾਨੂੰ ਨਹੀਂ ਚੰਗਾ ਲੱਗਿਆ, ਮੈਂ ਨਹੀਂ ਚਾਹੁੰਦਾ ਕਿ ਉਹ ਮੇਰੇ ਕੋਲ ਆ ਕੇ ਮਾਫੀ ਮੰਗੇ। ਉਹ ਕਿਸੇ ਵੀ ਜਿੱਥੇ ਵੀ ਉਹ ਜਿਹੜੇ ਵੀ ਸ਼ਹਿਰ ਦਾ ਵਾਸੀ ਹੈ ਉਸ ਦੇ ਨੇੜਲੇ ਮੰਦਿਰ ਦੇ ਵਿੱਚ ਜਾ ਕੇ ਭਗਵਾਨ ਭੋਲੇਨਾਥ ਦੇ ਉੱਪਰ ਜਲਾਭਿਸ਼ੇਕ ਕਰੇ, ਦੁੱਧ ਚੜਾ ਦੇਵੇ ਤੇ ਉੱਥੋਂ ਆਪਣੀ ਉਹ ਮਾਫੀ ਮੰਗ ਲਵੇ। ਔਰ ਤੁਹਾਨੂੰ ਥੋੜੀ ਜਿਹੀ ਮੈਂ ਇਹ ਵੀ ਦੱਸ ਦਿੰਦਾ ਕਿ ਪੁਰਾਤਨ ਸਮੇਂ ਦੇ ਵਿੱਚ ਜਦੋਂ ਸਮੁੰਦਰ ਮੰਥਨ ਹੋਇਆ ਸੀ ਤਾਂ ਭਗਵਾਨ ਭੋਲੇਨਾਥ ਨੇ ਆਪਣਾ ਜਿਹੜਾ ਵਿਸ਼ ਸੀ ਆਪਣੇ ਕੰਠ ਦੇ ਵਿੱਚ ਉਹਨਾਂ ਨੇ ਲਿਆ ਸੀ। ਉਦੋਂ ਕੋਈ ਵੀ ਦੇਵੀ ਦੇਵਤਾ ਅੱਗੇ ਨਹੀਂ ਆਇਆ ਸੀ। ਨਹੀਂ ਸਰ, ਤੁਸੀਂ ਇਹਨੇ ਗਾਣਾ ਤਾਂ ਹੁਣ ਗਾਇਆ, ਤੁਸੀਂ ਕਹਿੰਦੇ ਵੀ ਸ਼ਿਵ ਭਗਵਾਨ ਜੀ ਨੇ ਜਦੋਂ ਤੀਜਾ ਨੇਤਰ ਖੋਲਿਆ ਤਾਂ ਉਹ ਪ੍ਰਕੋਪ ਆਉਂਦੀ ਆ, ਪਰਲੇ ਆਉਂਦੀ ਆ, ਤੇ ਇਹ ਗਾਣਾ ਤਾਂ ਇਹਨੇ ਹੁਣ ਗਾਇਆ ਜੀ। ਤੁਸੀਂ ਇਹਦੇ ਪਿੱਛੇ ਇਹ ਕਹਿੰਦੇ ਹੋ ਵੀ ਸ਼ਿਵ ਭਗਵਾਨ ਜੀ ਕਿਸੇ ਕੋਲੋਂ ਨਾਰਾਜ਼ ਸੀ ਜਿਹਦੇ ਕਰਕੇ ਬਿਮਾਰੀ ਫੈਲੀ? ਬਿਲਕੁਲ ਜੀ, ਬਿਲਕੁਲ। ਜਿੱਥੇ ਸਾਇੰਸ ਫੇਲ ਹੈ, ਜਿੱਥੇ ਡਾਕਟਰ ਫੇਲ ਹੈ, ਵੱਡੇ ਵੱਡੇ ਸਾਇੰਟਿਸਟ ਤੁਹਾਡੇ ਸੁਪਰ ਪਾਵਰ ਅਮਰੀਕਾ, ਇਟਲੀ, ਜਰਮਨ ਸਾਰੇ ਬੇਬਸ ਹੈ, ਤੇ ਉੱਥੇ ਫਿਰ ਰੱਬ ਹੀ ਹੈ। ਪਰ ਫਿਰ ਤਾਂ ਇਹਦੇ ਇਸ ਤਰੀਕੇ ਨਾਲ ਤਾਂ ਜੀ ਦੂਜੇ ਧਰਮਾਂ ਦੇ ਲੋਕ ਤੁਹਾਡੀ ਗੱਲ ਤੋਂ ਕਲੇਮ ਕਰਨ ਲੱਗ ਜਾਣਗੇ ਕਿ ਸ਼ਿਵ ਭਗਵਾਨ ਨੇ ਕਰੋਨਾ ਬਿਮਾਰੀ ਫੈਲੀ, ਲੋਕ ਮਰਵਾਏ ਨੇ। ਸ਼ਿਵ ਭਗਵਾਨ ਨੇ ਬਿਮਾਰੀ ਨਹੀਂ ਫੈਲਵਾਈ। ਜੋ ਪ੍ਰਕੋਪ ਤੁਸੀਂ ਕਹਿੰਦੇ ਪ੍ਰਕੋਪ, ਦੇਖੋ ਤੁਹਾਡੇ ਕਹਿਣ ਮੁਤਾਬਕ ਪ੍ਰਕੋਪ ਆ ਜਿਹੜਾ ਸਤਯੁਗ, ਤ੍ਰੇਤਾ ਯੁਗ ਤੇ ਦੁਆਪਰ ਯੁਗ, ਇਹ ਯੁੱਗ ਬੀਤੇ ਸੀ ਤੇ ਪ੍ਰਲਯ ਆਈ ਸੀ ਤੇ ਯੁੱਗ ਪਲਟਿਆ ਸੀ, ਤੇ ਕਲਯੁਗ ਦਾ ਵੀ ਜਿਹੜਾ ਅੰਤ ਹੈ ਉਹ ਹੋਣਾ ਹੀ ਹੋਣਾ। ਇਹ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ। ਜਦੋਂ ਸ੍ਰਿਸ਼ਟੀ, ਜਦੋਂ ਦੁਨੀਆ ਦੇ ਵਿੱਚ ਪਾਪ ਜ਼ਿਆਦਾ ਵੱਧ ਜਾਂਦਾ ਹੈ ਤੇ ਉੱਥੇ ਕਦੇ ਨਾ ਕਦੇ ਭਗਵਾਨ ਆਪ ਪ੍ਰਗਟ ਵੀ ਹੁੰਦੇ ਨੇ, ਤੇ ਇਸ ਤੋਂ ਪਹਿਲਾਂ ਵੀ ਕਈ ਪ੍ਰਲਯ ਆ ਚੁੱਕੀਆਂ ਤੇ ਇਹ ਜਿਹੜੇ ਯੁੱਗ ਸੀ ਉਹ ਬੀਤੇ ਵੀ ਨੇ, ਤੇ ਇਸੇ ਕਰਕੇ ਕਲਯੁਗ ਦਾ ਵੀ ਅੰਤ ਜਿਹੜਾ ਹੈ ਉਹ ਕਿਤੇ ਨਾ ਕਿਤੇ ਨਿਸ਼ਚਿਤ ਹੈ। ਇਹ ਵੀ ਕਿਤੇ ਨਾ ਕਿਤੇ ਸਾਡੀ ਨਲਾਇਕੀਆਂ ਦੇ ਕਾਰਨ ਇਹ ਜਿਹੜੀ ਬਿਮਾਰੀ ਫੈਲੀ ਹੈ, ਉਹ ਸਾਡੀਆਂ ਗਲਤੀਆਂ ਕਰ ਰਹੀ ਹੈ। ਸਾਡੇ ਤੋਂ ਭਗਵਾਨ ਜਿਹੜੇ ਨੇ ਸਾਡੇ ਨਾਰਾਜ਼ ਨੇ। ਸੋ ਤੁਸੀਂ ਦੇਖਿਆ ਕਿ ਰਾਜੀਵ ਗੁਗਲਾਨੀ ਜੀ ਨੇ ਬੜੇ ਬੇਬਾਕ ਤੇ ਬੜੇ ਨਿਧੜਕ ਹੋ ਕੇ ਜਿਹੜੇ ਗੱਲਾਂ ਦਾ ਜਵਾਬ ਦਿੱਤਾ। ਇਹਨਾਂ ਦਾ ਇਹ ਵੀ ਕਹਿਣਾ ਕਿ ਮੈਂ ਸ਼ਾਇਦ ਕਹਿ ਰਿਹਾ, ਪਰ ਇਹਨਾਂ ਨੇ ਸ਼ਾਇਦ ਨਹੀਂ ਕਿਹਾ ਕਿ ਭਗਵਾਨ ਸ਼ਿਵ ਜੀ ਪ੍ਰਕੋਪ ਵੀ ਹੋ ਸਕਦਾ ਜਿਹੜੀ ਇਹ ਬਿਮਾਰੀ ਫੈਲੀ ਆ ਉਹਨਾਂ ਦੇ ਵੀ। ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਅਸੀਂ ਕਿਸੇ ਧਰਮ ਦੇ ਹੱਕ 'ਚ ਨਹੀਂ ਜਾਂ ਕਿਸੇ ਧਰਮ ਦੇ ਵਿਰੋਧ 'ਚ ਨਹੀਂ, ਕਿਸੇ ਸਿੰਗਰ ਦੇ ਹੱਕ 'ਚ ਨਹੀਂ ਤੇ ਕਿਸੇ ਸਿੰਗਰ ਦੇ ਵਿਰੋਧ 'ਚ ਨਹੀਂ ਹੈਗੀਆਂ। ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਰਹਿ ਗਈਆਂ
ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਦੁਬਾਰਾ ਲੋੜ ਪਵੇ ਤਾਂ ਦੁਬਾਰਾ ਵੀ ਗੱਲ ਕਰਾਂਗੇ। ਤੇ ਇਹਨਾਂ ਨੇ ਕਿਹਾ ਕਿ ਜੇ ਰਣਜੀਤ ਬਾਬਾ ਕਿਸੇ ਮੰਦਿਰ ਦੇ ਵਿੱਚ ਜਾ ਕੇ ਸ਼ਿਵ ਭਗਵਾਨ ਦੇ ਉਸ ਤੇ ਦੁੱਧ ਚੜਾ ਦਿੰਦੇ ਨੇ ਤਾਂ ਅਸੀਂ ਉਹਨਾਂ ਦੀ ਮਾਫੀ ਸਮਝਾਂਗੇ। ਜਿਹੜੀ ਉਹਨਾਂ ਨੇ ਮਾਫੀ ਮੰਗੀ ਆ ਉਹ ਸਾਨੂੰ ਵਾਜਬ ਨਹੀਂ ਲੱਗਦੀ। ਸੋ ਲੱਗਿਆ ਸਾਨੂੰ ਕਿ ਜੋ ਵੀ ਸਵਾਲ ਸੀ ਸਾਡੇ ਦਿਲ ਦੇ ਵਿੱਚ ਜਾਂ ਲੋਕਾਂ ਦੇ ਸਵਾਲ ਸੀਗੇ ਉਹ ਅਸੀਂ ਇਹਨਾਂ ਤੱਕ ਪਹੁੰਚਾਏ ਨੇ ਤੇ ਇਹਨਾਂ ਨੇ ਬਹੁਤ ਬੇਬਾਕੀ ਨਾਲ ਜਵਾਬ ਵੀ ਦਿੱਤਾ। ਕੈਮਰਾਮੈਨ ਨੀਰਜ ਕੁਮਾਰ ਦੇ ਨਾਲ ਤਰਲੋਚਨ ਸਿੰਘ ਦੀ ਰਿਪੋਰਟ, ਪ੍ਰਾਈਮ ਦੇ ਲੁਧਿਆਣਾ।